हमदर्द टीवी देख रहे सारे दर्शकों का स्वागत है। मैं अमन मोहन लैके हाजिर प्रोग्राम हैलो पंजाब। सो दर्शकों तुसीं सोच रहे होगा कि अज ये प्रोग्राम 1 वजे क्यों आया भारत के समय मुताबक, क्योंकि पहला ये भारत के समय मुताबक दोपहर 3 बजे चलता सी। सो अज का जो साडा खास प्रोग्राम है वो भारत ते न्यूजीलैंड नाल संबंधित है, क्योंकि बहुत सारे भारतीय विद्यार्थी है ने, भारतीय लोग ने जो न्यूजीलैंड जाना चाहते हैं, उन्होंने स्टूडेंट भी है जो वर्क वीज़ा ते जाना चाहते हैं वो भी है। तो इस करके अज ये प्रोग्राम असीं तुहाडे लई शुरू किया है। तो न्यूजीलैंड के जो खास तौर पर साडे दर्शक सानूं देख रहे होंगे उन्होंने वास्ते भी अहम जानकारी असीं देवांगे, क्योंकि न्यूजीलैंड सरकार ने ਜਿਹੜੇ ਉੱਥੇ ਕੌਮਾਂਤਰੀ ਵਿਦਿਆਰਥੀਆਂ ਲਈ ਸਬਸਿਡੀ ਐਲਾਨੀ ਹੈ $1 ਮਿਲੀਅਨ ਦੀ, ਉਹਦਾ ਕਿਵੇਂ ਫਾਇਦਾ ਹੋਵੇਗਾ। ਸੋ ਪ੍ਰੋਗਰਾਮ ਸਾਡਾ 3 ਸੈਗਮੈਂਟ ਵਿੱਚ ਵੰਡਿਆ ਹੈ। ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਚਰਚਾ ਕਰਾਂਗੇ ਨਿਊਜ਼ੀਲੈਂਡ ਦੇ ਵਿੱਚ ਵਿਦਿਆਰਥੀ ਵੀਜ਼ਾ ਦਾ ਸਕੋਪ ਕੀ ਹੈਗਾ ਤੇ ਜਿਹੜੇ ਵਿਦਿਆਰਥੀ ਇੱਥੋਂ ਪੜ੍ਹਨ ਜਾਂਦੇ ਨੇ ਅੱਗੇ ਉਹਨਾਂ ਦਾ ਭਵਿੱਖ ਕੀ ਹੈਗਾ, PR ਕਿਸ ਤਰ੍ਹਾਂ ਹਾਸਲ ਕਰ ਸਕਦੇ ਨੇ ਪੰਜਾਬੀ ਵਿਦਿਆਰਥੀ, ਕਿਹੜੀਆਂ ਗੱਲਾਂ ਦਾ ਖਾਸ ਧਿਆਨ ਉੱਥੇ ਰੱਖਣਾ ਪੈਂਦਾ ਹੈ, ਤੇ ਨਾਲ ਹੀ ਚਰਚਾ ਕਰਾਂਗੇ ਸਕਿੱਲ ਵਰਕਰਾਂ ਦੀ ਨਿਊਜ਼ੀਲੈਂਡ ਦੇ ਵਿੱਚ ਕਿੱਥੇ ਡਿਮਾਂਡ ਹੈਗੀ ਹੈ ਤੇ ਜਿਹੜੇ ਗੈਰ ਸਕਿੱਲਡ ਵਰਕਰ ਹੈਗੇ ਨੇ ਤੇ ਕੀ ਉਹ ਵੀ ਨਿਊਜ਼ੀਲੈਂਡ ਜਾ ਸਕਦੇ ਨੇ, ਉਹਨਾਂ ਵਾਸਤੇ ਵੀ ਉੱਥੇ ਕੋਈ ਕੰਮ ਹੈਗਾ। ਮਤਲਬ ਕਿ ਜਿਹੜਾ ਆਮ ਤੌਰ ਤੇ ਅਸੀਂ ਸੁਣਿਆ ਹੁੰਦਾ ਕਿ ਉੱਥੇ ਫਲ ਫਰੂਟ ਤੋੜਨ ਦਾ ਕੰਮ ਹੈਗਾ ਤੇ ਜਿਹੜੇ ਹੋਰ ਕੰਮ ਹੈਗੇ ਨੇ ਉੱਥੇ ਗੈਰ ਸਕਿੱਲਡ ਵਰਕਰ ਵੀ ਚਾਹੀਦੇ ਹੁੰਦੇ ਨੇ, ਕੀ ਉੱਥੇ ਡਿਮਾਂਡ ਹੈਗੀ ਹੈ, ਹੁਣ ਇਸ ਤੇ ਚਰਚਾ ਕਰਾਂਗੇ। ਤੇ ਸੈਕਿੰਡ ਸੈਗਮੈਂਟ ਦੇ ਵਿੱਚ ਅਸੀਂ ਆਵਾਂਗੇ, ਚਰਚਾ ਕਰਾਂਗੇ ਨਿਊਜ਼ੀਲੈਂਡ ਨੇ ਕਰੋਨਾ ਦੇ ਵਿਰੁੱਧ ਜੰਗ ਕਿਵੇਂ ਜਿੱਤੀ ਹੈਗੀ ਹੈ, ਕਿਉਂਕਿ ਨਿਊਜ਼ੀਲੈਂਡ ਦੇ ਪੂਰੇ ਵਿਸ਼ਵ ਦੇ ਵਿੱਚ ਚਰਚਾ ਹੈਗੀ ਅੱਜ ਤੇ ਕਰੋਨਾ ਨੂੰ ਲਗਭਗ ਮਾਤ ਹਰਾ ਦਿੱਤਾ ਹੈ। 97% ਉੱਥੇ ਕੰਟਰੋਲ ਹੋ ਚੁੱਕਿਆ ਹੈ। ਤੇ ਇਸ ਤੋਂ ਇਲਾਵਾ ਚਰਚਾ ਕਰਾਂਗੇ ਨਿਊਜ਼ੀਲੈਂਡ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਲਈ ਜਿਹੜੀ $1 ਮਿਲੀਅਨ ਦੀ ਸਬਸਿਡੀ ਦਾ ਐਲਾਨ ਕੀਤਾ ਹੈ, ਉਸ ਦਾ ਵਿਦਿਆਰਥੀ ਕਿਵੇਂ ਫਾਇਦਾ ਚੁੱਕ ਸਕਦੇ ਨੇ, ਕਿਹੜੇ ਵਿਦਿਆਰਥੀਆਂ ਨੂੰ ਉਸ ਦਾ ਫਾਇਦਾ ਹੋਵੇਗਾ, ਪੈਸਿਆਂ ਦੀ ਵੰਡ ਕਿੱਦਾਂ ਹੋਏਗੀ। ਤੇ ਸੈਗਮੈਂਟ 3 ਦੇ ਵਿੱਚ ਜਿਹੜੇ ਭਾਰਤੀ ਵਿਦਿਆਰਥੀ ਤੇ ਵਰਕ ਵੀਜ਼ਾ ਧਾਰਕ ਲੋਕਡਾਊਨ ਦੇ ਕਰਕੇ ਤੇ ਸਰਹੱਦੀ ਪਾਬੰਦੀਆਂ ਦੇ ਕਰਕੇ ਭਾਰਤ ਦੇ ਵਿੱਚ ਫਸ ਗਏ ਨੇ, ਉਹਨਾਂ ਪ੍ਰਤੀ ਹੁਣ ਨਿਊਜ਼ੀਲੈਂਡ ਸਰਕਾਰ ਕੀ ਨੀਤੀ ਅਪਣਾਉਣ ਜਾ ਰਹੀ ਹੈ ਤੇ ਕੀ ਨਿਊਜ਼ੀਲੈਂਡ ਦੀ ਸਰਕਾਰ ਉਹਨਾਂ ਨੂੰ ਵਾਪਸ ਸੱਦੇਗੀ ਜਾਂ ਨਹੀਂ ਸੱਦੂਗੀ। ਇਹਨਾਂ ਸਾਰੇ तमाम ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਨਿਊਜ਼ੀਲੈਂਡ ਤੋਂ ਜੁੜ ਚੁੱਕੇ ਨੇ ਨਿਊਜ਼ੀਲੈਂਡ ਨਾਲ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਨੇ ਪਵਨਦੀਪ ਸਿੰਘ ਜੀ ਤੇ ਕਿਵਿਆਨਾ ਇਮੀਗ੍ਰੇਸ਼ਨ ਦੇ ਮਾਲਕ ਨੇ ਅਤੇ ਨਿਰਦੇਸ਼ਕ ਨੇ। ਪਵਨਦੀਪ ਸਿੰਘ ਜੀ, ਨਿੱਘਾ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਜੀ। ਸਤਿ ਸ਼੍ਰੀ ਅਕਾਲ ਅਮਨ ਜੀ, ਸਭ ਤੋਂ ਪਹਿਲੇ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਸੱਦਾ ਦਿੱਤਾ ਆਪਣੇ ਇਸ ਪ੍ਰੋਗਰਾਮ ਤੇ, ਬਹੁਤ ਸ਼ੁਕਰੀਆ ਤੁਹਾਡਾ। ਜੀ ਧੰਨਵਾਦ ਜੀ ਤੁਹਾਡਾ ਵੀ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਤੁਸੀਂ ਪ੍ਰੋਗਰਾਮ ਸਾਡਾ ਲਾਈਵ ਦੇਖ ਰਹੇ ਹੋ, ਕੇਬਲ ਨੈਟਵਰਕ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀ ਦੇਖ ਰਹੇ ਹੋ। ਹਮਦਰਦ ਮੀਡੀਆ ਗਰੁੱਪ ਨਾਂ ਦਾ ਸਾਡਾ ਫੇਸਬੁੱਕ ਪੇਜ ਹੈ ਤੇ ਜੇ ਤੁਸੀਂ YouTube ਤੇ ਜਾਂਦੇ ਹੋ ਤਾਂ ਉੱਥੇ ਹਮਦਰਦ ਟੀਵੀ ਪਾਓਗੇ, ਹੈਲੋ ਪੰਜਾਬ ਲਿਖੋਗੇ ਤਾਂ ਇਹ ਪ੍ਰੋਗਰਾਮ ਤੁਸੀਂ ਉੱਥੇ ਵੀ ਲਾਈਵ ਦੇਖ ਰਹੇ ਹੋ। ਜੇ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਅੱਜ ਜਿਹੜੇ ਧੋਖੇਬਾਜ਼ ਏਜੰਟ ਨੇ ਉਹਨਾਂ ਦੇ ਧੱਕੇ ਚੜ ਕੇ ਬਹੁਤ ਸਾਰੇ ਨੌਜਵਾਨਾਂ ਦੀ ਲੁੱਟ ਹੋ ਰਹੀ ਹੈ, ਬਹੁਤ ਸਾਰੇ ਨੌਜਵਾਨ ਰਾਹ ਦੇ ਵਿੱਚ ਹੀ ਮਾਰੇ ਜਾ ਰਹੇ ਨੇ। ਸੋ ਸਹੀ ਜਾਣਕਾਰੀ ਜਿਹੜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੋਏਗੀ ਅੱਜ ਤੁਹਾਨੂੰ ਅਸੀਂ ਉਹ ਦੇਵਾਂਗੇ। ਨਿਊਜ਼ੀਲੈਂਡ ਨਾਲ ਸੰਬੰਧਿਤ ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲ ਰਹੇ ਨੇ ਉਸ ਉੱਤੇ ਕਾਲ ਕਰਕੇ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਨਾਲ ਦੀ ਨਾਲ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਇਹ ਜਾਣਕਾਰੀ ਬਿਲਕੁਲ ਤੁਹਾਨੂੰ ਮੁਫਤ ਮਿਲੇਗੀ ਤੇ ਬਿਲਕੁਲ ਸਹੀ ਜਾਣਕਾਰੀ ਮਿਲੇਗੀ। ਸੋ ਪ੍ਰੋਗਰਾਮ ਜ਼ਰੂਰ ਦੇਖਿਓ ਤੁਸੀਂ। ਸੋ ਪਵਨ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸੈਗਮੈਂਟ 1 ਦੀ, ਤਾਂ ਹਰੇਕ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਮੈਂ ਵਿਦੇਸ਼ ਵਿੱਚ ਜਾ ਕੇ ਪੜ੍ਹਨ ਜਾਵਾਂ ਉੱਥੇ, ਤੇ ਹਰੇਕ ਬੰਦਾ ਇਹ ਸੋਚਦਾ ਕਿ ਮੈਂ ਜਦੋਂ ਵਿਦੇਸ਼ ਵਿੱਚ ਜਾਵਾਂ ਤੇ ਉੱਥੇ ਸਕੋਪ ਕੀ ਹੈਗਾ ਪੜ੍ਹਾਈ ਦਾ, ਮੇਰਾ ਉੱਥੇ ਭਵਿੱਖ ਕੀ ਹੋਏਗਾ। ਅਮਰੀਕਾ ਕੈਨੇਡਾ ਦੀ ਗੱਲ ਕਰੀਏ ਆਪਾਂ, ਨਿਊਜ਼ੀਲੈਂਡ ਦੀ, ਆਸਟ੍ਰੇਲੀਆ, ਜਿੱਥੇ ਵੀ ਮਤਲਬ ਵੱਡੇ ਮੁਲਕ ਨੇ, ਪੰਜਾਬੀ ਉੱਥੇ ਪੜ੍ਹਨ ਜ਼ਰੂਰ ਜਾਂਦੇ ਨੇ। ਸੋ ਜੇ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀਏ ਇੱਥੇ ਜਿਹੜੇ ਵਰਕ ਵੀਜ਼ਾ ਵਾਲੇ ਵਿਦਿਆਰਥੀ ਹੈਗੇ ਨੇ ਉਹਨਾਂ ਦਾ ਸਕੋਪ ਕੀ ਹੈਗਾ ਉੱਥੇ, ਕੀ ਉੱਥੇ ਉਹਨਾਂ ਨੂੰ ਕਾਮਯਾਬੀ ਹਾਸਲ ਹੋ ਸਕਦੀ ਹੈ। ਅਮਨ ਜੀ, ਇੱਥੇ ਮੈਂ ਇੱਕ ਚੀਜ਼ ਹਾਈਲਾਈਟ ਕਰਨਾ ਚਾਹੂੰਗਾ ਕਿ ਡਾਇਰੈਕਟ ਵਰਕ ਵੀਜ਼ਾ ਲੈਣਾ ਮੁਸ਼ਕਿਲ ਹੈਗਾ। ਜਿਹੜਾ ਨਿਊਜ਼ੀਲੈਂਡ ਗਵਰਨਮੈਂਟ ਦਾ ਜਿਹੜਾ ਇਸ ਟਾਈਮ ਜਿਹੜਾ ਪ੍ਰੋਗਰਾਮ ਹੈਗਾ ਉਹ ਹੈਗਾ ਕਿ ਤੁਸੀਂ ਸਟੱਡੀ ਕਰਨ ਵਾਸਤੇ ਆਓ ਤੇ ਸਟੱਡੀ ਕਰਨ ਤੋਂ ਬਾਅਦ ਤੁਹਾਨੂੰ ਡਿਪੈਂਡਿੰਗ ਅਪੋਨ ਤੁਸੀਂ ਕਿਹੜੀ ਸਟੱਡੀ ਕਰ ਰਹੇ ਹੋ ਉਹਦੇ ਅਕੋਰਡਿੰਗਲੀ ਤੁਹਾਨੂੰ ਅਪ ਟੂ 3 ਇਅਰਸ ਦਾ ਵਰਕ ਵੀਜ਼ਾ ਜਿਹੜਾ ਤੁਸੀਂ ਹਾਸਲ ਕਰ ਸਕਦੇ ਹੋ। ਤੇ ਉਸ ਵਰਕ ਵੀਜ਼ਾ ਦੇ ਦੌਰਾਨ ਤੁਹਾਨੂੰ ਇੱਕ ਸਕਿਲਡ ਇੰਪਲੋਇਮੈਂਟ ਜਿਹੜੀ ਆਪਾਂ ਬੋਲਦੇ ਹਾਂ ਉਹ ਸਿਕਿਉਰ ਕਰਨੀ ਹੈ, ਜਿਹਦੇ ਬੇਸਿਸ ਤੇ ਜਿਹੜਾ ਇਹਨਾਂ ਦਾ ਸਕਿਲਡ ਮਾਈਗ੍ਰੈਂਟ ਕੈਟੇਗਰੀ ਰੈਜ਼ੀਡੈਂਸ ਪ੍ਰੋਗਰਾਮ ਹੈਗਾ, ਪੁਆਇੰਟ ਬੇਸ ਸਿਸਟਮ ਪ੍ਰੋਗਰਾਮ, ਤੇ ਉਹਦੇ ਬੇਸਿਸ ਤੇ ਤੁਸੀਂ ਆਪਣੀ ਜਿਹੜੀ PR ਫਾਈਲ ਕਰ ਸਕਦੇ ਹੋ। ਤੇ ਜਿਹੜੀ ਪ੍ਰੋਗਰਾਮ ਦੀ ਚੋਣ ਹੈ ਉਹ ਬਹੁਤ ਜ਼ਰੂਰੀ ਹੈ, ਬਿਕੋਜ਼ ਮੋਸਟਲੀ ਜਿਹੜੇ ਸਟੂਡੈਂਟ ਪੰਜਾਬ ਤੋਂ ਆਉਂਦੇ ਨੇ, ਜਿਵੇਂ ਤੁਸੀਂ ਹਾਈਲਾਈਟ ਕੀਤਾ ਸਟਾਰਟਿੰਗ ਦੇ ਵਿੱਚ ਕਿ ਜਿਹੜੇ ਲੋਕਲ ਏਜੰਟ ਹੈਗੇ ਉਹਨਾਂ ਦੇ ਸ਼ਿਕਾਰ ਹੋ ਕੇ ਗਲਤ ਟਰੈਕ ਫੋਲੋ ਕਰ ਲੈਂਦੇ ਨੇ, ਤੇ ਉਹ ਦੈਟਸ ਅ ਬਿਗੇਸਟ ਪ੍ਰੋਬਲਮ। ਜਿਹੜੇ ਕਰਕੇ ਜਿਹੜਾ ਸਹੀ ਕੋਰਸ ਜਿਹੜਾ ਹੈਗਾ ਔਰ ਜਿਹੜਾ ਸਹੀ ਕਾਲਜ ਹੈ ਉਹਦੀ ਚੋਣ ਜਿਹੜੀ ਹੈ ਬਹੁਤ ਜ਼ਰੂਰੀ ਹੈ, ਤਾਂ ਕਿ ਜਿਹੜਾ ਆਪਣਾ ਭਵਿੱਖ ਹੈ ਉਹਨੂੰ ਇੱਕ ਸਿਕਿਉਰ ਤਰੀਕੇ ਨਾਲ ਪ੍ਰੋਜੈਕਸ਼ਨ ਕਰ ਸਕੋ। ਜੀ। ਸੋ ਜਿੱਦਾਂ ਤੁਸੀਂ ਦੱਸਿਆ ਕਿ
ਜਿਹੜੀ ਪ੍ਰੋਗਰਾਮ ਦੀ ਚੋਣ ਹੈਗੀ ਹੈ, ਪ੍ਰੋਗਰਾਮ ਦੀ ਚੋਣ ਨਹੀਂ ਪਤਾ ਲੱਗਦੀ ਕਈ ਵਿਦਿਆਰਥੀਆਂ ਨੂੰ ਕਿ ਉਹਨਾਂ ਨੂੰ ਕਿਹੜੇ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੀਦਾ, ਉੱਥੇ ਕੀ ਜ਼ਿਆਦਾ ਉਹਨਾਂ ਨੂੰ ਬੈਨੀਫਿਟ ਮਿਲ ਸਕਦਾ ਹੈ। ਤੁਸੀਂ ਜਿੱਦਾਂ ਦੱਸਿਆ ਕਿ ਡਾਇਰੈਕਟ ਵੀਜ਼ਾ ਇਸ ਵੇਲੇ ਬਹੁਤ ਔਖਾ ਹੈਗਾ ਕਿਉਂਕਿ ਲੋਕਡਾਊਨ ਦੇ ਕਰਕੇ ਕਾਫੀ ਸਰਹੱਦਾਂ ਵੀ ਬੰਦ ਹੈਗੀਆਂ ਨੇ ਤੇ ਕੌਮਾਂਤਰੀ ਉਡਾਨਾਂ ਵੀ ਬੰਦ ਹੈਗੀਆਂ ਨੇ। ਸੋ ਇਹਦੇ ਵਿਚਾਲੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਡਾਇਰੈਕਟ ਵੀਜ਼ਾ ਔਖਾ ਹੈਗਾ ਇਹਦੇ ਲਈ ਮਤਲਬ ਕਿ ਹੋਰ ਕੀ ਰਾਹ ਹੈਗੇ ਨੇ, ਕੋਈ ਜੇ ਬੰਦਾ ਉੱਥੇ ਜਾਣਾ ਚਾਹੁੰਦਾ ਤਾਂ ਕਿਵੇਂ ਵੀਜ਼ਾ ਲਗਵਾ ਸਕਦਾ ਹੈ? ਅਗਰ ਕੋਈ ਆਪਣੇ ਆਪ ਨੂੰ ਉੱਥੇ ਸਿਕਿਉਰ ਕਰਨਾ ਚਾਹੁੰਦਾ ਜਾਂ ਫਿਰ ਮਤਲਬ ਕਿ ਪਰਮਾਨੈਂਟ ਰੈਜ਼ੀਡੈਂਸ ਅਪਲਾਈ ਕਰਨਾ ਚਾਹੁੰਦਾ ਤੇ ਜਿਵੇਂ ਮੈਂ ਹਾਈਲਾਈਟ ਕੀਤਾ ਕਿ ਸਟੱਡੀ ਵੀਜ਼ਾ ਇਜ਼ ਦਾ ਓਨਲੀ ਆਪਸ਼ਨ। ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰੋ। ਅਗਰ ਤੁਸੀਂ 12ਵੀਂ ਪਾਸ ਹੈਗੇ ਹੋ ਤੇ ਅਕੋਰਡਿੰਗਲੀ ਜਿਹੜੀ ਵੀ ਤੁਸੀਂ ਫਸਟ ਆਪਣੀ ਟਰਸ਼ਰੀ ਕੁਆਲੀਫਿਕੇਸ਼ਨ ਕਰਨਾ ਚਾਹੁੰਦੇ ਹੋ, ਉਹ ਕੁਕਰੀ ਵੀ ਹੋ ਸਕਦੀ ਹੈ, ਬੇਕਰੀ ਵੀ ਹੋ ਸਕਦੀ ਹੈ, ਹਸਪੀਟੈਲਿਟੀ ਵੀ ਹੋ ਸਕਦੀ ਹੈ, ਐਂਡ ਇਟ ਕੈਨ ਬੀ ਐਨੀ ਅਦਰ ਟੈਕਨੀਕਲ ਪ੍ਰੋਗਰਾਮ ਐਜ਼ ਵੈਲ, ਜਿਵੇਂ ਇੰਜੀਨੀਅਰਿੰਗ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਜਿਨ੍ਹਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਨਿਊਜ਼ੀਲੈਂਡ ਦੇ ਵਿੱਚ, IT ਹੋ ਗਿਆ। ਤੇ ਅਗਰ ਤੁਸੀਂ ਇੱਕ ਸਹੀ ਪ੍ਰੋਗਰਾਮ ਸਿਲੈਕਟ ਕਰਦੇ ਹੋ ਤੇ ਅੱਗੇ ਤੁਸੀਂ ਸਿਕਿਉਰ ਕਰ ਸਕਦੇ ਹੋ ਆਪਣੇ ਆਪ ਨੂੰ। ਜਿਹੜੇ ਆਲਰੇਡੀ ਬੈਚਲਰ ਡਿਗਰੀ ਹੋਲਡਰ ਹੈਗੇ ਆ, ਜਿਨ੍ਹਾਂ ਨੇ ਆਲਰੇਡੀ ਆਪਣੀ ਬੈਚਲਰਸ ਜਾਂ ਫਿਰ ਡਿਪਲੋਮਾ ਆਲਰੇਡੀ ਕੰਪਲੀਟ ਕਰ ਚੁੱਕੇ ਇੰਡੀਆ ਦੇ ਵਿੱਚ, ਉਹ ਆਪਣਾ ਗ੍ਰੈਜੂਏਟ ਡਿਪਲੋਮਾ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਲਈ ਜਾ ਸਕਦੇ, ਜਿਹਦੇ ਨਾਲ ਤੁਸੀਂ ਅਪ ਟੂ 3 ਇਅਰਸ ਦਾ ਜਿਹੜਾ ਵਰਕ ਵੀਜ਼ਾ ਸਿਕਿਉਰ ਕਰ ਸਕਦੇ ਹੋ। ਜੀ ਜੇ ਆਪਾਂ ਗੱਲ ਕਰੀਏ PR ਦੀ, ਕਿਉਂਕਿ ਹਰੇਕ ਵਿਦਿਆਰਥੀ ਨਹੀਂ ਹੁੰਦਾ ਕਿ ਅਸੀਂ PR ਹਾਸਲ ਕਰ ਲਈਏ, तो PR हासिल करने के लिए वो प्रोसैस की है, खास तौर पर विद्यार्थियों को किहड़ी गल्लां दा खास ध्यान रखना पैंदा, कई बार एन मौके ते जाके रिजैक्शन भी लग जाती है। सो विद्यार्थी उस लिए किस तरह पहले ही प्रिपेयर हो सकते हैं? सब तो पहले जो तुसी अपने प्रोग्राम की सिलेक्शन कर रहे हो तो रिसर्च जी सब तो ज़्यादा जरूरी है। मैं हमेशा बोलता तो तुसी अपनी रिसर्च जी बखूबी करो। जिस भी खिते तुसी बिलोंग करते हो, चाहे वो कुकरी है या फिर तुसी टैक्नीकल बैकग्राउंड तो बिलोंग करते हो या फिर तुसी इंजीनियरिंग बैकग्राउंड तो बिलोंग करते हो, तो अगर तुसी सही कोर्स ਲਈ ਆਓਗੇ ਤੁਹਾਨੂੰ ਸਹੀ ਸਕਿੱਲਸ ਜਿਹੜੀਆਂ ਹੈਗੀਆਂ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਤੁਹਾਨੂੰ ਚਾਹੀਦੀਆਂ ਆਪਣੇ ਆਪ ਨੂੰ ਸਕਸੈਸ ਹੋਣ ਦੇ ਲਈ, ਉਹ ਤੁਸੀਂ ਗੇਨ ਕਰ ਸਕਦੇ ਹੋ ਉਸ ਪ੍ਰੋਗਰਾਮ ਦੇ ਅਰਾਊਂਡ। ਤੇ ਅੱਗੇ ਚੱਲ ਕੇ ਜਿਹੜਾ ਤੁਹਾਡਾ ਪੋਸਟ ਸਟੱਡੀ ਵਰਕ ਵੀਜ਼ਾ ਤੁਹਾਨੂੰ ਮਿਲੂਗਾ, ਉਸ ਟਾਈਮ ਤੇ ਤੁਸੀਂ ਸਕਿਲਡ ਇੰਪਲੋਇਮੈਂਟ ਜਿਹੜੀ ਹੈਗੀ ਹੈ ਉਹ ਫਾਈਂਡ ਆਊਟ ਕਰੋ, ਜਿਹੜੀ ਕਿ ਤੁਹਾਡੇ ਪ੍ਰੋਗਰਾਮ ਨਾਲ ਰਿਲੇਟਡ ਹੋਣੀ ਚਾਹੀਦੀ ਹੈ। ਤੇ ਜਿਹੜਾ ਰੈਜ਼ੀਡੈਂਸ ਪ੍ਰੋਗਰਾਮ ਹੈਗਾ ਉਹ ਬੇਸਿਕਲੀ ਸਕਿਲਡ ਮਾਈਗ੍ਰੈਂਟ ਕੈਟਾਗਰੀ ਪ੍ਰੋਗਰਾਮ ਜਿਹਨੂੰ ਆਪਾਂ ਬੋਲਦੇ ਹਾਂ, ਪੁਆਇੰਟ ਬੇਸ ਸਿਸਟਮ ਪ੍ਰੋਗਰਾਮ ਹੈ, ਜਿਹਦੇ ਵਿੱਚ ਕਿ ਤੁਹਾਨੂੰ ਏਜ ਦੇ ਪੁਆਇੰਟਸ ਮਿਲਦੇ ਨੇ, ਤੁਹਾਨੂੰ ਕੁਆਲੀਫਿਕੇਸ਼ਨ ਦੇ ਪੁਆਇੰਟਸ ਮਿਲਦੇ ਨੇ, ਤੁਹਾਡੀ ਜਿਹੜੀ ਸਕਿਲਡ ਇੰਪਲੋਇਮੈਂਟ ਹੈ ਉਹਦੇ ਪੁਆਇੰਟਸ ਮਿਲਦੇ ਨੇ। ਉਸ ਤੋਂ ਇਲਾਵਾ ਤੁਹਾਡੇ ਕੋਲ ਅਗਰ ਕੋਈ ਸਕਿਲਡ ਵਰਕ ਐਕਸਪੀਰੀਅੰਸ ਹੈਗਾ ਤੇ ਤੁਹਾਨੂੰ ਉਹਦੇ ਪੁਆਇੰਟਸ ਮਿਲਣਗੇ। ਅਗਰ ਤੁਸੀਂ ਆਪਣੀ ਪੂਰੀ ਅਗਰ ਤੁਸੀਂ ਮੈਰਿਡ ਹੈਗੇ ਹੋ, ਤੁਹਾਡੇ ਵਾਈਫ ਕੋਲ ਜਾਂ ਸਪਾਊਸ ਕੋਲ ਬੈਚਲਰਸ ਜਾਂ ਫਿਰ ਮਾਸਟਰ ਦੀ ਕੁਆਲੀਫਿਕੇਸ਼ਨ ਹੈਗੀ ਹੈ, ਉਹਨੂੰ ਅਸੈਸ ਕਰਾ ਕੇ ਤੁਸੀਂ ਉਹਦੇ ਵੀ ਪੁਆਇੰਟਸ ਗੇਨ ਕਰ ਸਕਦੇ ਹੋ। ਇਹ ਟੋਟਲ 160 ਪੁਆਇੰਟ ਜਿਹੜੇ ਉਹ ਚਾਹੀਦੇ ਹੁੰਦੇ ਆ PR ਅਪਲਾਈ ਕਰਨ ਦੇ ਲਈ। ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਕੈਟਾਗਰੀ ਵਾਈਜ਼ ਕੀ ਜਿਹੜੇ ਪੁਆਇੰਟਸ ਤੁਸੀਂ ਕਲੇਮ ਕਰ ਸਕਦੇ ਹੋ, ਉਹਦੇ ਅਕੋਰਡਿੰਗਲੀ ਅਗਰ ਤੁਹਾਡੇ 160 ਪੁਆਇੰਟ ਬਣ ਜਾਂਦੇ ਆ, ਤੁਸੀਂ ਸਾਰੀਆਂ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ, ਤੇ ਗਾਂ ਚੱਲ ਕੇ ਤੁਸੀਂ ਆਪਣੀ ਜਿਹੜਾ ਰੈਜ਼ੀਡੈਂਸ ਅਪਲਾਈ ਕਰ ਸਕਦੇ ਹੋ। ਤੇ ਕਿੰਨਾ ਕੁ ਲੰਮਾ ਸਮਾਂ ਲੱਗ ਜਾਂਦਾ ਹੈ PR ਹਾਸਲ ਕਰਨ ਦੇ ਵਿੱਚ? ਕੀ ਪ੍ਰੋਸੈਸ ਹੈਗਾ ਉੱਥੋਂ ਦਾ? ਕੀ ਟਾਈਮ ਬਾਉਂਡ ਹੁੰਦਾ ਕੋਈ ਇਸ ਵਿੱਚ? ਦੇਖੋ ਇਹਦੇ ਵਿੱਚ ਕੋਈ ਟਾਈਮ ਬਾਉਂਡੇਸ਼ਨ ਨਹੀਂ ਹੈ। ਬੇਸਿਕਲੀ ਜਿੰਨੀ ਜਲਦੀ ਤੁਸੀਂ ਆਪਣੇ ਸਕਿਲਡ ਇੰਪਲੋਇਮੈਂਟ ਹਾਸਿਲ ਕਰੋਗੇ ਤੇ ਆਪਣੇ 160 ਪੁਆਇੰਟ ਪੂਰੇ ਕਰੋਗੇ, ਯੂ ਵਿਲ ਬੀ ਐਲੀਜੀਬਲ ਟੂ ਕੁਆਲੀਫਾਈ ਫॉर द ਸੇਮ। ਫੋਰ ਐਗਜ਼ਾਮਪਲ ਅਗਰ ਤੁਸੀਂ ਲੈਟਸ ਸੇ ਅਗਰ ਤੁਸੀਂ ਬੈਚਲਰ ਡਿਗਰੀ ਕਰਨ ਵਾਸਤੇ ਆਉਂਦੇ ਹੋ, ਠੀਕ ਹੈ, ਬੈਚਲਰ ਡਿਗਰੀ ਕਰਨ ਵਾਸਤੇ ਆਉਂਦੇ ਹੋ, ਅਗਰ ਤੁਹਾਨੂੰ ਜੌਬ ਆਊਟਸਾਈਡ ਆਕਲੈਂਡ ਮਿਲਦੀ ਹੈ ਤੇ 160 ਪੁਆਇੰਟ ਬਣਨੇ ਬਹੁਤ ਈਜ਼ੀ ਹੋ ਜਾਂਦੇ ਆ, ਕਿਉਂਕਿ ਆਕਲੈਂਡ ਤੋਂ ਬਾਹਰ ਅਗਰ ਤੁਸੀਂ ਜੌਬ ਹਾਸਿਲ ਕਰਦੇ ਹੋ ਤੁਹਾਨੂੰ ਐਕਸਟਰਾ 30 ਬੋਨਸ ਪੁਆਇੰਟ ਮਿਲਦੇ ਉਸ ਚੀਜ਼ ਦੇ, ਤੇ ਉਹ ਡੈਫੀਨੇਟਲੀ ਕਿਤੇ ਨਾ ਕਿਤੇ ਬੈਨੀਫਿਟ ਕਰਦਾ ਹੈ। ਤੇ ਅਗਰ ਕੋਈ ਪੋਸਟ ਗ੍ਰੈਜੂਏਸ਼ਨ ਜਾਂ ਮਾਸਟਰਸ ਵਾਸਤੇ ਆ ਰਿਹਾ ਜਿਹੜਾ ਆਲਰੇਡੀ ਐਕਸਪੀਰੀਅੰਸ ਹੋਲਡਰ ਹੈ, ਬਿਕੋਜ਼ ਜੋ ਅਸੀਂ ਪਿਛਲੇ 2 ਸਾਲ ਤੋਂ ਨੋਟਿਸ ਕੀਤਾ ਕਿ ਜਦ ਦੇ ਨਿਊਜ਼ੀਲੈਂਡ ਗਵਰਨਮੈਂਟ ਨੇ 3 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਅਨਾਊਂਸ ਕੀਤਾ ਹੈ, ਤੇ ਮੋਸਟਲੀ ਜਿਹੜੇ ਸਟੂਡੈਂਟ ਸਾਡੇ ਕੋਲ ਜਿਹੜੀਆਂ ਇਨਕੁਆਇਰੀਜ਼ ਆਉਂਦੀਆਂ ਉਹ ਹੈਗੇ ਜਿਹੜੇ ਕਿ ਆਪਣੇ ਪੂਰੀ ਫੈਮਿਲੀ ਦੇ ਨਾਲ ਮਾਈਗ੍ਰੇਟ ਹੋਣਾ ਚਾਹੁੰਦੇ ਨੇ। ਤੇ ਉਸ ਕੇਸ ਦੇ ਵਿੱਚ ਕੀ ਹੈ ਕਿ ਆਲਰੇਡੀ ਐਕਸਪੀਰੀਅੰਸ ਹੁੰਦਾ ਉਹਨਾਂ ਕੋਲ, ਤੇ ਇੰਡੀਆ ਜਿਹੜਾ ਐਕਸਪੀਰੀਅੰਸ ਹੈ ਉਹਦੇ ਵੀ ਪੁਆਇੰਟਸ ਕਲੇਮ ਕਰਕੇ 160 ਪੁਆਇੰਟ ਜਿਹੜੇ ਹੈ ਉਹ ਪੂਰੇ ਹੋ ਜਾਂਦੇ ਆ। ਤਾਂ ਕਟਿੰਗ ਸ਼ਾਰਟ ਜਿਹੜਾ ਇਹਦਾ ਸਮਰਾਈਜ਼ ਜਿਹੜਾ ਆਨਸਰ ਹੈਗਾ, ਕਰੈਕਸ ਹੈਗਾ ਕਿ ਜਿੰਨੀ ਜਲਦੀ ਤੁਸੀਂ ਆਪਣਾ ਸਕਿਲਡ ਇੰਪਲੋਇਮੈਂਟ ਹਾਸਿਲ ਕਰੋਗੇ, 160 ਪੁਆਇੰਟ ਪੂਰੇ ਕਰੋਗੇ, ਤੇ ਉਹਦੇ ਬੇਸਿਸ ਤੇ ਤੁਸੀਂ ਰੈਜ਼ੀਡੈਂਸ ਅਪਲਾਈ ਕਰ ਸਕਦੇ ਹੋ। ਮੇਰੇ ਕੋਲ ਕੁਝ ਐਵੇਂ ਦੇ ਕੇਸਿਸ ਵੀ ਆਉਂਦੇ ਜਿਹੜੇ ਕਿ ਜਿਨ੍ਹਾਂ ਨੇ ਸਟੱਡੀ ਕੰਪਲੀਟ ਕੀਤੀ ਉਸ ਤੋਂ 3-4 ਮਹੀਨੇ ਬਾਅਦ ਹੀ ਉਹਨਾਂ ਦੀ ਜੌਬ ਲੱਗ ਜਾਂਦੀ ਹੈ, ਐਂਡ ਦੇ ਆਰ ਐਲੀਜੀਬਲ ਟੂ ਅਪਲਾਈ ਫॉर द ਰੈਜ਼ੀਡੈਂਸ। ਔਰ ਕਈ ਇੱਦਾਂ ਦੇ ਵੀ ਹੈ ਕਿ ਜਿਹੜੇ ਕਿ ਗਲਤ ਪ੍ਰੋਗਰਾਮ ਚਾਹੁੰਦੇ ਹੈ ਔਰ ਸਕਿੱਲਸ ਨਹੀਂ ਹਾਸਿਲ ਕਰ ਪਾਉਂਦੇ ਔਰ 3-3 4-4 ਸਾਲ ਸਟਰਗਲ ਕਰਦੇ ਔਰ ਤਾਂ ਵੀ ਉਹਨਾਂ ਨੂੰ ਸਕਸੈਸ ਹਾਸਿਲ ਨਹੀਂ ਹੁੰਦੀ। ਔਰ ਕੁਝ ਐਵੇਂ ਦੇ ਐਪਲੀਕੈਂਟ ਵੀ ਹੈਗੇ ਜਿਹੜੇ ਕਿ ਪਿਛਲੇ 8-8 10-10 ਸਾਲ ਤੋਂ ਜਿਹੜੇ ਸਟਕ ਹੈਗੇ, ਤੇ ਉਹਦਾ ਇੱਕੋ ਇੱਕ ਰੀਜ਼ਨ ਹੈ ਕਿ ਅਗਰ ਉਹ ਗਲਤ ਪ੍ਰੋਗਰਾਮ ਚਾਹੇ ਜਾਂ ਫਿਰ ਉਹਨਾਂ ਨੇ ਆਪਣੀ ਜਿਹੜੀ ਸਟ੍ਰੈਟਜੀ ਹੈ ਪਲਾਨ ਆਊਟ ਸਹੀ ਤਰੀਕੇ ਨਾਲ ਨਹੀਂ ਕੀਤੀ, ਜਿਹਦੇ ਕਰਕੇ ਉਹ ਸਟਰਗਲ ਕਰ ਰਹੇ ਨੇ।
ਜੀ ਸੋ ਪਵਨਦੀਪ ਜੀ, ਇਹ ਵੀ ਮੈਂ ਜਾਣਨਾ ਚਾਹਾਂਗਾ ਕਿਉਂਕਿ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਹੋ, ਕਿੰਨਾ ਕੁ ਸਮਾਂ ਤੁਹਾਨੂੰ ਹੋ ਗਿਆ ਨਿਊਜ਼ੀਲੈਂਡ ਦੇ ਵਿੱਚ ਰਹਿੰਦਿਆਂ ਇੱਥੇ, ਤੇ ਆਪਣੀ ਪੰਜਾਬੀ ਜਿਹੜੀ ਵਸੋਂ ਹੈਗੀ ਹੈ ਉਹ ਜ਼ਿਆਦਾਤਰ ਕਿਹੜੇ ਖੇਤਰਾਂ ਦੇ ਵਿੱਚ ਹੈਗੀ ਹੈ ਕਿ ਜਿਹੜੇ ਇੱਥੋਂ ਵਿਦਿਆਰਥੀ ਜੇ ਸਟੂਡੈਂਟ ਵੀਜ਼ਾ ਉੱਥੇ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਆਈਡੀਆ ਲੱਗ ਜਾਏ ਕਿ ਇਹ ਜਿਹੜੀ ਯੂਨੀਵਰਸਿਟੀਆਂ ਹੈਗੀਆਂ ਨੇ ਇੱਥੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਜ਼ਿਆਦਾ ਰਹਿੰਦੇ ਨੇ, ਉਹ ਜ਼ਿਆਦਾ ਕੰਫਰਟ ਫੀਲ ਕਰਦੇ ਨੇ ਉਹਨਾਂ ਦੇ ਵਿੱਚ। ਬਿਲਕੁਲ। ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿ ਮੈਂ 2011 ਦੇ ਵਿੱਚ ਨਿਊਜ਼ੀਲੈਂਡ ਆਇਆ ਸੀਗਾ ਸਟੱਡੀ ਵੀਜ਼ਾ ਤੇ। ਮੈਂ ਆਪਣੀ ਬੈਚਲਰ ਡਿਗਰੀ ਇੰਡੀਆ ਕਰਕੇ ਸਟੱਡੀ ਵੀਜ਼ਾ ਤੇ ਇੱਥੇ ਆਇਆ ਸੀਗਾ। ਆਪਣੀ AUT ਯੂਨੀਵਰਸਿਟੀ ਜਿਹੜੀ ਵਨ ਆਫ ਦੀ ਟੌਪ ਯੂਨੀਵਰਸਿਟੀ ਹੈ ਨਿਊਜ਼ੀਲੈਂਡ ਦੀ, ਉੱਥੇ ਪੜ੍ਹਾਈ ਕੀਤੀ। ਉਸ ਤੋਂ ਬਾਅਦ IT ਸੈਕਟਰ ਦੇ ਵਿੱਚ ਜੌਬ ਕੀਤੀ ਹੈ ਔਰ PR ਹਾਸਿਲ ਕਰਨ ਤੋਂ ਬਾਅਦ ਮੈਂ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਐਂਟਰ ਕੀਤਾ ਹੈ। ਅਤੇ ਮੈਂ ਉਸ ਪੂਰੇ ਪ੍ਰੋਸੈਸ ਤੋਂ ਵਾਕਿਫ ਹਾਂ ਕਿ ਕੀ ਜਿਹੜੀ ਸਟਰਗਲ ਹੁੰਦੀ ਹੈ ਔਰ ਕੀ ਪ੍ਰੋਸੈਸ ਰਹਿੰਦਾ ਐਂਡ ਆਲ ਦੋਜ਼ ਥਿੰਗਸ। ਉਸ ਤੋਂ ਇਲਾਵਾ ਅਗਰ ਤੁਸੀਂ ਗੱਲ ਕਰੋ ਕਿ ਕਿੱਥੇ ਕਿੱਥੇ ਪੰਜਾਬੀ ਵਸਦੇ ਨੇ, ਸਭ ਤੋਂ ਜ਼ਿਆਦਾ ਪੰਜਾਬੀ ਜਿਹੜੇ ਆਕਲੈਂਡ 'ਚ ਹੈਗੇ ਨੇ ਔਰ ਸਭ ਤੋਂ ਜ਼ਿਆਦਾ ਕਾਲਜਿਸ ਵੀ ਜਿਹੜੇ ਆਕਲੈਂਡ ਵਿੱਚ ਹੀ ਹੈਗੇ ਨੇ। ਉਸ ਤੋਂ ਇਲਾਵਾ ਅਗਰ ਤੁਸੀਂ ਆਕਲੈਂਡ ਤੋਂ ਬਾਹਰ ਜਾਓ ਤਾਂ ਹੈਮਿਲਟਨ ਆਪਣਾ ਨੈਕਸਟ ਜਿਹੜਾ ਸੈਕਟਰ ਹੈਗਾ ਜਿਹਦੇ 'ਚ ਤੁਹਾਨੂੰ ਆਪਣਾ ਇੰਡੀਅਨ ਜਾਂ ਫਿਰ ਪੰਜਾਬੀ ਮਿਲਣਗੇ। ਉਸ ਤੋਂ ਬਾਅਦ ਰੋਟੋਰੂਆ, ਟੋਰੰਗਾ, ਵਿਲਿੰਗਟਨ ਜਿਹੜੀ ਕਿ ਕੈਪੀਟਲ ਹੈਗੀ ਹੈ ਨਿਊਜ਼ੀਲੈਂਡ ਦੀ, ਉੱਥੇ ਵੀ ਤੁਹਾਨੂੰ ਮਿਲਣਗੇ। ਉਸ ਤੋਂ ਇਲਾਵਾ ਅਗਰ ਤੁਸੀਂ ਸਾਊਥ ਆਈਲੈਂਡ ਜਾਂਦੇ ਹੋ ਤਾਂ ਤੁਹਾਨੂੰ ਕ੍ਰਾਈਸਟਚਰਚ ਜਿਹੜੀ ਕਿ ਸਾਊਥ ਆਈਲੈਂਡ ਦੀ ਸਭ ਤੋਂ ਵੱਡੀ ਸਿਟੀ ਹੈ, ਉੱਥੇ ਵੀ ਜਿਹੜੇ ਪੰਜਾਬੀ ਹੈ ਉਹ ਕਾਫੀ ਹੈਗੇ ਨੇ। ਸੋ ਕਈ ਦੇਸ਼ਾਂ ਵਿੱਚ ਆਪਾਂ ਦੇਖਿਆ ਕਿ ਕਈ ਹੇਟ ਕ੍ਰਾਈਮ ਵੱਧਦੇ ਨੇ, ਤੇ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿਦਿਆਰਥੀਆਂ ਦੇ ਵੀ ਮਨ 'ਚ ਇਹ ਜ਼ਰੂਰ ਹੁੰਦਾ ਹੈ ਕਿ ਉੱਥੋਂ ਦਾ ਮਾਹੌਲ ਕਿਹੋ ਜਿਹਾ ਹੈਗਾ, ਇਸ ਨੂੰ ਲੈ ਕੇ ਉੱਥੋਂ ਦੇ ਲੋਕਾਂ ਦੀ ਸੋਚ ਕੀ ਹੈਗੀ ਹੈ, ਕਿਉਂਕਿ ਵੱਖ-ਵੱਖ ਭਾਈਚਾਰਿਆਂ ਦੇ ਜਿਹੜੇ ਲੋਕ ਹੈਗੇ ਨੇ ਉਹ ਨਿਊਜ਼ੀਲੈਂਡ ਦੇ ਵਿੱਚ ਵਸੇ ਹੋਏ ਨੇ। ਸੋ ਨਿਊਜ਼ੀਲੈਂਡ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਇੱਥੋਂ ਦਾ ਮਾਹੌਲ ਕੀ ਹੈਗਾ ਕਿ ਹੇਟ ਕ੍ਰਾਈਮ ਦੀ ਜਿਹੜੀ ਘਟਨਾਵਾਂ ਹੈਗੀਆਂ ਨੇ ਉਹ ਕੌਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਜ਼ਿਆਦਾ ਨੇ ਜਾਂ ਘੱਟ ਨੇ? ਪਰਸਨਲੀ ਅਗਰ ਮੈਂ ਗੱਲ ਕਰਾਂ, ਬਿਕੋਜ਼ ਮੈਂ ਕਾਫੀ ਸਟੂਡੈਂਟਸ ਦੇ ਨਾਲ ਡੀਲ ਕਰਦਾ ਜਾਂ ਇਮੀਗ੍ਰੈਂਟਸ ਦੇ ਨਾਲ ਡੀਲ ਕਰਦਾ, ਮੈਨੂੰ ਅੱਜ ਤੱਕ ਐਵੇਂ ਦਾ ਕੋਈ ਵੀ ਮੇਰੇ ਨਾਲ ਜਾਂ ਫਿਰ ਕਿਸੇ ਦੇ ਥਰੂ ਮੈਂ ਸੁਣਿਆ ਨਹੀਂ ਹੈ ਕਿ ਕਿਸੇ ਨਾਲ ਕੋਈ ਨੈਗੇਟਿਵ ਕੀ ਕਹਿੰਦੇ ਆਪਣਾ ਐਕਸਪੀਰੀਅੰਸ ਹੋਇਆ ਹੋਏ। ਅਤੇ ਸੋ ਫਾਰ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਐਵੇਂ ਦੀ ਦਿੱਕਤ ਹੈਗੀ ਹੈ। ਔਰ ਮਾਹੌਲ ਜਿਹੜਾ ਬਹੁਤ ਵਧੀਆ ਹੈਗਾ, ਬਿਕੋਜ਼ ਜਿਹੜੇ ਇੱਥੇ ਦੇ ਆਪਣਾ ਨੇਟਿਵ ਹੈਗੇ ਨੇ ਉਹ ਬਹੁਤ ਹੀ ਰਿਸਪੈਕਟ ਕਰਦੇ ਨੇ ਤੁਹਾਡੀ ਇਮੀਗ੍ਰੈਂਟਸ ਦੀ ਵੀ, ਔਰ ਮੈਨੂੰ ਐਸਾ ਕੋਈ ਕਦੀ ਦਿੱਕਤ ਨਹੀਂ ਦਿਖੀ। ਜੀ 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 ਸੋ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਦੁਬਾਰਾ ਦੱਸਦਾ ਕਿ ਤੁਸੀਂ ਸਾਡਾ ਪ੍ਰੋਗਰਾਮ ਲਾਈਵ ਦੇਖ ਰਹੇ ਹੋ ਹੈਲੋ ਪੰਜਾਬ। ਅੱਜ ਅਸੀਂ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਨਿਯਮਾਂ ਦੇ ਉੱਤੇ ਚਰਚਾ ਕਰ ਰਹੇ ਹਾਂ, ਤੇ ਚਰਚਾ ਸਟੂਡੈਂਟ ਵੀਜ਼ਾ ਦੇ ਉੱਤੇ ਵੀ ਹੋ ਰਹੀ ਹੈ, ਵਰਕ ਵੀਜ਼ਾ ਦੇ ਉੱਤੇ ਵੀ ਹੋਏਗੀ, ਤੇ ਨਾਲ ਹੀ ਜਿਹੜੇ ਵਿਦਿਆਰਥੀ ਸਟਕ ਹੋਏ ਪਏ ਨੇ ਜਾਂ ਉਹਨਾਂ ਦੇ ਵਿੱਚ ਜਿਹੜੇ ਇੱਥੇ ਆਰਜ਼ੀ ਵੀਜ਼ਾ ਧਾਰਕ ਸੀ ਉਹ ਭਾਰਤ ਵਿੱਚ ਸਟਕ ਹੋਏ ਨੇ ਲੋਕਡਾਊਨ ਦੇ ਕਰਕੇ, ਕੌਮਾਂਤਰੀ ਸਰਹੱਦਾਂ ਅਤੇ ਪਾਬੰਦੀਆਂ ਦੇ ਕਰਕੇ। ਸੋ ਉਹ ਵੀ ਜੇ ਪ੍ਰੋਗਰਾਮ ਦੇਖ ਰਹੇ ਹੋ ਤਾਂ ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲ ਰਹੇ ਨੇ ਉਸ ਉੱਤੇ ਕਾਲ ਕਰਕੇ ਤੁਸੀਂ ਸਿੱਧੀ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਨਿਊਜ਼ੀਲੈਂਡ ਤੋਂ ਸਾਡੇ ਨਾਲ ਪਵਨਦੀਪ ਸਿੰਘ ਜੀ ਜੁੜੇ ਹੋਏ ਨੇ ਜੋ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਨੇ, ਕਿਵਿਆਨਾ ਇਮੀਗ੍ਰੇਸ਼ਨ ਦੇ ਮਾਲਕ ਨੇ ਤੇ ਨਿਰਦੇਸ਼ਕ ਨੇ। ਤੋਂ ਨਿਊਜ਼ੀਲੈਂਡ ਦੇ ਜਿਹੜੇ ਇਮੀਗ੍ਰੇਸ਼ਨ ਪਾਲਿਸੀਆਂ ਨੇ ਉਸ ਸੰਬੰਧੀ ਕੋਈ ਵੀ ਜਿਹੜੀ ਤੁਸੀਂ ਜਾਣਕਾਰੀ ਹੈ ਉਹ ਸਕਰੀਨ ਦੇ ਉੱਤੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਬਿਲਕੁਲ ਮੁਫਤ ਲੈ ਸਕਦੇ ਹੋ। ਸੋ ਪਵਨਦੀਪ ਜੀ, ਜੇ ਆਪਾਂ ਗੱਲ ਕਰੀਏ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ, ਉਹਨਾਂ ਦੇ ਵਿੱਚ ਸੁਪਨਾ ਹੁੰਦਾ ਕਿ ਨਿਊਜ਼ੀਲੈਂਡ ਜਾਣਾ ਹੈ, ਤੇ ਤੁਸੀਂ ਜਿੱਦਾਂ ਦੱਸਿਆ ਕਿ ਨਿਊਜ਼ੀਲੈਂਡ ਦਾ ਮਾਹੌਲ ਬੜਾ ਵਧੀਆ ਹੈਗਾ ਕੌਮਾਂਤਰੀ ਵਿਦਿਆਰਥੀਆਂ ਦੇ ਲਈ, ਇੱਥੇ ਹੇਟ ਕ੍ਰਾਈਮ ਦੀਆਂ ਵਰਗੀਆਂ ਘਟਨਾਵਾਂ ਨਹੀਂ ਵਾਪਰਦੀਆਂ, ਜਦਕਿ ਦੂਜੇ ਕਈ ਕੰਟਰੀਆਂ ਦੇ ਵਿੱਚ ਅਮਰੀਕਾ ਦੀ ਗੱਲ ਕਰੀਏ ਤੇ ਕੈਨੇਡਾ ਦੀ ਗੱਲ ਕਰੀਏ ਉੱਥੇ ਕਈ ਪਿਛਲੇ ਦਿਨਾਂ ਵਿੱਚ ਘਟਨਾਵਾਂ ਜ਼ਰੂਰ ਵਾਪਰੀਆਂ ਨੇ। ਸੋ ਆਪਾਂ ਜੇ ਗੱਲ ਕਰੀਏ ਸਕਿਲਡ ਵਰਕਰਾਂ ਦੀ, ਕਿਉਂਕਿ ਸਕਿਲਡ ਵਰਕਰ ਅੱਜ ਵਿਦੇਸ਼ਾਂ ਨੂੰ ਬਹੁਤ ਜ਼ਿਆਦਾ ਚਾਹੀਦੇ ਹੁੰਦੇ ਨੇ, ਪਰ ਲੋਕਡਾਊਨ ਕਰਕੇ ਕਈ ਲੋਕ ਬੇਰੁਜ਼ਗਾਰ ਵੀ ਹੋਏ ਨੇ, ਹੁਣ ਕਈਆਂ ਨੂੰ ਉੱਥੋਂ ਭਾਰਤ ਵਾਪਸ ਵੀ ਪਰਤਣਾ ਪਿਆ। ਤੇ ਨਿਊਜ਼ੀਲੈਂਡ ਦੀ ਆਪਾਂ ਗੱਲ ਕਰੀਏ, ਨਿਊਜ਼ੀਲੈਂਡ ਨੇ ਸਕਿਲਡ ਵਰਕਰਾਂ ਦੀ ਕਦਰ ਪਾਈ ਹੈ ਉੱਥੇ ਇਸ ਲੋਕਡਾਊਨ ਦੇ ਦਰਮਿਆਨ, ਜਾਂ ਉੱਥੇ ਵੀ ਛਾਂਟੀ ਹੋਈ ਹੈ? ਡੈਫੀਨੇਟਲੀ ਜਦ ਤੱਕ ਕਰੋਨਾ ਦਾ ਪੂਰਾ ਕਿੱਸਾ ਹੋਇਆ ਤੇ ਡਿਊਰਿੰਗ ਦਾ ਲੋਕਡਾਊਨ ਪੀਰੀਅਡ ਜਿੰਨੇ ਵੀ ਹੈਲਥ ਪ੍ਰੋਫੈਸ਼ਨਲ ਸੀਗੇ, ਜਿਹੜੇ ਕਿ ਹੈਲਥ ਰਿਲੇਟਡ ਪ੍ਰੋਫੈਸ਼ਨ, ਜਿਹੜੇ ਹੈਲਥ ਕੇਅਰ ਵਰਕਰ ਹੈਗੇ ਆ, ਫਿਰ ਨਰਸਿਸ ਹੈਗੀਆਂ, ਜਿਹਨਾਂ ਨੂੰ ਸਿਰਫ 20 ਘੰਟੇ ਅਲਾਉਡ ਸੀਗੇ ਪਹਿਲੇ ਕੰਮ ਕਰਨਾ, ਤੇ ਬਿਕੋਜ਼ ਆਫ ਦਿਸ ਕਰੋਨਾ ਕਿਉਂਕਿ ਉਹਨਾਂ ਦੀ ਡਿਮਾਂਡ ਕਾਫੀ ਹੈਗੀ ਹੈ, ਤੇ ਨਿਊਜ਼ੀਲੈਂਡ ਸਰਕਾਰ ਨੇ ਉਹਨਾਂ ਦੇ 3 ਮਹੀਨੇ ਵਾਸਤੇ ਜਿਹੜੀ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਉਹ 20 ਘੰਟੇ ਤੋਂ ਉੱਪਰ ਵੀ ਕੰਮ ਕਰ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਕਿ ਰਿਟੇਲ ਸਟੋਰਸ ਦੇ ਵਿੱਚ ਕੰਮ ਕਰਦੇ ਸੀਗੇ ਸਟੂਡੈਂਟਸ, ਜਿਹੜੇ ਸਿਰਫ 20 ਘੰਟੇ ਕਰ ਪਾ ਰਹੇ ਸੀਗੇ, ਔਰ ਉਹਨਾਂ ਨੂੰ ਡਿਊਰਿੰਗ ਦਾ ਲੋਕਡਾਊਨ ਪੀਰੀਅਡ ਇਜਾਜ਼ਤ ਦਿੱਤੀ ਗਈ ਕਿ ਤੁਸੀਂ ਐਕਸਟਰਾ ਕੰਮ ਕਰ ਸਕਦੇ ਹੋ। ਤੇ ਡੈਫੀਨੇਟਲੀ ਮੈਂ ਬੋਲੂੰਗਾ ਕਿ ਨਿਊਜ਼ੀਲੈਂਡ ਗਵਰਨਮੈਂਟ ਨੇ ਡੈਫੀਨੇਟਲੀ ਉਹਨਾਂ ਦੀ ਕਦਰ ਪਾਈ ਹੈ, ਔਰ ਖਾਸ ਕਰਕੇ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ ਹੈਗੇ ਹੈ ਉਹਨਾਂ ਦੀ ਡਿਮਾਂਡ ਜਿਹੜੀ ਹੈ ਉਹ ਹੁਣੇ ਵੀ ਔਰ ਆਉਣ ਵਾਲੇ ਟਾਈਮ 'ਚ ਜਿਹੜੀ ਹੋਰ ਵਧਣੀ ਹੈ, ਬਿਕੋਜ਼ ਇਹਨਾਂ ਨੂੰ ਹੈਲਥ ਕੇਅਰ ਪ੍ਰੋਫੈਸ਼ਨਲ ਚਾਹੀਦੇ ਆ ਜਿਹੜੇ ਕਿ ਸਕਿੱਲ ਗੈਪ ਨੂੰ ਜਿਹੜਾ ਕਵਰ ਕਰ ਸਕਣ। ਜੀ ਜੀ ਬਿਲਕੁਲ। ਸੋ ਪਵਨਦੀਪ ਜੀ, ਸਾਡੇ ਨਾਲ ਦਰਸ਼ਕ ਜੁੜੇ ਨੇ ਫੇਸਬੁੱਕ ਤੇ, ਉਹਨਾਂ ਨੇ ਪੁੱਛਿਆ ਹੈ ਕਿ ਕਮੈਂਟ ਕਰਕੇ, ਪਿੰਦਰ ਚਰਨਜੀਤ ਕੌਰ ਹੈਗੇ ਨੇ, ਉਹਨਾਂ ਨੇ ਕਿਹਾ ਕਿ ਹੂ ਮਸਟ ਸਟੱਡੀ ਗੈਪ ਅਸੈਪਟਡ, ਮਤਲਬ ਕਿੰਨਾ ਕੁ ਸਟੱਡੀ ਗੈਪ ਅਸੈਪਟ ਕੀਤਾ ਜਾਂਦਾ ਜੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਤਾਂ ਉਹ?
ਓਕੇ, ਇਸ ਤੋਂ ਇੱਕ ਮੈਂ ਚੀਜ਼ ਕਲੈਰੀਫਾਈ ਕਰਨਾ ਚਾਹੁੰਦਾ ਕਿ ਗੈਪ ਬੋਲਦੇ ਕਿਵੇਂ ਆ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਅਕੋਰਡਿੰਗਲੀ ਅਗਰ ਮੈਂ ਗੱਲ ਕਰਾਂ, ਇੰਸਟਰਕਸ਼ਨਸ ਦੇ ਅਕੋਰਡਿੰਗ ਦੀ ਗੱਲ ਕਰਾਂ, ਗੈਪ ਉਹ ਹੁੰਦਾ ਹੈ ਜਦੋਂ ਤੁਸੀਂ ਕੁਝ ਕੀਤਾ ਨਹੀਂ ਹੈ, ਅਨਪ੍ਰੋਡਕਟਿਵ ਯੂ نو ਲੈਟਸ ਅਗਰ ਤੁਸੀਂ ਆਪਣੀ ਬੈਚਲਰ ਡਿਗਰੀ ਕੰਪਲੀਟ ਕੀਤੀ ਔਰ ਤੁਸੀਂ 3-4 ਸਾਲ ਕੁਝ ਨਹੀਂ ਕੀਤਾ, ਠੀਕ ਹੈ, ਤੇ ਉਹਨੂੰ ਅਸੀਂ ਗੈਪ ਬੋਲਦੇ ਹਾਂ। ਅਗਰ ਕਿਸੇ ਨੇ ਬੈਚਲਰ ਡਿਗਰੀ ਤੋਂ ਬਾਅਦ ਐਕਸਪੀਰੀਅੰਸ ਗੇਨ ਕੀਤਾ ਹੈ ਜਾਂ ਫਿਰ ਕੁਝ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕੀਤੀ ਹੈ ਜਾਂ ਫਿਰ ਕੁਝ ਹੋਰ ਛੋਟਾ ਮੋਟਾ ਕੋਰਸ ਕੀਤਾ ਜਾਂ ਫਿਰ ਆਇਲਸ ਜਾਂ ਪੀਟੀ ਦੀ ਤਿਆਰੀ ਕੀਤੀ ਹੈ, ਤੇ ਉਹ ਗੈਪ ਅਸੀਂ ਕਵਰ ਕਰ ਸਕਦੇ ਹਾਂ। ਜਨਰਲੀ ਸਪੀਕਿੰਗ ਅਪ ਟੂ 2 ਇਅਰਸ ਦਾ ਜਿਹੜਾ ਗੈਪ ਹੈ ਉਹ ਐਕਸੈਪਟੇਬਲ ਹੈਗਾ, ਬਟ ਕੁਝ ਅਗਰ ਕੋਈ ਸਪੈਸ਼ਲ ਸਰਕਮਸਟੈਂਸਿਸ ਰਹੇ ਜਾਂ ਫਿਰ ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੋ ਗਈ ਜਾਂ ਹੋਰ ਕੁਝ ਸਰਕਮਸਟੈਂਸਿਸ ਐਵੇਂ ਦੇ ਸੀਗੇ ਕਿ ਉਹ ਕੁਝ ਪ੍ਰੋਡਕਟਿਵ ਨਹੀਂ ਕਰ ਪਾਏ, ਤੇ ਉਹ ਕੇਸ ਵੀ ਐਕਸੈਪਟੇਬਲ ਹੁੰਦੇ ਆ। ਜੀ ਸੋ ਆਪਣੇ ਦਰਸ਼ਕਾਂ ਨੂੰ ਮੈਂ ਦੁਬਾਰਾ ਅਪੀਲ ਕਰਨਾ ਚਾਹੁੰਦਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੁਣ ਤੁਸੀਂ ਕਾਲ ਕਰ ਲਿਓ, ਕਈ ਵਾਰੀ ਪ੍ਰੋਗਰਾਮ ਦੇ ਅਖੀਰ 'ਚ ਫੋਨ ਕਰਦੇ ਹੋ ਤਾਂ ਤਸੱਲੀ ਬਖਸ਼ ਜਵਾਬ ਹੀ ਨਹੀਂ ਮਿਲਦਾ। ਸੋ ਸੋਸ਼ਲ ਮੀਡੀਆ ਉੱਤੇ ਤੁਸੀਂ ਸਾਨੂੰ ਦੇਖ ਰਹੇ ਹੋ, ਤੁਹਾਡੇ ਕਮੈਂਟਸ ਵੀ ਆ ਰਹੇ ਨੇ ਸਾਨੂੰ, ਤੇ ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲ ਰਹੇ ਨੇ ਉਸ ਉੱਤੇ ਕਾਲ ਕਰਕੇ ਜੇ ਤੁਸੀਂ ਨਿਊਜ਼ੀਲੈਂਡ ਜਾਣ ਦੀ ਇੱਛਾ ਰੱਖਦੇ ਹੋ ਜਾਂ ਨਿਊਜ਼ੀਲੈਂਡ ਜਾਣ ਦਾ ਪਲਾਨ ਬਣਾ ਰਹੇ ਹੋ ਤੇ ਇਹਦੇ ਸੰਬੰਧੀ ਕਿਸੇ ਤਰ੍ਹਾਂ ਦੀ ਤੁਸੀਂ ਇਨਫੋਰਮੇਸ਼ਨ ਹਾਸਲ ਕਰਨਾ ਚਾਹੁੰਦੇ ਹੋ, ਕਿੰਨਾ ਕੁ ਖਰਚਾ ਆਉਂਦਾ ਹੈ, ਕਿਹੜੇ ਉੱਥੇ ਪ੍ਰੋਗਰਾਮ ਵਿੱਚ ਜਾਣਾ ਚਾਹੀਦਾ ਤੁਹਾਨੂੰ, ਉੱਥੇ ਜਿਹੜਾ ਵਰਕ ਵੀਜ਼ਾ ਹੈਗਾ ਉਹ ਕਿੱਦਾਂ ਹਾਸਲ ਕੀਤਾ ਜਾ ਸਕਦਾ, ਸੋ तमाम ਜਿਹੜੇ ਮਸਲੇ ਹੈਗੇ ਨੇ, ਕਿਸੇ ਵੀ ਤੁਸੀਂ ਮਸਲੇ ਬਾਰੇ ਕੋਈ ਵੀ ਸਵਾਲ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਨਿਊਜ਼ੀਲੈਂਡ ਤੋਂ ਜੁੜੇ ਹੋਏ ਨੇ ਇਮੀਗ੍ਰੇਸ਼ਨ ਮਾਹਰ ਪਵਨਦੀਪ ਸਿੰਘ ਜੀ। ਪਵਨਦੀਪ ਸਿੰਘ ਜੀ, ਤੁਸੀਂ ਦੱਸਿਆ ਕਿ ਨਿਊਜ਼ੀਲੈਂਡ ਦੇ ਜਿਹੜੇ ਸਕਿਲਡ ਵਰਕਰ ਹੈਗੇ ਨੇ ਉਹਨਾਂ ਦੀ ਕਦਰ ਜਾਣੀ ਹੈ ਇਸ ਲੋਕਡਾਊਨ ਦੇ ਦਰਮਿਆਨ, ਕਰੋਨਾ ਸੰਕਟ ਦੇ ਦਰਮਿਆਨ ਨਿਊਜ਼ੀਲੈਂਡ ਨੇ ਉਹਨਾਂ ਦੇ ਜਿਹੜਾ ਹੁਨਰ ਹੈ ਉਹਨਾਂ ਨੂੰ ਵੀ ਪਹਿਚਾਣ ਕੀਤੀ ਹੈ। ਸੋ ਆਪਾਂ ਜੇ ਗੱਲ ਕਰੀਏ ਸਕਿਲਡ ਵਰਕਰਾਂ ਦੀ ਤਾਂ ਨਿਊਜ਼ੀਲੈਂਡ ਦੇ ਵਿੱਚ ਉਹ ਕਿਹੜੇ ਆਪਾਂ ਕਹਿ ਸਕਦੇ ਹਾਂ ਕਿ ਅਦਾਰੇ ਨੇ ਜਿੱਥੇ ਇਸ ਵੇਲੇ ਸਕਿਲਡ ਵਰਕਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਤੇ ਜੇ ਕੋਈ ਭਾਰਤ ਤੋਂ ਪੰਜਾਬੀ ਨੌਜਵਾਨ ਜਾਂ ਹੋਰ ਜਿਹੜੇ ਵਿਦਿਆਰਥੀ ਨੇ ਭਾਰਤੀ ਉਹ ਜਾਣਾ ਚਾਹੁੰਦੇ ਨੇ ਨਿਊਜ਼ੀਲੈਂਡ, ਤੇ ਉੱਥੇ ਉਹਨਾਂ ਨੂੰ ਕੀ ਸਕੋਪ ਨਜ਼ਰ ਆਏਗਾ, ਕਿੱਥੇ ਸਕਿਲਡ ਵਰਕਰਾਂ ਦੀ ਘਾਟ ਹੈਗੀ ਹੈ? ਸਭ ਤੋਂ ਪਹਿਲੇ ਮੈਂ ਸਟਾਰਟ ਕਰਾਂਗਾ ਫੀਮੇਲ ਕੈਂਡੀਡੇਟਸ ਤੋਂ, ਬਿਕੋਜ਼ ਬਹੁਤ ਸਾਰੀਆਂ ਫੀਮੇਲ ਕੈਂਡੀਡੇਟਸ ਵੀ ਹੈਗੀਆਂ ਜਿਹੜੀਆਂ ਕਿ ਆਪਣਾ ਪੰਜਾਬ ਤੋਂ ਨਿਊਜ਼ੀਲੈਂਡ ਸੈਟਲ ਹੋਣਾ ਚਾਹੁੰਦੇ ਆ, ਤੇ ਉਹਨਾਂ ਨੂੰ ਮੈਂ 2 ਹੀ ਚੀਜ਼ਾਂ ਰეკਮੈਂਡ ਕਰਾਂਗਾ ਕਿ ਅਗਰ ਤੁਸੀਂ ਸਾਇੰਸ ਬੈਕਗ੍ਰਾਉਂਡ ਤੋਂ ਹੈਗੇ ਹੋ ਤੇ ਤੁਸੀਂ ਨਰਸਿੰਗ ਵੱਲ ਜਾਓ, ਬਿਕੋਜ਼ ਨਰਸਿਸ ਦੀ ਇੱਥੇ ਬਹੁਤ ਜ਼ਿਆਦਾ ਸ਼ਾਰਟੇਜ ਹੈ, ਲੌਂਗ ਟਰਮ ਸਕਿੱਲ ਸ਼ਾਰਟੇਜ ਦੇ ਵਿੱਚ ਆਉਂਦਾ ਹੈ। ਤੇ ਅਗਰ ਤੁਸੀਂ ਕਾਮਰਸ ਬੈਕਗ੍ਰਾਉਂਡ ਤੋਂ ਹੈਗੇ ਹੋ ਜਾਂ ਆਰਟਸ ਬੈਕਗ੍ਰਾਉਂਡ ਤੋਂ ਹੈਗੇ ਹੋ ਤੇ ਮੈਂ ਤੁਹਾਨੂੰ ਸਟਰੋਂਗਲੀ ਰეკਮੈਂਡ ਕਰੂੰਗਾ ਕਿ ਤੁਸੀਂ ਟੀਚਰ ਦੀ ਆਪਣਾ ਪੜ੍ਹਾਈ ਵਾਸਤੇ ਇੱਥੇ ਆਓ, ਬਿਕੋਜ਼ ਇੱਥੇ ਅਰਲੀ ਚਾਈਲਡਹੁੱਡ ਟੀਚਰ ਔਰ ਪ੍ਰਾਇਮਰੀ ਟੀਚਰ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ, ਤੇ ਤੁਹਾਡੀ ਜਿਹੜੀ ਕੋਰਸ ਕੰਪਲੀਟ ਕਰਨ ਤੋਂ ਬਾਅਦ ਰੈਜ਼ੀਡੈਂਸ ਸਿਕਿਉਰ ਕਰਨਾ, PR ਸਿਕਿਉਰ ਕਰਨੀ ਕਾਫੀ ਈਜ਼ੀ ਹੋ ਜਾਏਗੀ ਤੁਹਾਡੇ ਲਈ। ਇਸ ਤੋਂ ਇਲਾਵਾ ਜਿੰਨੇ ਵੀ ਆਪਣੇ ਭਰਾ ਹੈਗੇ ਜਿਹੜੇ ਕਿ ਨਿਊਜ਼ੀਲੈਂਡ ਆਉਣਾ ਚਾਹੁੰਦੇ ਆ, ਜਿਹੜੇ ਕਿ ਕਾਮਰਸ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੇ ਆ, ਉਹਨਾਂ ਨੂੰ ਮੈਂ ਸਲਾਹ ਦੂੰਗਾ ਕਿ ਅਗਰ ਬਿਜ਼ਨਸ ਕੋਰਸ ਕਰਨ ਆਉਣਾ ਚਾਹੁੰਦੇ ਆ ਤੇ ਤੁਸੀਂ ਲੋ ਲੈਵਲ ਡਿਪਲੋਮਾ ਕਰਨ ਆਓ, ਤੁਸੀਂ ਬੈਚਲਰ ਡਿਗਰੀ ਕਰਨ ਦੇ ਲਈ ਆਓ ਕਿਸੇ ਵੀ ਅੱਛੀ ਯੂਨੀਵਰਸਿਟੀ ਜਾਂ ਫਿਰ ਵਧੀਆ ਗਵਰਨਮੈਂਟ ਪੋਲੀਟੈਕਨਿਕ ਦੇ ਵਿੱਚ, ਤਾਂ ਕਿ ਅੱਗੇ ਤੁਹਾਨੂੰ 3 ਸਾਲ ਦਾ ਵਰਕ ਵੀਜ਼ਾ ਮਿਲੇ ਔਰ ਤੁਹਾਨੂੰ ਐਸੀ ਮਹਾਰਤ ਹਾਸਿਲ ਹੋਏਗੀ ਡਿਊਰਿੰਗ ਦੈਟ ਪ੍ਰੋਗਰਾਮ ਕਿ ਤੁਹਾਨੂੰ ਅੱਗੇ ਜਾ ਕੇ ਜੌਬ ਵੀ ਮਿਲੇਗੀ। ਕਿਉਂਕਿ ਨਿਊਜ਼ੀਲੈਂਡ ਨੂੰ ਪਿਛਲੇ ਟਾਈਮ 'ਚ ਮਤਲਬ ਕਿ ਕਾਫੀ ਡੀਫੇਮ ਵੀ ਕੀਤਾ ਗਿਆ ਕਿ ਇੱਥੇ ਬਿਜ਼ਨਸ ਜਿਹੜੇ ਸਟੂਡੈਂਟਸ ਲੋ ਲੈਵਲ ਡਿਪਲੋਮਾ ਕਰਨ ਆਉਂਦੇ ਆ ਬਿਜ਼ਨਸ ਦੇ, ਉਹਨਾਂ ਨੂੰ PR ਨਹੀਂ ਮਿਲਦੀ ਐਂਡ ਆਲ ਦੋਜ਼ ਥਿੰਗਸ, ਤੇ ਇਸ ਕਰਕੇ ਜਿੰਨੇ ਵੀ ਕਾਮਰਸ ਬੈਕਗ੍ਰਾਉਂਡ ਦੇ ਸਟੂਡੈਂਟ ਹੈ ਉਹਨਾਂ ਨੂੰ ਮੈਂ ਸਟਰੋਂਗਲੀ ਰეკਮੈਂਡ ਕਰੂੰਗਾ ਕਿ ਤੁਸੀਂ ਬੈਚਲਰ ਡਿਗਰੀ ਕਰਨ ਲਈ ਆਓ। ਅਗਰ ਬੈਚਲਰ ਡਿਗਰੀ ਕਰਨ ਲਈ ਆਓਗੇ ਤਾਂ ਤੁਹਾਨੂੰ ਜੌਬ ਸਿਕਿਉਰ ਕਰਨੀ ਈਜ਼ੀ ਹੋਏਗੀ ਔਰ ਕਿ PR ਲਈ ਵੀ ਈਜ਼ੀ ਰਹੂਗਾ। ਜੀ ਜਿੰਨੇ ਵੀ ਸਟੂਡੈਂਟ ਨੌਨ ਮੈਡੀਕਲ ਬੈਕਗ੍ਰਾਉਂਡ ਤੋਂ ਹੈਗੇ ਆ ਜਿਹੜੇ ਕਿ ਨਿਊਜ਼ੀਲੈਂਡ ਆਉਣਾ ਚਾਹੁੰਦੇ ਆ, ਉਹਨਾਂ ਨੂੰ ਮੈਂ ਖਾਸ ਕਰਕੇ ਰეკਮੈਂਡ ਕਰੂੰਗਾ ਕਿ ਤੁਸੀਂ ਇੰਜੀਨੀਅਰਿੰਗ ਪ੍ਰੋਗਰਾਮ ਲਈ ਆਓ, ਚਾਹੇ ਉਹ ਇਲੈਕਟ੍ਰੀਕਲ ਇੰਜੀਨੀਅਰਿੰਗ ਹੋਏ, ਚਾਹੇ ਸਿਵਲ ਹੋਏ, ਚਾਹੇ ਮਕੈਨੀਕਲ ਹੋਏ, ਤਿੰਨੋਂ ਹੀ ਬਹੁਤ ਜ਼ਿਆਦਾ ਪੋਪੂਲਰ ਨੇ। ਉਸ ਤੋਂ ਇਲਾਵਾ ਕੁਆਂਟੀਟੀ ਸਰਵੇਇੰਗ, ਕੰਸਟਰਕਸ਼ਨ ਮੈਨੇਜਮੈਂਟ ਜਿਹੜਾ ਉਹ ਬਹੁਤ ਜ਼ਿਆਦਾ ਪੋਪੂਲਰ ਕੀਤਾ ਹੈਗਾ ਨਿਊਜ਼ੀਲੈਂਡ ਦੇ ਵਿੱਚ, ਜਿਹਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੈਗੀ ਹੈ। ਤੇ ਇਹ ਜਿਹੜੇ STEM ਪ੍ਰੋਗਰਾਮ ਜਿਹਨਾਂ ਨੂੰ ਅਸੀਂ ਬੋਲਦੇ ਹਾਂ ਜਿਹੜੇ ਕਿ ਸਾਇੰਸ ਐਂਡ ਟੈਕਨੋਲੋਜੀ ਦੇ ਨਾਲ ਰਿਲੇਟਡ ਹੈਗੇ ਨੇ, ਠੀਕ ਹੈ। ਅਗਰ ਇਸ ਤੋਂ ਇਲਾਵਾ ਹੋਰ ਕੋਈ ਆਪਣਾ ਵੀਰ ਹੈਗਾ ਜਿਹੜਾ ਕਿ ਹੌਸਪਿਟੈਲਿਟੀ ਮੈਨੇਜਮੈਂਟ ਜਾਂ ਫਿਰ ਕੁਕਰੀ ਵੱਲ ਜਾਣਾ ਚਾਹੁੰਦਾ ਹੈ, ਉਹਦੇ ਲਈ ਵੀ ਅਗਰ ਤੁਹਾਡੇ ਕੋਲ ਪੈਸ਼ਨ ਹੈਗਾ ਆ ਔਰ ਅਗਰ ਤੁਸੀਂ ਸੀਰੀਅਸ ਤੌਰ 'ਤੇ ਇਸ ਪ੍ਰੋਫੈਸ਼ਨ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਸਕਸੈਸ ਹਾਸਿਲ ਹੋ ਸਕਦੀ ਹੈ, ਕਿਉਂਕਿ ਜਿਹੜੇ ਸ਼ੈਫ ਔਰ ਬੇਕਰਸ ਹੈਗੇ ਨੇ ਨਿਊਜ਼ੀਲੈਂਡ ਦੇ ਵਿੱਚ ਉਹ ਵੀ ਜਿਹੜੇ ਸਕਿੱਲ ਸ਼ਾਰਟੇਜ ਦੇ ਵਿੱਚ ਆਉਂਦੇ ਨੇ। ਜੀ ਸੋ ਤੁਸੀਂ ਕਾਫੀ ਡੂੰਘਾਈ ਨਾਲ ਇਨਫੋਰਮੇਸ਼ਨ ਦਿੱਤੀ ਹੈ, ਪਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਉਹ ਵੀ ਬਹੁ ਗਿਣਤੀ ਹੈਗੀ ਹੈ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਲੋਕ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਪਰ ਉਹਨਾਂ ਦੇ ਵੀ ਸੁਪਨੇ ਵੱਡੇ ਹੈਗੇ ਨੇ, ਉਹ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਨੇ। ਤੇ ਪੰਜਾਬ ਦੇ ਵਿੱਚ ਰੁਜ਼ਗਾਰ ਖਤਮ ਹੋ ਚੁੱਕਿਆ, ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਗਈ ਹੈ। ਭਾਰਤ ਦੇ ਵਿੱਚ ਵੀ ਬੇਰੁਜ਼ਗਾਰੀ ਤਾਂ ਖੈਰ ਪੂਰੀ ਦੁਨੀਆ ਦੇ ਵਿੱਚ ਵੀ ਵਧੀ ਹੋਈ ਹੈ, ਪਰ ਉਹਨਾਂ ਨੂੰ ਆਪਣਾ ਜਿਹੜਾ ਭਵਿੱਖ ਹੈ ਕਿਤੇ ਨਜ਼ਰ ਨਹੀਂ ਆ ਰਿਹਾ, ਤੇ ਪਰ ਉਹ ਮਿਹਨਤੀ ਜ਼ਰੂਰ ਹੈਗੇ ਨੇ। ਤੇ ਜਿਹੜੇ ਮਿਹਨਤੀ ਬੰਦੇ ਹੈਗੇ ਨੇ, ਕੀ ਜਿਹੜੇ ਗੈਰ ਸਕਿਲਡ ਵਰਕਰ ਹੈਗੇ ਨੇ, ਤੇ ਉਹਨਾਂ ਵਾਸਤੇ ਵੀ ਨਿਊਜ਼ੀਲੈਂਡ ਦੇ ਵਿੱਚ ਕੋਈ ਕੰਮ ਧੰਦਾ ਹੈ ਉੱਥੇ?
ਦੇਖੋ ਜਿਹੜੇ ਕਿ ਅਗਰ ਤੁਸੀਂ ਔਰਚਰਡ ਦੀ ਗੱਲ ਕਰੋ ਜਾਂ ਜਿਹੜੇ ਫਰੂਟ ਪਿਕਿੰਗ ਵਾਲੀ ਤਾਂ ਆਈ ਥਿੰਕ ਤੁਸੀਂ ਇਸ਼ਾਰਾ ਕਰਨਾ ਚਾਹ ਰਹੇ ਹੋ ਕਿ ਜਿਹੜੇ ਉਹ ਵਰਕ ਵੀਜ਼ਾ ਤੇ ਆਉਣਾ ਚਾਹੁੰਦੇ ਆ। ਜੀ ਜੀ। ਮੈਂ ਰეკਮੈਂਡ ਕਰੂੰਗਾ ਕਿ ਤੁਸੀਂ ਹਾਰਟੀਕਲਚਰ ਪ੍ਰੋਗਰਾਮ ਦੇ ਲਈ ਆਓ, ਕਿਉਂਕਿ ਹਾਰਟੀਕਲਚਰ ਪ੍ਰੋਗਰਾਮ ਕਰਨ ਤੋਂ ਬਾਅਦ ਤੁਹਾਨੂੰ ਐਟਲੀਸਟ ਵਰਕ ਵੀਜ਼ਾ ਮਿਲੇਗਾ ਤਾਂ ਕਿ ਤੁਸੀਂ ਐਜ਼ ਅ ਹਾਰਟੀਕਲਚਰਿਸਟ ਜਾਂ ਫਿਰ ਤੁਸੀਂ ਐਜ਼ ਅ ਨਰਸਰੀ ਪਰਸਨ ਜੌਬ ਸਿਕਿਉਰ ਕਰਕੇ ਆਪਣੀ PR ਅਪਲਾਈ ਕਰ ਸਕਦੇ ਹੋ। ਡਾਇਰੈਕਟ ਵਰਕ ਵੀਜ਼ਾ ਜਿਹੜਾ ਉਹ ਲੱਗਣਾ ਬਹੁਤ ਮੁਸ਼ਕਿਲ ਹੈ ਤੇ ਐਵੇਂ ਦੇ ਕੇਸਿਸ ਦੇ ਪਿੱਛੇ ਕਿਉਂਕਿ ਸਾਨੂੰ ਵੀ ਬਹੁਤ ਸਾਰੀ ਇਨਕੁਆਇਰੀਜ਼ ਆਉਂਦੀਆਂ ਜਿਨ੍ਹਾਂ ਕੋਲ ਝੂਠੇ ਵੀਜ਼ੇ ਜਾਂ ਫਿਰ ਝੂਠੀਆਂ ਫੇਕ ਜੌਬ ਆਫਰਸ ਵਗੈਰਾ ਹੁੰਦੀਆਂ ਨੇ ਤੇ ਮਤਲਬ ਕਿ ਲੱਖਾਂ ਰੁਪਏ ਲੋਕੀ ਜਿਹੜੇ ਲਵਾ ਦਿੰਦੇ ਨੇ। ਤੇ ਇਸ ਕਰਕੇ ਸਭ ਤੋਂ ਬੈਟਰ ਇਹੀ ਹੈ ਕਿ ਤੁਸੀਂ ਰਿਸਰਚ ਕਰੋ, ਆਪਣੇ ਇੱਕ ਵਧੀਆ ਕੋਰਸ ਵਾਸਤੇ ਆਓ ਜਿਹੜਾ ਕਿ ਤੁਹਾਨੂੰ ਇੱਕ ਇੱਥੇ ਸਕਿੱਲਸ ਗੇਨ ਕਰਨ 'ਚ ਮਦਦ ਕਰੇ ਔਰ ਗਾਂਹ ਚੱਲ ਕੇ ਤੁਸੀਂ ਜੌਬ ਸਿਕਿਉਰ ਕਰਕੇ ਔਰ ਆਪਣੇ ਰੈਜ਼ੀਡੈਂਸ ਲਈ ਅਪਲਾਈ ਕਰੋ। ਕਿਉਂਕਿ ਮੇਰੇ ਕੋਲ ਬਹੁਤ ਸਾਰੇ ਐਵੇਂ ਦੇ ਕੇਸਿਸ ਆਉਂਦੇ ਨੇ ਜਿਹੜੇ ਕਿ ਐਕਚੁਅਲ ਦੇ ਵਿੱਚ ਜਿਨ੍ਹਾਂ ਨੇ ਹਾਰਟੀਕਲਚਰ ਇੰਡਸਟਰੀ ਦੇ ਵਿੱਚ ਇੱਥੇ ਕੰਮ ਕਰ ਰਹੇ ਨੇ, ਡੇਅਰੀ ਫਾਰਮਿੰਗ ਵਿੱਚ ਕੰਮ ਕਰ ਰਹੇ ਨੇ ਔਰ ਉਹਨਾਂ ਨੇ ਆਪਣੀ PR ਵੀ ਹਾਸਿਲ ਕੀਤੀ ਹੈ। ਉਹਦਾ ਇੱਕੋ ਇੱਕ ਰੀਜ਼ਨ ਹੈ ਕਿ ਉਹਨਾਂ ਨੇ ਇੱਥੇ ਆ ਕੇ ਆਪਣੀ ਪੜ੍ਹਾਈ ਕੀਤੀ ਹੈ ਔਰ ਸਕਿੱਲਸ ਹਾਸਿਲ ਕੀਤੀਆਂ ਨੇ ਜੋ ਕਿ ਜ਼ਰੂਰੀ ਨੇ ਨਿਊਜ਼ੀਲੈਂਡ ਇਕੋਨਮੀ ਦੇ ਅਕੋਰਡਿੰਗਲੀ। ਜੇ ਤੇ ਆਪਾਂ ਜੇ ਆਇਲਸ ਬੈਂਡ ਦੀ ਗੱਲ ਕਰੀਏ ਤਾਂ ਜਿਹੜੇ ਉੱਥੇ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਕਿੰਨੇ ਕੁ ਬੈਂਡਸ ਲਾਜ਼ਮੀ ਹੁੰਦੇ ਨੇ ਉੱਥੇ ਜਾਣ ਲਈ? ਅਮਨ ਜੀ, ਇਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਸਟੱਡੀ ਕਰਨਾ ਚਾਹੁੰਦੇ ਹੋ। ਅਗਰ ਤੁਸੀਂ ਬੇਕਰੀ ਜਾਂ ਫਿਰ ਕੁਕਰੀ ਦੀ ਸਟੱਡੀ ਕਰਨਾ ਚਾਹੁੰਦੇ ਹੋ ਜੋ ਕਿ ਲੋ ਲੈਵਲ ਡਿਪਲੋਮਾ ਹੈ, ਉਹਦੇ ਲਈ 5.5 ਬੈਂਡ ਓਵਰਆਲ ਚਾਹੀਦੇ ਆ, 5 ਈਚ। ਅਗਰ ਤੁਸੀਂ ਬੈਚਲਰ ਡਿਗਰੀ ਕਰਨ ਲਈ ਆਉਣਾ ਚਾਹੁੰਦੇ ਹੋ ਤੁਹਾਨੂੰ 6 ਓਵਰਆਲ ਔਰ 5.5 ਈਚ ਚਾਹੀਦੇ ਨੇ। ਔਰ ਅਗਰ ਤੁਸੀਂ ਪੋਸਟ ਗ੍ਰੈਜੂਏਟ ਸਟੱਡੀਜ਼ ਕਰਨ ਲਈ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ 6.5 ਓਵਰਆਲ ਔਰ 6 ਈਚ ਚਾਹੀਦੇ ਨੇ। ਬਟ ਇਸ ਤੋਂ ਇਲਾਵਾ ਅਗਰ ਤੁਸੀਂ ਨਰਸਿੰਗ ਜਾਂ ਫਿਰ ਟੀਚਿੰਗ ਬੈਕਗਰਾਊਂਡ ਨਰਸਿੰਗ ਜਾਂ ਟੀਚਿੰਗ ਵਿੱਚ ਆਉਣਾ ਚਾਹੁੰਦੇ ਹੋ ਤਾਂ ਉਹਦੀ ਜਿਹੜੀ ਬੈਂਡ ਰਿਕੁਆਇਰਮੈਂਟ ਥੋੜ੍ਹੀ ਹਾਈ ਹੈਗੀ ਹੈ। ਨਰਸਿਸ ਨੂੰ ਅਰਾਊਂਡ 6.5 ਓਵਰਆਲ 6.5 ਈਚ ਚਾਹੀਦੇ ਨੇ ਔਰ ਟੀਚਰਸ ਨੂੰ 7 ਓਵਰਆਲ ਐਂਡ 7 ਈਚ ਚਾਹੀਦੇ ਨੇ। ਜੀ ਜੀ। ਸੋ ਪਵਨਦੀਪ ਜੀ, ਜਿੱਦਾਂ ਤੁਸੀਂ ਬੈਂਡ ਦੀ ਗੱਲ ਕੀਤੀ ਹੈ ਤੇ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਹੈਗੇ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਜੇ ਆਪਾਂ ਕੰਪੈਰੀਜ਼ਨ ਕੀਤਾ ਜਾਵੇ ਦੂਸਰੀ ਕੰਟਰੀਆਂ ਨਾਲ, ਕੈਨੇਡਾ ਹੋ ਗਿਆ, ਅਮਰੀਕਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਤੇ ਜੇ ਪੜ੍ਹਾਈ ਇੱਥੇ ਕਿੰਨੀ ਕੁ ਮਹਿੰਗੀ ਹੈਗੀ ਹੈ, ਕਿਉਂਕਿ ਇੱਥੇ ਇਹਨਾਂ ਨੇ ਆਪਣੇ ਖਰਚੇ ਵੀ ਦੇਖਣੇ ਹੁੰਦੇ ਨੇ। ਜਿਹੜੇ ਬੱਚੇ ਇੱਥੋਂ ਦੀ ਜਾਣਾ ਚਾਹੁੰਦੇ ਨੇ ਕਈ ਵਾਰ ਤਾਂ ਕਰਜ਼ਾ ਚੁੱਕ ਕੇ ਵੀ ਜਾਂਦੇ ਨੇ। ਸੋ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਸਸਤੀ ਹੈ ਜਾਂ ਮਹਿੰਗੀ ਹੈ? ਉੱਥੇ ਉਹਨਾਂ ਦਾ ਜੇ ਉਹਨਾਂ ਨੇ ਰਹਿਣ ਸਹਿਣ ਕਰਨਾ, ਆਪਣਾ ਕਿਰਾਏ ਤੇ ਮਕਾਨ ਲੈਣਾ ਤੇ ਖਾਣ ਪੀਣ ਦਾ ਜਿਹੜਾ ਖਰਚਾ ਹੈਗਾ, ਕਿੰਨਾ ਕੁ ਖਰਚਾ ਆ ਜਾਂਦਾ, ਕਿੰਨਾ ਕੁ ਉਹਨਾਂ ਕੋਲ ਪੈਸਾ ਹੋਣਾ ਚਾਹੀਦਾ? ਅਮਨ ਜੀ, ਜਿਹੜਾ ਇਹਦਾ ਰਾਈਟ ਆਨਸਰ ਹੈ ਉਹ ਇਹ ਹੋਏਗਾ ਕਿ ਡਿਪੈਂਡਿੰਗ ਅਪਨ ਤੁਸੀਂ ਕਿਹੜੀ ਸਟੱਡੀ ਕਰਨਾ ਆਉਣਾ ਚਾਹੁੰਦੇ ਹੋ ਉਹ 'ਤੇ ਡਿਪੈਂਡ ਕਰਦਾ ਹੈ। ਬਟ ਮੈਂ ਤੁਹਾਨੂੰ ਇੱਕ ਰਫ ਐਸਟੀਮੇਟ ਦੇ ਦੇਣਾ। ਅਗਰ ਕਿਸੇ ਨੇ 2 ਸਾਲ ਦਾ ਡਿਪਲੋਮਾ ਕਰਨ ਲਈ ਆਉਣਾ ਹੈ 12ਵੀਂ ਤੋਂ ਬਾਅਦ, ਤੇ ਤੁਸੀਂ ਲੈ ਕੇ ਚਲੋ ਕਿ ਅਰਾਊਂਡ 35 ਤੋਂ 40 ਹਜ਼ਾਰ ਡਾਲਰ ਜਿਹੜਾ ਟਿਊਸ਼ਨ ਫੀਸ ਹੈਗੀ ਹੈ 2 ਸਾਲ ਦੀ। ਉਸ ਤੋਂ ਇਲਾਵਾ ਤੁਹਾਨੂੰ 15,000 ਡਾਲਰ ਪਰ ਈਅਰ ਲਿਵਿੰਗ ਐਕਸਪੈਂਸਿਸ ਜਿਹੜੇ ਉਹ ਸ਼ੋਅ ਕਰਨੇ ਪੈਂਦੇ। ਤੁਸੀਂ ਬੈਚਲਰ ਡਿਗਰੀ ਕਰਨੀ ਆਉਣਾ ਚਾਹੁੰਦੇ ਹੋ ਤੇ ਤੁਸੀਂ ਲੈ ਕੇ ਚਲੋ ਕਿ ਅਰਾਊਂਡ 60 ਤੋਂ 90 ਹਜ਼ਾਰ ਡਾਲਰ ਦੇ ਵਿਚਕਾਰ ਚਾਹੀਦੇ ਨੇ, ਡਿਪੈਂਡਿੰਗ ਅਪਨ ਤੁਸੀਂ ਕਿਹੜੇ ਕਾਲਜ ਜਾਂ ਕਿਹੜੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈ ਰਹੇ ਹੋ। ਪਰ ਅਗਰ ਤੁਸੀਂ ਪੋਸਟ ਗ੍ਰੈਜੂਏਟ ਡਿਗਰੀ ਜਾਂ ਮਾਸਟਰਸ ਕਰਨ ਲਈ ਆਉਣਾ ਚਾਹੁੰਦੇ ਹੋ ਤੇ ਉਹ ਡਿਪੈਂਡ ਕਰਦਾ, ਉਹ ਅਰਾਊਂਡ 25,000 ਤੋਂ ਲੈ ਕੇ 40 ਜਾਂ 45,000 ਤੱਕ, ਡਿਪੈਂਡਿੰਗ ਅਪਨ ਦਾ ਪ੍ਰੋਗਰਾਮ ਔਰ ਯੂਨੀਵਰਸਿਟੀ ਕਾਲਜ ਜਿਹੜਾ ਮੈਟਰ ਕਰਦਾ ਆ। ਉਸ ਤੋਂ ਇਲਾਵਾ ਚੀਜ਼ ਮੈਂ ਤੇ ਹੋਰ ਹਾਈਲਾਈਟ ਕਰਨਾ ਚਾਹੁੰਦਾ ਜਿਹੜੀ ਕਿ ਰਿਲੇਟਡ ਹੈਗੀ ਹੈ ਕਿ ਜਿਹੜੇ ਮੋਸਟਲੀ ਬਿਕੋਜ਼ ਜਿਵੇਂ ਤੁਸੀਂ ਹਾਈਲਾਈਟ ਕੀਤਾ ਕਿ ਪੰਜਾਬ 'ਚ ਪੈਸੇ ਦੀ ਲੈ ਕੇ ਬਹੁਤ ਤੰਗੀ ਹੈ, ਬਟ ਲੋਕੀ ਬਾਹਰ ਵੀ ਜਾਣਾ ਚਾਹੁੰਦੇ ਨੇ। ਉਸ ਪੈਸੇ ਦੀ ਤੰਗੀ ਕਰਕੇ ਉਹ ਲੋ ਸਕਿੱਲ ਜਾਂ ਲੋ ਲੈਵਲ ਪ੍ਰੋਗਰਾਮ ਜਾਂ ਕੋਈ ਸਸਤਾ ਜਿਹਾ ਕਾਲਜ ਜਿਹੜਾ ਪ੍ਰਾਈਵੇਟ ਕਾਲਜ ਹੈਗਾ ਉਹ ਸਿਲੈਕਟ ਕਰ ਲੈਂਦੇ ਨੇ, ਜਿਹਦੇ ਕਰਕੇ ਉਹਨਾਂ ਨੂੰ ਇੱਥੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਮੇਰੀ ਰਾਏ ਇਹ ਹੈਗੀ ਹੈ ਕਿ ਚਾਹੇ ਤੁਸੀਂ 6 ਮਹੀਨੇ ਰੁਕ ਕੇ ਆਓ, ਬਟ ਇੱਕ ਸਹੀ ਪ੍ਰੋਗਰਾਮ ਸਹੀ ਕਾਲਜ ਦੇ ਵਿੱਚ ਆਓ ਜਿਹਦੇ ਨਾਲ ਤੁਹਾਡਾ ਜਿਹੜਾ ਫਿਊਚਰ ਹੈ ਉਹ ਸਿਕਿਉਰ ਹੋ ਸਕੇ। ਦਿੱਕਤਾਂ ਦੀ ਤੁਸੀਂ ਗੱਲ ਕੀਤੀ, ਕਿਸ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਵਿਦਿਆਰਥੀਆਂ ਨੂੰ? ਦੇਖੋ, ਐਡਮਿਸ਼ਨ ਲੈਣਾ ਔਰ ਸਟੂਡੈਂਟ ਵੀਜ਼ਾ ਲਗਾਉਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਬਟ ਫੋਰ ਐਗਜ਼ਾਮਪਲ ਅਗਰ ਕਿਸੇ ਦਾ ਬੈਕਗਰਾਊਂਡ ਨਹੀਂ ਹੈ IT ਦੇ ਵਿੱਚ, ਠੀਕ ਹੈ, ਔਰ ਅਗਰ ਤੁਹਾਨੂੰ ਕੋਈ ਸ਼ੌਂਕ ਨਹੀਂ ਹੈ ਬਟ ਏਜੰਟ ਦੇ ਕਹਿਣ 'ਤੇ ਤੁਸੀਂ ਉਹ ਕੋਰਸ ਲੈ ਲਿਆ ਤੇ ਅੱਗੇ ਚੱਲ ਕੇ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ, ਨਾ ਤੁਹਾਨੂੰ ਸਟੱਡੀ ਸਮਝ ਆ ਰਹੀ ਹੈ, ਔਰ ਐਵੇਂ ਦੇ ਬਹੁਤ ਸਾਰੇ ਕੇਸਿਸ ਦੇਖਣ ਨੂੰ ਮਿਲਦੇ ਜਿਹੜੇ ਕਿ ਇੱਥੇ ਆ ਕੇ ਫਿਰ ਆਪਣੀ ਸਟੱਡੀ ਚੇਂਜ ਕਰਨ ਨੂੰ ਫਿਰਦੇ ਆ। ਠੀਕ ਹੈ, ਤੇ ਇਸ ਕਰਕੇ ਤੁਸੀਂ ਔਰ ਇੱਕ ਵਾਰ ਤੁਸੀਂ ਆਪਣਾ ਟਿਊਸ਼ਨ ਫੀ ਜਿਹੜੀ ਉਹ ਤੁਹਾਨੂੰ ਰਿਫੰਡ ਨਹੀਂ ਹੁੰਦੀ ਅਗਰ ਤੁਸੀਂ 2 ਹਫ਼ਤੇ ਤੋਂ ਉੱਪਰ ਲਗਾ ਚੁੱਕੇ ਹੋ, ਤੇ ਸਟੂਡੈਂਟ ਫਿਰ ਦੁਬਾਰਾ ਪੈਸੇ ਮੰਗਵਾ ਕੇ ਇੰਡੀਆ ਤੋਂ ਔਰ ਦੁਬਾਰਾ ਸਟੱਡੀ ਵੀਜ਼ਾ ਅਪਲਾਈ ਕਰਦੇ ਨੇ, ਜਿਹਦਾ ਕੋਈ ਫਾਇਦਾ ਨਹੀਂ ਹੈ। ਤੇ ਇਸ ਕਰਕੇ ਪਹਿਲੀ ਵਾਰ 'ਚ ਜਿਹੜਾ ਆਪਣੀ ਜਿਹੜੀ ਸਟ੍ਰੈਟਜੀ ਹੈ ਉਹ ਰਾਈਟ ਰੱਖੋ ਤਾਂ ਕਿ ਤੁਹਾਨੂੰ ਅੱਗੇ ਚੱਲ ਕੇ ਦਿੱਕਤਾਂ ਨਾ ਆਉਣ। ਜੀ ਜੀ। ਜੇ ਆਪਾਂ ਕਰੰਸੀ ਦੀ ਗੱਲ ਕਰੀਏ, ਕਿਉਂਕਿ ਜਿਹੜੇ ਵੀ ਵਿਦਿਆਰਥੀ ਇੱਥੇ ਜਾਂਦੇ ਨੇ ਉਹਨਾਂ ਦੇ ਮਨ ਵਿੱਚ ਇੱਛਾ ਜ਼ਰੂਰ ਹੁੰਦੀ ਹੈ ਕਿ ਉੱਥੇ ਉਹਨਾਂ ਨੂੰ ਕੰਮ ਕਰਨ ਦੀ ਵੀ ਇਜਾਜ਼ਤ ਮਿਲੇ ਤੇ ਕਮਾਈ ਵੀ ਕਰਨ, ਆਪਣੇ ਘਰ ਵਿੱਚ ਵੀ ਪੈਸਾ ਭੇਜਣ, ਕਿਉਂਕਿ ਜ਼ਿਆਦਾਤਰ ਤਾਂ ਕਰਜ਼ੇ ਚੁੱਕ ਵੀ ਗਏ ਹੁੰਦੇ ਨੇ ਵਿਦਿਆਰਥੀ। ਤੇ ਜੇ ਕਰੰਸੀ ਦਾ ਕੰਪੈਰੀਜ਼ਨ ਕਰੀਏ, ਜਿਵੇਂ ਕਿ ਅਮਰੀਕਾ ਨੂੰ ਆਪਾਂ ਪਤਾ ਕਿ $1 ਦਾ ਇੱਥੇ ਭਾਰਤ ਦੇ ਅਕੋਰਡਿੰਗ ਕਦੇ 70 ਕਦੇ 75 ਅੱਗੇ ਵੱਧਾ ਘਟਦਾ ਰਹਿੰਦਾ, ਇਸੇ ਤਰ੍ਹਾਂ ਕੈਨੇਡਾ ਅਮਰੀਕਾ ਦਾ ਵੀ ਹੈਗਾ। ਤੇ ਨਿਊਜ਼ੀਲੈਂਡ ਜਿਹੜੀ ਕਰੰਸੀ ਹੈਗੀ ਹੈ ਉਹਦਾ ਕਿੰਨਾ ਕੁ ਮੁੱਲ ਪੈ ਜਾਂਦਾ ਭਾਰਤ ਦੇ ਕਰੰਸੀ ਦੇ ਮੁਤਾਬਕ?
ਨਿਊਜ਼ੀਲੈਂਡ ਦਾ ਜਿਹੜਾ ਡਾਲਰ ਹੈ ਉਹ 44-45 ਦੇ ਅਰਾਊਂਡ ਜਿਹੜਾ ਹੈ ਉਹ ਮਤਲਬ ਕਿ 42 ਔਰ 45 ਦੇ ਅਰਾਊਂਡ ਫਲਕਚੁਏਟ ਕਰਦਾ ਉਹਦੇ ਵਿਚਕਾਰ। ਤੇ ਬਟ ਅਸੀਂ ਹੁਣ ਹਾਇਰ ਸਾਈਡ 45-46 ਲੈ ਕੇ ਚੱਲਦੇ ਹਾਂ ਜਦੋਂ ਵੀ ਕਿਸੇ ਨੂੰ ਕਾਉਂਸਲਿੰਗ ਕਰਦੇ ਹਾਂ। ਤੇ ਜੇ ਉੱਥੇ ਆਪਾਂ ਗੱਲ ਕਰੀਏ ਕਿ ਉੱਥੇ ਕਿੰਨੀ ਕੁ ਇੱਕ ਘੰਟੇ ਦੇ ਅਕੋਰਡਿੰਗ ਕਿੰਨੇ ਡਾਲਰ ਉੱਥੇ ਮਿਲਦੇ ਨੇ ਕਿਸੇ ਬੰਦੇ ਨੂੰ ਕੰਮ ਕਰਨ ਦੇ? ਰੀਸੈਂਟਲੀ 1 ਅਪ੍ਰੈਲ 2020 ਤੋਂ ਇਹਨਾਂ ਨੇ ਜਿਹੜਾ ਪਰ ਆਵਰ ਪੇ ਰੇਟ ਆ ਉਹ ਵਧਾਤਾ ਹੈ, $18.90 ਦੇ ਅਰਾਊਂਡ ਹੈਗਾ। ਤੁਸੀਂ ਪਰ ਆਵਰ ਜਿਹੜਾ ਉਹ ਅਰਨ ਕਰ ਸਕਦੇ ਹੋ। ਤੇ ਅਗਰ ਕੋਈ 20 ਘੰਟੇ ਕੰਮ ਕਰਦਾ ਹੈ ਤੇ ਆਈ ਥਿੰਕ ਆਫਟਰ ਟੈਕਸ $1400 ਜਿਹੜਾ ਹੈ ਉਹ ਤੁਸੀਂ ਮਹੀਨੇ ਦਾ ਅਰਨ ਕਰ ਸਕਦੇ ਹੋ। ਤੇ 20 ਘੰਟੇ ਜਿਹੜੇ ਅਲਾਉਡ ਹੁੰਦੇ ਆ ਤੇ ਔਰ ਸ਼ਡਿਊਲਡ ਹੌਲੀਡੇਜ਼ ਜਦੋਂ ਤੁਹਾਡੀ ਬ੍ਰੇਕ ਚੱਲ ਰਹੀ ਹੈ ਕੋਰਸ ਦੀ ਉਹਦੇ ਦੌਰਾਨ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਤੇ ਤੁਸੀਂ ਅਗਰ ਐਸਟੀਮੇਟ ਲੈ ਕੇ ਚੱਲੋਗੇ ਤੇ ਅਰਾਊਂਡ ਜਿਹੜਾ ਖਰਚਾ ਹੈਗਾ ਉਹ $700 ਤੋਂ $1000 ਦੇ ਵਿੱਚ ਵੈਰੀ ਕਰਦਾ ਹੈ ਪਰ ਮੰਥ ਦੇ ਹਿਸਾਬ ਨਾਲ। ਤੇ ਕਹਿਣ ਦਾ ਮਤਲਬ ਹੈ ਕਿ ਅਗਰ ਕੋਈ ਅਗਰ ਪ੍ਰੋਪਰ 20 ਘੰਟੇ ਕੰਮ ਕਰ ਰਿਹਾ ਹਫਤੇ ਦੇ ਤੇ $200-300 ਜਿਹੜਾ ਉਹ ਸੇਵਿੰਗ ਤੁਸੀਂ ਲੈ ਕੇ ਚਲੋ ਕਿ ਉਹ ਕਰ ਸਕਦੇ ਆ, ਸੇਵਿੰਗ ਕਰ ਸਕਦੇ ਆ। ਠੀਕ ਹੈ। ਸੋ ਆਪਾਂ ਨੂੰ ਸੋਸ਼ਲ ਮੀਡੀਆ ਤੇ ਇੱਕ ਮੈਸੇਜ ਆਇਆ, ਪ੍ਰਗਟ ਸਿੰਘ ਜੀ ਖਾਲਸਾ ਹੈਗੇ ਨੇ, ਉਹਨਾਂ ਦਾ ਕਹਿਣਾ ਹੈ ਕਿ ਆਈ ਐਮ ਫਰੋਮ ਨਿਊਜ਼ੀਲੈਂਡ, ਅਕੋਰਡਿੰਗ ਟੂ ਮੀ ਪਲੀਜ਼ ਗੋ ਟੂ ਅਨਦਰ ਕੰਟਰੀਜ਼, ਪਲੀਜ਼ ਡੋਂਟ ਕਮ ਨਿਊਜ਼ੀਲੈਂਡ। ਮਤਲਬ ਉਹ ਕਹਿੰਦੇ ਕਿ ਤੁਸੀਂ ਹੋਰ ਕਿਸੇ ਦੇਸ਼ ਚਲੇ ਜਾਓ, ਨਿਊਜ਼ੀਲੈਂਡ ਨਾ ਆਓ। ਸੋ ਪ੍ਰਗਟ ਸਿੰਘ ਜੀ ਨੂੰ ਮੈਂ ਅਪੀਲ ਕਰੂੰਗਾ ਕਿ ਤੁਸੀਂ ਫੋਨ ਕਾਲ ਦੇ ਉੱਤੇ ਸਾਨੂੰ ਜਿਹੜੇ ਸਕਰੀਨ ਦੇ ਉੱਤੇ ਨੰਬਰ ਦਿੱਤੇ ਨੇ ਉਸ ਉੱਤੇ ਕਾਲ ਕਰਕੇ ਤੁਸੀਂ ਰੀਜ਼ਨ ਸਾਨੂੰ ਜ਼ਰੂਰ ਸ਼ੇਅਰ ਕਰੋ, ਤਾਂ ਜੋ ਜਿਹੜੀ ਗੱਲ ਹੈਗੀ ਹੈ ਹੋਰ ਵੀ ਦਰਸ਼ਕਾਂ ਤੱਕ ਜਾਏ ਕਿ ਤੁਸੀਂ ਕਿਉਂ ਨਹੀਂ ਚਾਹੁੰਦੇ ਕਿ ਜਿਹੜੇ ਲੋਕ ਹੈਗੇ ਨੇ ਉਹ ਇੱਥੇ ਆਉਣ। ਸੋ ਪਵਨਦੀਪ ਜੀ, ਤੁਸੀਂ ਇਹਨਾਂ ਦਾ ਕੀ ਜਵਾਬ ਦੇਣਾ ਚਾਹੋਗੇ? ਦੁਬਾਰਾ ਮੈਂ ਉਸੇ ਗੱਲ ਤੇ ਘੁੰਮ ਕੇ ਆ ਰਿਹਾ ਕਿ ਅਗਰ ਤੁਸੀਂ ਸਹੀ ਕੋਰਸ ਵਾਸਤੇ ਆਓਗੇ, ਸਾਇੰਸ ਟੈਕਨੋਲੋਜੀ ਦੇ ਰਿਲੇਟਡ ਜਿਹੜਾ ਕੋਰਸ ਹੈਗਾ ਉਹ ਡੈਫੀਨਿਟਲੀ ਤੁਹਾਨੂੰ ਫਾਇਦਾ ਕਰੇਗਾ। ਕਿਉਂਕਿ ਮੈਂ ਇੱਥੇ ਕੋਈ ਵੀ ਐਵੇਂ ਦਾ ਨੈਗੇਟਿਵ ਐਗਜ਼ਾਮਪਲ ਨਹੀਂ ਦੇਖਿਆ ਕਿ ਜਿਹਨੇ ਸਕਸੈਸਫੁਲੀ ਆਪਣੀ ਸਾਇੰਸ ਐਂਡ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਸਟੱਡੀ ਕੰਪਲੀਟ ਕੀਤੀ ਹੋਏ ਔਰ ਉਹਨੂੰ ਚੈਲੰਜਸ ਫੇਸ ਕੀਤੇ ਹੋਣ। ਠੀਕ ਹੈ। ਹਾਂ, ਅਗਰ ਤੁਸੀਂ ਕਿਸੇ ਲੋ ਲੈਵਲ ਪ੍ਰੋਗਰਾਮ ਵਾਸਤੇ ਆਉਂਦੇ ਹੋ, ਜਿਵੇਂ ਮੈਂ ਬੋਲਿਆ ਬਿਜ਼ਨਸ ਹੋ ਗਿਆ, ਹੌਸਪਿਟੈਲਿਟੀ ਹੋ ਗਿਆ, ਤੇ ਉਹਦੇ ਵਿੱਚ ਡੈਫੀਨਿਟਲੀ ਦਿੱਕਤਾਂ ਆਉਂਦੀਆਂ ਨੇ। ਬਟ ਅਗਰ ਤੁਸੀਂ ਬੈਚਲਰ ਡਿਗਰੀ ਕਰਨ ਵਾਸਤੇ ਆਓਗੇ ਔਰ ਸਹੀ ਜਗ੍ਹਾ ਸਹੀ ਸਟ੍ਰੈਟਜੀ ਦੇ ਨਾਲ ਚੱਲੋਗੇ ਤਾਂ ਫਿਰ ਕੋਈ ਦਿੱਕਤ ਨਹੀਂ ਹੈਗੀ। ਬਟ ਅਸੀਂ ਜਿਹੜੀ ਚੀਜ਼ ਪ੍ਰਮੋਟ ਕਰਦੇ ਹੋ ਆਈ ਹੈ ਕਿ ਤੁਸੀਂ ਸਾਇੰਸ ਐਂਡ ਟੈਕਨੋਲੋਜੀ ਜਿਹਦੀ ਸਕਿੱਲ ਸ਼ਾਰਟੇਜ ਦੇ ਵਿੱਚ ਜਿਹੜੇ ਪ੍ਰੋਗਰਾਮ ਲਾਉਂਦੇ ਆ ਤੁਸੀਂ ਉਹਨਾਂ ਵਾਸਤੇ ਆਓ ਤੇ ਡੈਫੀਨਿਟਲੀ ਤੁਹਾਡਾ ਜਿਹੜਾ ਕਰੀਅਰ ਉਹ ਜਿਹੜਾ ਤੁਹਾਡਾ ਭਵਿੱਖ ਹੈਗਾ ਉਹ ਵਧੀਆ ਹੋ ਸਕਦਾ। ਬਿਲਕੁਲ, ਕਿਉਂਕਿ ਮੇਰੇ ਵੀ ਆਪਣੇ ਸਰਕਲ ਦੇ ਵਿੱਚ ਕਾਫੀ ਲੋਕ ਗਏ ਨੇ, ਨਿਊਜ਼ੀਲੈਂਡ ਦੇ ਵਿੱਚ ਗਏ ਨੇ ਤੇ ਉੱਥੇ ਉਹਨਾਂ ਨੇ ਛਾਪਾਂ ਵੀ ਛੱਡੀਆਂ। ਖਾਸ ਤੌਰ 'ਤੇ ਮੈਂ ਅਵਤਾਰ ਟਹਿਣਾ ਜੀ ਦੀ ਗੱਲ ਕਰੂੰਗਾ, ਉਹ ਤੁਹਾਡੇ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੇ ਅਖਬਾਰ ਵੀ ਸ਼ੁਰੂ ਕੀਤਾ ਉੱਥੇ NZ ਪੰਜਾਬੀ, ਤੇ ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਅਦਾਰਿਆਂ ਦੇ ਵਿੱਚ ਤੇ ਸਾਡੇ ਸੀਨੀਅਰ ਹੈਗੇ ਨੇ। ਤੇ ਕਾਫੀ ਮੇਰੇ ਹੋਰ ਵੀ ਦੋਸਤ ਗਏ ਨੇ, ਉਹਨਾਂ ਦਾ ਤਾਂ ਰਿਸਪੌਂਸ ਅੱਛਾ ਆਇਆ ਕਿਉਂਕਿ ਸੁਣਨ ਨੂੰ ਤਾਂ ਇਹ ਆਇਆ ਕਿ ਉਹ ਨਿਊਜ਼ੀਲੈਂਡ ਦੇ ਵਿੱਚ ਸੇਫ ਹੈਗੇ ਨੇ ਇੱਕ ਤਾਂ, ਤੇ ਇੱਥੇ ਕਮਾਈ ਦੇ ਵੀ ਸਾਧਨ ਹੈਗੇ ਨੇ। ਸੋ ਜਿਹੜੇ ਹੋਰ ਦਰਸ਼ਕ ਸਾਡੇ ਪ੍ਰੋਗਰਾਮ ਦੇਖ ਰਹੇ ਨੇ, ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲ ਰਹੇ ਨੇ ਉਸ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਤੇ ਨਾਲ ਹੀ ਤੁਸੀਂ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਬਾਰੇ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਕਾਲ ਕਰਕੇ ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਸੋ ਪਵਨਦੀਪ ਸਿੰਘ ਜੀ, ਇੱਕ ਸਵਾਲ ਇਹ ਵੀ ਵੱਡਾ ਉੱਠਦਾ ਹੈ ਕਿ ਪੰਜਾਬੀ ਜਿਹੜੇ ਨੌਜਵਾਨ ਨੇ ਉਹ ਜ਼ਿਆਦਾ ਟਰੱਕਿੰਗ ਦੇ ਵਿੱਚ ਹੈਗੇ ਨੇ। ਜੇ ਆਪਾਂ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਤਾਂ ਟਰੱਕਿੰਗ ਦੇ ਉੱਤੇ ਆਪਾਂ ਕਹੀਏ ਪੰਜਾਬੀਆਂ ਦਾ ਰਾਜ ਹੈਗਾ। ਤੇ ਨਿਊਜ਼ੀਲੈਂਡ ਦੇ ਵਿੱਚ ਟਰੱਕਿੰਗ ਦਾ ਕਿੰਨਾ ਕੁ ਬਿਜ਼ਨਸ ਹੈਗਾ ਕਿ ਇੱਥੋਂ ਟਰੱਕਿੰਗ ਦੇ ਵਿੱਚ ਡਰਾਈਵਿੰਗ ਦੇ ਜਿਹੜੇ ਲੋਕ ਜਾਣਾ ਚਾਹੁੰਦੇ ਨੇ, ਇੱਛੁਕ ਹੈਗੇ ਨੇ, ਕਿ ਉੱਥੇ ਉਹ ਜਾ ਸਕਦੇ ਨੇ? ਦੇਖੋ, ਟਰੱਕਿੰਗ ਦਾ ਕੋਈ ਕੋਰਸ ਨਹੀਂ ਹੁੰਦਾ। ਅਗਰ ਕਿਸੇ ਕੋਲ ਐਕਸਪੀਰੀਅੰਸ ਹੈਗਾ ਔਰ ਉਹਨਾਂ ਕੋਲ ਜੌਬ ਆਫਰ ਹੈਗੀ ਹੈ ਨਿਊਜ਼ੀਲੈਂਡ ਤੋਂ ਤੇ ਡੈਫੀਨੇਟਲੀ ਉਹ ਆਪਣਾ ਵਰਕ ਵੀਜ਼ਾ ਅਪਲਾਈ ਕਰ ਸਕਦੇ ਨੇ। ਔਰ ਟਰੱਕਿੰਗ ਦਾ ਡੈਫੀਨੇਟਲੀ ਕਾਫੀ ਅੱਛਾ ਸਕੋਪ ਹੈਗਾ ਬਿਕੋਜ਼ ਸ਼ਾਰਟੇਜ ਹੈਗੀ ਹੈ ਟਰੱਕੀਜ਼ ਦੀ ਪੂਰੇ ਨਿਊਜ਼ੀਲੈਂਡ ਦੇ ਵਿੱਚ। ਤੇ ਲੇਕਿਨ ਪਹਿਲੇ ਕੀ ਸੀਗਾ, ਇੱਕ ਵੀਜ਼ਾ ਹੁੰਦਾ ਸੀ ਟੈਲੈਂਟ ਐਕ੍ਰੈਡਿਟਡ ਕਰਕੇ, ਜਿਹਦੇ ਵਿੱਚ ਜਿਹੜੀਆਂ ਕੰਪਨੀਜ਼ ਐਕ੍ਰੈਡਿਟਡ ਹੈਗੀਆਂ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਲੋਜਿਸਟਿਕਸ ਰਿਲੇਟਡ ਜਿਹੜੀਆਂ ਕੰਪਨੀਆਂ ਜਿਹੜੇ ਕਿ ਜਿਨ੍ਹਾਂ ਦੇ ਟਰੱਕ ਹੈਗੇ ਆ, ਉਹ ਅਗਰ $55,000 ਦਾ ਤੁਹਾਡਾ ਪੈਕੇਜ ਅਗਰ ਤੁਸੀਂ ਆਫਰ ਕਰਦੇ ਹੋ ਆਪਣੇ ਇੰਪਲੋਈ ਨੂੰ ਤਾਂ ਉਹਦੇ ਬੇਸਿਸ 'ਤੇ PR ਅਪਲਾਈ ਕਰ ਸਕਦੇ ਸੀਗੇ। ਬਟ ਲਾਸਟ ਈਅਰ ਜਿਹੜੇ ਇਹਨਾਂ ਨੇ ਚੇਂਜਸ ਕੀਤੇ ਆ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ, ਉਹਦੇ 'ਚ ਜਿਹੜੀ ਉਹ ਰਿਕੁਆਇਰਮੈਂਟ ਹੈ ਪੈਕੇਜ ਦੀ ਉਹ $55,000 ਤੋਂ $80,000 ਕਰ ਦਿੱਤੀ ਗਈ ਹੈ। ਤੇ ਜਿਹਦੇ ਕਰਕੇ ਹੁਣ ਟਰੱਕਿੰਗ ਤੋਂ PR ਹੋਣੀ ਜਿਹੜੀ ਉਹ ਕਾਫੀ ਡਿਫਿਕਲਟ ਹੈਗੀ ਹੈ। ਟਰੱਕਿੰਗ ਤੋਂ PR ਹੋਣੀ ਕਾਫੀ ਡਿਫਿਕਲਟ ਹੈਗੀ ਹੈ। ਤੁਸੀਂ ਦੱਸਿਆ ਕਿ ਉਹ ਵਰਕ ਵੀਜ਼ਾ ਅਪਲਾਈ ਕਰ ਸਕਦੇ ਨੇ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ। ਸ਼ਾਰਟੇਜ ਵੀ ਤੁਸੀਂ ਦੱਸ ਰਹੇ ਹੋ ਕਿ ਵਰਕ ਵੀਜ਼ਾ ਲਈ ਅਪਲਾਈ ਕਰਨ ਦੀ ਸ਼ਰਤਾਂ ਕੀ ਕੀ ਹੈਗੀਆਂ ਨੇ ਨਿਊਜ਼ੀਲੈਂਡ ਦੀਆਂ, ਕਿ ਕਿਹੜੇ ਬੰਦੇ ਇੱਥੇ ਵਰਕ ਵੀਜ਼ਾ ਲਈ ਟਰੱਕਿੰਗ ਦੇ ਵਿੱਚ ਜੇ ਜਾਣਾ ਚਾਹੁੰਦੇ ਨੇ ਡਰਾਈਵਿੰਗ ਦੇ ਵਿੱਚ, ਤਾਂ ਉਹਨਾਂ ਵਾਸਤੇ ਸ਼ਰਤਾਂ ਕੀ ਰੱਖੀਆਂ ਨੇ ਸਰਕਾਰ ਨੇ? ਜਿਹੜਾ ਪ੍ਰੋਸੈਸ ਹੈਗਾ ਉਹ ਹੈਗਾ ਕਿ ਇੱਕ ਵੀਜ਼ਾ ਹੁੰਦਾ ਐਸੈਂਸ਼ੀਅਲ ਸਕਿੱਲਸ ਵਰਕ ਵੀਜ਼ਾ, ਕਿ ਅਗਰ ਇੱਥੇ ਜਿਹੜਾ ਕੋਈ ਇੰਪਲੋਇਰ ਹੈ ਅਗਰ ਉਹਨਾਂ ਨੂੰ ਨਿਊਜ਼ੀਲੈਂਡ ਦੇ ਵਿੱਚ ਕੋਈ ਕੀ ਕਹਿੰਦੇ ਇੰਪਲੋਈ ਨਹੀਂ ਮਿਲ ਰਿਹਾ, ਕੋਈ ਟਰੱਕ ਡਰਾਈਵਰ ਨਹੀਂ ਮਿਲ ਰਿਹਾ, ਤੇ ਉਹ ਬਾਹਰੋਂ ਵੀ ਕਿ ਆਪਣਾ ਓਵਰਸੀਜ਼ ਤੋਂ ਜਿਹੜੇ ਮਾਈਗ੍ਰੈਂਟਸ ਹੈ ਉਹਨਾਂ ਨੂੰ ਹਾਇਰ ਕਰ ਸਕਦੇ ਡਿਪੈਂਡਿੰਗ ਅਪੋਨ ਦੇਅਰ ਐਕਸਪੀਰੀਅੰਸ ਔਰ ਉਹਨਾਂ ਦਾ ਕੀ ਹੈਗਾ ਪ੍ਰੋਫਾਈਲ। ਉਹਦੇ ਲਈ ਤੁਹਾਨੂੰ ਜੌਬ ਆਫਰ ਚਾਹੀਦੀ ਹੈ। ਜੌਬ ਆਫਰ ਤੁਸੀਂ ਅਗਰ ਕੋਈ ਕਿਸੇ ਕੋਲ ਟਰੱਕਿੰਗ ਦਾ ਐਕਸਪੀਰੀਅੰਸ ਹੈਗਾ
ਤੇ ਉਹ ਸਿੱਧਾ ਜਿਹੜੀ ਇਹਨਾਂ ਦੀ ਜੌਬ ਐਡਵਰਟਾਈਜ਼ਮੈਂਟਸ ਹੈਗੀਆਂ ਉੱਥੇ ਜਾ ਕੇ ਅਪਲਾਈ ਕਰ ਸਕਦੇ ਆ। ਅਗਰ ਕੋਈ ਕੰਪਨੀ ਉਹਨਾਂ ਨੂੰ ਜੈਨੂਇਨ ਜੌਬ ਆਫਰ ਕਰਦੀ ਹੈ ਉਹਦੇ ਬੇਸਿਸ ਤੇ ਉਹ ਡੈਫੀਨੇਟਲੀ ਅਪਲਾਈ ਕਰ ਸਕਦੇ ਨੇ। ਤੇ ਉਹਦੇ ਲਈ ਕੋਈ ਆਇਲਸ ਦੀਆਂ ਕੋਈ ਸ਼ਰਤਾਂ ਹੈਗੀਆਂ ਨੇ? ਆਇਲਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਉਹਦੇ ਲਈ। ਠੀਕ ਜੀ। ਕਾਫੀ ਸਾਰੇ ਨੌਜਵਾਨ ਆਪਣੇ ਹੈਗੇ ਨੇ, ਉਹ ਦੁਬਈ ਜਾਂਦੇ ਨੇ, ਉੱਥੇ ਟਰਾਲਾ ਚਲਾਉਂਦੇ ਨੇ, ਉੱਥੋਂ ਦਾ ਲਾਇਸੈਂਸ ਬਣਾਉਂਦੇ ਨੇ। ਉਹਨਾਂ ਦਾ ਮੰਨਣਾ ਹੈਗਾ ਕਿ ਇਸ ਨਾਲ ਉਹ ਛੇਤੀ ਮੂਵ ਕਰ ਸਕਦੇ ਨੇ ਅਮਰੀਕਾ, ਕੈਨੇਡਾ ਤੇ ਹੋਰ ਕੰਟਰੀਆਂ ਦੇ ਵਿੱਚ। ਤੇ ਕੀ ਜਿਹੜਾ ਦੁਬਈ ਦੇ ਵਿੱਚ ਜਾ ਕੇ ਟਰਾਲਾ ਚਲਾਉਂਦਾ ਉਹਦਾ ਵੀ ਕੋਈ ਮੁੱਲ ਪੈਂਦਾ ਜੇ ਨਿਊਜ਼ੀਲੈਂਡ ਆਉਣਾ ਚਾਹੁੰਦਾ ਹੈ ਤਾਂ? ਡੈਫੀਨੇਟਲੀ, ਬਿਕੋਜ਼ ਮੈਂ ਪਿੱਛੇ ਇੱਕ ਕਪਲ ਆਫ ਕੇਸਿਸ ਕੀਤੇ ਆ ਜਿਹੜੇ ਕਿ ਦੁਬਈ ਵਿੱਚ ਜਾਂ ਫਿਰ UAE ਦੇ ਵਿੱਚ ਜਿਹੜੇ ਪਿਛਲੇ 10 ਇਅਰਸ ਤੋਂ ਟਰੱਕਿੰਗ ਦੇ ਵਿੱਚ ਆਪਣਾ ਟਰੱਕ ਚਲਾ ਰਹੇ ਤੇ ਬਿਕੋਜ਼ ਉਹਨਾਂ ਕੋਲ ਜੌਬ ਆਫਰ ਹੈਗੀ ਸੀ, ਉਹਨਾਂ ਨੇ ਜੌਬ ਕੀਤੀ, ਜੌਬ ਆਫਰ ਹੈਗੀ ਸੀ, ਉਹਦੇ ਬੇਸਿਸ ਤੇ ਉਹਨਾਂ ਨੂੰ ਵਰਕ ਵੀਜ਼ਾ ਵੀ ਗ੍ਰਾਂਟ ਹੋਇਆ। ਜੀ ਜੀ। ਸੋ ਆਪਾਂ ਅਗਲੇ ਸੈਗਮੈਂਟ ਵੱਲ ਵਧਦੇ ਹਾਂ। ਤੇ ਨਿਊਜ਼ੀਲੈਂਡ ਨੇ ਕਰੋਨਾ ਦੇ ਵਿਰੁੱਧ ਜੰਗ ਜਿੱਤ ਲਿੱਤੀ ਹੈ ਤੇ ਬਹੁਤ ਸਾਰੇ ਜਿਹੜੇ ਦੇਸ਼ ਹੈਗੇ ਨੇ ਉਹ ਹਾਲੇ ਵੀ ਸੰਘਰਸ਼ ਕਰ ਰਹੇ ਨੇ। ਸੋ ਨਿਊਜ਼ੀਲੈਂਡ ਨੇ ਕਿਸ ਤਰ੍ਹਾਂ ਜੰਗ ਜਿੱਤ ਲਈ, ਇਹਦੇ ਵਿੱਚ ਕੀ ਉੱਥੇ ਰਣਨੀਤੀ ਅਪਣਾਈ ਗਈ, ਇਸ ਬਾਰੇ ਸਾਨੂੰ ਦੱਸੋਗੇ ਤੁਸੀਂ? ਡੈਫੀਨੇਟਲੀ ਜਿਹੜੀ ਲੇਬਰ ਗਵਰਨਮੈਂਟ ਹੈਗੀ ਹੈ, ਆਨਰੇਬਲ ਜਸਿੰਡਾ ਆਰਡਰਨ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਨਿਊਜ਼ੀਲੈਂਡ ਦੇ, ਉਹਨਾਂ ਨੇ ਬਹੁਤ ਹੀ ਵਧੀਆ ਸਟ੍ਰੈਟਜੀ ਦੇ ਨਾਲ ਇਸ ਨੂੰ ਜੰਗ ਨੂੰ ਜਿੱਤਿਆ ਆ। ਤੇ ਜਿਹੜਾ ਇਹਨਾਂ ਨੇ ਬਾਰਡਰ ਕਲੋਜ਼ ਕੀਤੇ ਆ, ਆਈ ਥਿੰਕ ਉਹ ਸਭ ਤੋਂ ਵੱਡਾ ਇੱਕ ਰੀਜ਼ਨ ਰਿਹਾ ਹੈ ਤਾਂ ਕਿ ਕੋਈ ਵੀ ਜਿਹੜਾ ਬਾਹਰੋਂ ਦੀ ਕਰੋਨਾ ਦੀ ਬਿਮਾਰੀ ਲੈ ਕੇ ਉਹ ਐਂਟਰ ਨਾ ਕਰ ਸਕੇ। ਤੇ ਵਿਦਿਨ ਨਿਊਜ਼ੀਲੈਂਡ ਜਿੰਨੇ ਵੀ ਕੀ ਕਹਿੰਦੇ ਆਪਣਾ ਸੈਕਟਰ ਸੀਗੇ ਜਾਂ ਫਿਰ ਰੀਜਨ ਸੀਗੇ, ਉੱਥੇ ਇਹਨਾਂ ਨੇ ਪ੍ਰੋਪਰ ਲਾਕਡਾਊਨ ਕਰਕੇ 6 ਹਫ਼ਤੇ ਲਾਕਡਾਊਨ ਰਿਹਾ, ਉਹਦੇ ਬੇਸਿਸ ਤੇ ਜੰਗ ਉਹ ਜਿੱਤ ਪਾਏ ਹੈ। ਤੇ ਹਾਂਜੀ, ਸੋ ਤੁਸੀਂ ਦੱਸ ਰਹੇ ਕਿ ਉਹਦੇ ਬੇਸਿਸ ਤੇ ਜੰਗ ਜਿੱਤ ਪਾਏ ਨੇ। ਲਾਕਡਾਊਨ ਭਾਰਤ ਦੇ ਵਿੱਚ ਵੀ ਰਿਹਾ ਹੈਗਾ, ਪਰ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਲਾਕਡਾਊਨ ਦਾ ਕਦਮ ਚੁੱਕਿਆ ਭਾਰਤ ਨੇ ਬਹੁਤ ਦੂਜੇ ਦੇਸ਼ਾਂ ਦੇ ਮੁਕਾਬਲੇ। ਤੇ ਪਰ ਇੱਥੇ ਹਾਲੇ ਵੀ ਕਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਨੇ। ਤੇ ਇੱਥੋਂ ਦੇ ਤੇ ਲਾਕਡਾਊਨ, ਭਾਰਤ ਦੇ ਲਾਕਡਾਊਨ ਤੇ ਤੁਸੀਂ ਨਿਊਜ਼ੀਲੈਂਡ ਦੇ ਲਾਕਡਾਊਨ ਦੇ ਦਰਮਿਆਨ ਕੀ ਫਰਕ ਦੇਖਦੇ ਹੋ ਕਿ ਇੱਥੇ ਹਾਲੇ ਵੀ ਕਰੋਨਾ ਦੇ ਮਾਮਲੇ ਵੱਧ ਰਹੇ ਨੇ ਤੇ ਉੱਥੇ ਨਿਊਜ਼ੀਲੈਂਡ ਨੇ 97% ਕੰਟਰੋਲ ਕਰ ਲਿੱਤਾ ਕਰੋਨਾ ਦੇ ਉੱਪਰ? ਸਰ, ਇਹਦਾ ਸਭ ਤੋਂ ਵੱਡਾ ਜਿਹੜਾ ਇੱਕ ਰੀਜ਼ਨ ਹੈਗਾ ਕਿ ਪੋਪੂਲੇਸ਼ਨ ਇਜ਼ ਅ ਵੈਰੀ ਬਿਗ ਫੈਕਟਰ। ਔਰ ਦੂਸਰੀ ਗੱਲ ਹੈਗੀ ਹੈ ਕਿ ਇੱਥੇ ਲੋਕਾਂ ਨੇ ਜਿਹੜਾ ਇੰਸਟਰਕਸ਼ਨਸ ਹੈ ਉਹਨਾਂ ਨੂੰ ਸਟ੍ਰਿਕਟਲੀ ਫੋਲੋ ਕੀਤਾ ਹੈ। ਇੰਡੀਆ ਵਿੱਚ ਲੋਕਾਂ ਨੇ ਇੰਸਟਰਕਸ਼ਨਸ ਨੂੰ ਫੋਲੋ ਨਹੀਂ ਕੀਤਾ, ਉਹਦੀ ਉਲੰਘਣਾ ਕੀਤੀ ਹੈ, ਜਿਹਦੇ ਕਰਕੇ ਹਲੇ ਵੀ ਜਿਹੜੇ ਕੇਸਿਸ ਉਹ ਵੱਧਦੇ ਜਾ ਰਹੇ ਆ। ਔਰ ਇੱਥੇ ਅਗਰ ਲਾਕਡਾਊਨ ਸੀਗਾ ਤੇ ਪ੍ਰੋਪਰਲੀ, ਔਰ ਈਵਨ ਮੈਂ ਇੱਕ ਹੋਰ ਚੀਜ਼ ਹਾਈਲਾਈਟ ਕਰਨਾ ਚਾਹਾਂਗਾ, ਇੱਕ ਮਿਨਿਸਟਰ ਜਿਹਨੇ ਕਿ ਰੂਲ ਨੂੰ ਤੋੜਿਆ ਸੀਗਾ ਡਿਊਰਿੰਗ ਦਾ ਲਾਕਡਾਊਨ, ਉਹਨੂੰ ਸਸਪੈਂਡ ਕਰ ਦਿੱਤਾ ਗਿਆ ਨਿਊਜ਼ੀਲੈਂਡ ਗਵਰਨਮੈਂਟ ਵੱਲੋਂ। ਤੇ ਕਹਿਣ ਦਾ ਮਤਲਬ ਹੈ ਕਿ ਰੂਲ ਸਾਰਿਆਂ ਵਾਸਤੇ ਬਰਾਬਰ ਹੈਗੇ ਆ, ਇੱਕੋ ਜਿਹੇ ਹੈਗੇ ਆ। ਅਗਰ ਸਾਰਿਆਂ ਨੇ ਰੂਲ ਫੋਲੋ ਕੀਤੇ ਹੈ ਤੇ ਅਸੀਂ ਕਰਕੇ ਜਿਹੜਾ ਉਹ ਜੰਗ ਨੂੰ ਜਿੱਤਿਆ ਗਿਆ ਨਿਊਜ਼ੀਲੈਂਡ ਦੇ ਵਿੱਚ। ਤੁਸੀਂ ਰੂਲਸ ਦੀ ਗੱਲ ਕਰ ਰਹੇ ਹੋ, ਰੂਲ ਉੱਥੇ ਨਹੀਂ ਤੋੜੇ ਗਏ ਤੇ ਜਿਨ੍ਹਾਂ ਨੇ ਜੇ ਤੋੜੇ ਨੇ ਤਾਂ ਉਹਨਾਂ ਵਾਸਤੇ ਬਕਾਇਦਾ ਉਹਨਾਂ ਨੂੰ ਸਖਤ ਸਜ਼ਾਵਾਂ ਵੀ ਦਿੱਤੀਆਂ ਗਈਆਂ। ਤੇ ਜੇ ਆਪਾਂ ਤੁਸੀਂ ਗੱਲ ਕੀਤੀ ਕਿ ਇੱਥੇ ਆਬਾਦੀ ਬਹੁਤ ਜ਼ਿਆਦਾ ਹੈਗੀ ਹੈ ਭਾਰਤ ਦੀ, ਤੇ ਨਿਊਜ਼ੀਲੈਂਡ ਦੇ ਵਿੱਚ ਕਿੰਨੀ ਆਬਾਦੀ ਹੈਗੀ ਹੈ ਉੱਥੇ? ਨਿਊਜ਼ੀਲੈਂਡ ਰੀਸੈਂਟਲੀ 5 ਮਿਲੀਅਨ ਜਿਹੜਾ ਇਹਨਾਂ ਨੇ ਅਚੀਵ ਕਰ ਲਿਆ। 5 ਮਿਲੀਅਨ ਦੀ ਆਬਾਦੀ ਹੋ ਗਈ ਨਿਊਜ਼ੀਲੈਂਡ ਦੇ ਵਿੱਚ। ਔਰ ਜਿਹੜੇ ਸਟੈਟਸ ਆਇਆ ਸਾਹਮਣੇ, ਉਹਦੇ 'ਚ ਇਹ ਆਇਆ ਕਿ 2003 ਤੋਂ ਲੈ ਕੇ ਹੁਣ ਤੱਕ ਜਿਹੜੀ 2003 ਵਿੱਚ 4 ਮਿਲੀਅਨ ਸੀਗੀ ਤੇ 2003 ਤੋਂ ਲੈ ਕੇ 2020 17 ਸਾਲਾਂ ਦੇ ਵਿੱਚ ਜਿਹੜਾ ਉਹ 1 ਮਿਲੀਅਨ ਜਿਹੜੀ ਪੋਪੂਲੇਸ਼ਨ ਉਹ ਵੱਧ ਗਈ ਹੈ ਤੇ ਟੋਟਲ ਜਿਹੜਾ ਹੈਗਾ ਹੁਣ 5 ਮਿਲੀਅਨ ਹੈਗਾ। ਤੇ ਪੰਜਾਬੀਆਂ ਦੀ ਇੱਥੇ ਕਿੰਨੀ ਵਸੋਂ ਹੈਗੀ ਹੈ? ਪੰਜਾਬੀ ਆਈ ਥਿੰਕ ਕਰੀਬ ਲੱਖ ਦੇ ਆਸ-ਪਾਸ ਜਿਹੜੇ ਉਹ ਹੋਣਗੇ ਮੇਰੇ ਹਿਸਾਬ ਨਾਲ। ਜੀ ਜੀ ਜੀ। ਤੇ ਪੰਜਾਬ ਦੇ ਜ਼ਿਆਦਾਤਰ ਲੋਕ ਕਿਹੜੇ ਏਰੀਆ 'ਚ ਗਏ ਨੇ, ਇਹ ਵੀ ਆਈਡੀਆ ਹੈਗਾ ਤੁਹਾਨੂੰ ਕੋਈ? ਵੱਖ-ਵੱਖ ਏਰੀਆ 'ਚੋਂ ਹੈਗੇ ਆ, ਬਟ ਅਗਰ ਮੈਂ ਸਟੂਡੈਂਟਸ ਦੀ ਗੱਲ ਕਰਾਂ ਤੇ ਮੋਸਟਲੀ ਜਿਹੜਾ ਸਟੂਡੈਂਟ ਹੈ ਉਹ ਅੰਮ੍ਰਿਤਸਰ ਬੈਲਟ ਤੋਂ, ਤਰਨਤਾਰਨ ਗੁਰਦਾਸਪੁਰ ਵਾਲੀ ਸਾਈਡ ਤੋਂ ਕਾਫੀ ਸਟੂਡੈਂਟ ਜਿਹੜਾ ਉਹ ਮਾਈਗ੍ਰੇਟ ਹੋ ਰਿਹਾ। ਔਰ ਬਾਕੀ ਉਸ ਤੋਂ ਇਲਾਵਾ ਜਿੰਨੇ ਵੀ ਰੀਜਨ ਹੈਗੇ ਆ ਪੰਜਾਬ ਦੇ, ਚਾਹੇ ਲੁਧਿਆਣਾ ਮਾਲਵਾ ਹੋ ਗਿਆ ਜਾਂ ਫਿਰ ਦੁਆਬਾ ਹੋ ਗਿਆ, ਸਾਰੀ ਜਗ੍ਹਾ ਤੋਂ ਹੀ ਪੰਜਾਬੀ ਹੈਗੇ ਆ ਇੱਧਰ। ਜੀ ਜੀ। ਸੋ ਆਪਾਂ ਨੂੰ ਪੰਕਜ ਸ਼ਰਮਾ ਜੀ ਦਾ ਮੈਸੇਜ ਆਇਆ ਹੈ ਇੱਕ ਫੇਸਬੁੱਕ ਦੇ ਉੱਪਰ। ਉਹਨਾਂ ਨੇ ਕਿਹਾ ਮਾਈ ਵੀਜ਼ਾ ਰਿਫਿਊਜ਼ 2 ਟਾਈਮਸ, ਸਭ ਓਕੇ ਸੀ, ਕੁਕਿੰਗ ਦਾ ਵੀਜ਼ਾ ਹੈਗਾ ਸੀ, ਪਰ ਇਹਨਾਂ ਦਾ ਜਿਹੜਾ ਵੀਜ਼ਾ 2 ਵਾਰੀ ਰਿਫਿਊਜ਼ ਹੋ ਗਿਆ, ਪਰ ਸਭ ਕੁਝ ਓਕੇ ਦੱਸ ਰਹੇ ਨੇ। ਤੇ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਜੀ? ਇਹ ਬਹੁਤ ਕਾਮਨ ਸਵਾਲ ਹੈਗਾ ਕਿਉਂਕਿ ਕੁਕਰੀ ਮੋਸਟਲੀ ਸਟੂਡੈਂਟ ਜਿਹੜੇ ਇੰਡੀਆ ਤੋਂ ਅਪਲਾਈ ਕਰਦੇ ਹੋ ਪੰਜਾਬ 'ਚ ਹੀ ਹੈਗੇ ਜਿਹੜੇ ਕੁਕਰੀ ਪ੍ਰੋਗਰਾਮ ਨਹੀਂ ਕਰਦੇ ਆ, ਬਟ ਜਿਹੜਾ ਕੁਕਰੀ ਦਾ ਅਪਰੂਵਲ ਰੇਟ ਹੈ ਉਹ ਸਿਰਫ 50% ਦੇ ਆਸ-ਪਾਸ ਹੈਗਾ ਆ। ਤੇ ਮੇਰਾ ਇਹ ਮੰਨਣਾ ਕਿ ਜਿਵੇਂ ਮੈਂ ਪਹਿਲੇ ਵੀ ਹਾਈਲਾਈਟ ਕੀਤਾ ਕਿ ਅਗਰ ਕੋਈ ਵੀ ਕੁਕਰੀ ਜਾਂ ਹੌਸਪਿਟੈਲਿਟੀ ਦੇ ਪ੍ਰੋਗਰਾਮ ਲਈ ਆ ਰਿਹਾ ਹੈ, ਉਹ ਤਾਂ ਹੀ ਆਏ ਅਗਰ ਉਹਨਾਂ ਕੋਲ ਐਕਚੁਅਲ ਵਿੱਚ ਪੈਸ਼ਨ ਹੈਗਾ ਉਸ ਪਾਰਟਿਕੂਲਰ ਫੀਲਡ ਦੇ ਵਿੱਚ ਜਾਣ ਦਾ। ਠੀਕ ਹੈ, ਬਿਕੋਜ਼ ਨਿਊਜ਼ੀਲੈਂਡ ਗਵਰਨਮੈਂਟ ਦਾ ਇੱਕ ਪ੍ਰੋਸੈਸ ਹੈ ਕਿ ਜਦੋਂ ਵੀ ਤੁਹਾਡੀ ਇਮੀਗ੍ਰੇਸ਼ਨ 'ਚ ਫਾਈਲ ਜਾਂਦੀ ਹੈ ਤੇ ਤੁਹਾਨੂੰ ਟੈਲੀਫੋਨਿਕ ਇੰਟਰਵਿਊ ਕੀਤੀ ਜਾਂਦੀ ਹੈ। ਅਗਰ ਤੁਸੀਂ ਟੈਲੀਫੋਨਿਕ ਇੰਟਰਵਿਊ ਵਿੱਚ ਸਕਸੈਸਫੁਲ ਨਹੀਂ ਹੁੰਦੇ ਤੇ ਤੁਹਾਡਾ ਵਿੱਚ ਜਿਹੜਾ ਵੀਜ਼ਾ ਉਹ ਰਿਜੈਕਟ ਹੋ ਜਾਂਦਾ। ਤੇ ਜਿਹੜੇ ਜਦੋਂ ਅਸੀਂ ਆਪਣੇ ਸਟੂਡੈਂਟਸ ਦੀ ਤਿਆਰੀ ਕਰਾਉਂਦੇ ਹਾਂ ਤੇ ਵੀ ਮੇਕ ਸ਼ੋਰ ਕਿ ਜਿੰਨੇ ਵੀ ਟੈਕਨੀਕਲ
ਐਸਪੈਕਟਸ ਹੈਗੇ ਆ ਪ੍ਰੋਗਰਾਮ ਦੇ ਅਰਾਊਂਡ, ਚਾਹੇ ਉਹ ਕੁਕਰੀ ਹੋ ਗਿਆ, ਹਸਪਿਟੈਲਿਟੀ ਹੋ ਗਿਆ, ਇੰਜੀਨੀਅਰਿੰਗ ਹੋ ਗਿਆ, ਨਰਸਿੰਗ ਹੋ ਗਿਆ, ਅਸੀਂ ਉਹ ਸਾਰੇ ਕਵਰ ਕਰੀਏ। ਤੇ ਕੀ ਵਾਲਿਆਂ ਵਾਸਤੇ ਖਾਸ ਲਾਈਏ ਕਿ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਸਕਿੱਲਸ ਹੈਗੇ ਆ ਉਹ ਬਹੁਤ ਹਾਈ ਹੋਣੇ ਚਾਹੀਦੇ ਆ, ਬਿਕੋਜ਼ ਜਿਹੜੇ ਇਮੀਗ੍ਰੇਸ਼ਨ ਆਫੀਸ਼ੀਅਲਸ ਆ ਬਹੁਤ ਜ਼ਿਆਦਾ ਤੁਹਾਨੂੰ ਟੈਕਨੀਕਲ ਕੁਐਸਚਨਸ ਪੁੱਛਦੇ ਆ। ਅਗਰ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਵੀਕ ਹੋਣਗੇ ਤੇ ਤੁਸੀਂ ਇੰਟਰਵਿਊ ਨਹੀਂ ਕਲੀਅਰ ਕਰ ਪਾਓਗੇ। ਤੇ ਮੈਨੂੰ ਲੱਗ ਰਿਹਾ ਕਿ ਜਿਨ੍ਹਾਂ ਦਾ ਆਈ ਥਿੰਕ ਕੁਐਸਚਨ ਆਇਆ ਉਹਨਾਂ ਦਾ ਵੀ ਇੰਟਰਵਿਊ ਦੇ ਬੇਸਿਸ ਤੇ ਰਿਜੈਕਟ ਹੋਇਆ ਹੋਣਾ, ਤੇ ਅਗਰ ਉਹ ਡਿਟੇਲ 'ਚ ਗੱਲ ਕਰਨਾ ਚਾਹੁੰਦੇ ਆ ਤੇ ਉਹ ਮੈਨੂੰ WhatsApp ਤੇ ਸੰਪਰਕ ਕਰ ਸਕਦੇ ਨੇ। ਜੀ ਪਵਨਦੀਪ ਸਿੰਘ ਜੀ, ਇੱਕ ਪਾਰਟਨਰਸ਼ਿਪ ਵੀਜ਼ਾ ਕੀ ਚੀਜ਼ ਹੈਗੀ ਹੈ, ਇਹਦੇ ਵਿੱਚ ਕਿਹੜੀ ਖਾਸ ਗੱਲਾਂ ਧਿਆਨ ਰੱਖਣਾ ਪੈਂਦਾ ਹੈ? ਸਰ ਪਾਰਟਨਰਸ਼ਿਪ ਵੀਜ਼ਾ ਜਿਹੜੇ ਦੋ ਤਰ੍ਹਾਂ ਦੇ ਹੁੰਦੇ, ਇੱਕ ਹੁੰਦੇ ਕਿ ਜਿਹੜੇ ਸਟੂਡੈਂਟਸ ਦੇ ਪਾਰਟਨਰ ਹੈ, ਜਿਹੜੇ ਕਿ ਸਪਾਊਸ ਹੈਗੇ ਉਹ ਨਾਲ ਜਾਣਾ ਚਾਹੁੰਦੇ ਉਹਨਾਂ ਦੇ। ਤੇ ਅਗਰ ਕੋਈ ਲੈਵਲ ਅਗਰ ਕੋਈ ਲੈਵਲ 5 ਤੋਂ ਲੈ ਕੇ ਲੈਵਲ 8 ਯਾਨੀ ਕਿ ਜਿਹੜੇ ਲੈਵਲਸ ਹੁੰਦੇ ਆ ਇੱਥੇ ਐਜੂਕੇਸ਼ਨ ਦੇ, ਅਗਰ ਕੋਈ ਲੈਵਲ 5 ਤੋਂ ਲੈ ਕੇ ਲੈਵਲ 8 ਪ੍ਰੋਗਰਾਮ ਲਈ ਜਾਣਾ ਤੇ ਉਹਦੇ ਸਪਾਊਸ ਨੂੰ ਜਿਹੜਾ ਸਿਰਫ ਵਿਜ਼ਟਰ ਵੀਜ਼ਾ ਮਿਲਦਾ ਹੈ। ਤੇ ਅਗਰ ਕੋਈ ਮਾਸਟਰਸ ਡਿਗਰੀ ਕਰਨ ਲਈ ਆਉਂਦਾ ਤੇ ਉਹਦੇ ਸਪਾਊਸ ਨੂੰ ਜਿਹੜਾ ਵਰਕ ਵੀਜ਼ਾ ਮਿਲ ਸਕਦਾ ਹੈ, ਔਰ ਉਹਨਾਂ ਦੇ ਅਗਰ ਬੱਚੇ ਵੀ ਹੈਗੇ ਤੇ ਉਹਨਾਂ ਨੂੰ ਡਿਪੈਂਡੈਂਟ ਚਾਈਲਡ ਵੀਜ਼ਾ ਜਿਹੜਾ ਉਹ ਮਿਲ ਸਕਦਾ। ਤੇ ਦੂਸਰਾ ਪਾਰਟਨਰਸ਼ਿਪ ਵੀਜ਼ਾ ਹੁੰਦਾ ਕਿ ਅਗਰ ਕਿਸੇ ਦਾ ਮਤਲਬ ਕਿ ਅਗਰ ਕਿਸੇ ਦਾ ਵਿਆਹ ਹੋਇਆ ਨਿਊਜ਼ੀਲੈਂਡ ਵਰਕ ਵੀਜ਼ਾ ਹੋਲਡਰ ਜਾਂ ਫਿਰ ਰੈਜ਼ੀਡੈਂਟ ਜਾਂ ਸਿਟੀਜ਼ਨ ਦੇ ਨਾਲ, ਤੇ ਉਹ ਪਾਰਟਨਰਸ਼ਿਪ ਵੀਜ਼ਾ ਅਪਲਾਈ ਕਰਕੇ ਨਿਊਜ਼ੀਲੈਂਡ ਦੇ ਵਿੱਚ ਮਾਈਗ੍ਰੇਟ ਕਰ ਸਕਦੇ ਨੇ। ਤੁਸੀਂ ਸਪਾਊਸ ਦੀ ਗੱਲ ਕੀਤੀ ਹੈ ਕਿ ਸਪਾਊਸ ਦੇ ਵਿੱਚ ਆਮ ਤੌਰ ਤੇ ਜਿਹੜੇ ਜੋੜੇ ਇੱਥੇ ਵਿਆਹੇ ਹੁੰਦੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਜਾਂ ਪਤੀ ਦਾ ਲੱਗ ਗਿਆ ਵੀਜ਼ਾ ਜਾਂ ਪਤਨੀ ਦਾ ਲੱਗ ਗਿਆ, ਉੱਥੇ ਜਾ ਕੇ ਉਹ ਸਟੱਡੀ ਵੀਜ਼ਾ ਲੱਗ ਗਿਆ। ਤੇ ਜਿਹੜੇ ਸਪਾਊਸ ਉੱਥੇ ਨਾਲ ਜਾਂਦੇ ਨੇ ਉਹਨਾਂ ਨੂੰ ਮਤਲਬ ਕੰਮ ਕਰਨ ਦੀ ਜਿਹੜੀ ਇਜਾਜ਼ਤ ਹੈਗੀ ਹੈ ਉਹ ਕਿਹੜੇ ਪ੍ਰੋਗਰਾਮਾਂ ਦੇ ਵਿੱਚ ਹੈਗੀ ਹੈ ਤੇ ਕਿੰਨੇ ਘੰਟੇ ਉਹ ਕੰਮ ਕਰ ਸਕਦੇ ਨੇ ਉੱਥੇ? ਜਿਵੇਂ ਕਿ ਮੈਂ ਹਾਈਲਾਈਟ ਕੀਤਾ ਕਿ ਅਗਰ ਕੋਈ ਲੈਵਲ 5 ਤੋਂ ਲੈਵਲ 8 ਪ੍ਰੋਗਰਾਮ ਕਰਨ ਲਈ ਆ ਰਿਹਾ ਤੇ ਸਪਾਊਸ ਨੂੰ ਸਿਰਫ ਵਿਜ਼ਟਰ ਵੀਜ਼ਾ ਮਿਲਦਾ। ਤੇ ਵਿਜ਼ਟਰ ਵੀਜ਼ਾ ਕਿ ਇੱਥੇ ਆ ਕੇ ਉਹ ਕੰਮ ਨਹੀਂ ਕਰ ਸਕਦੇ, ਉਹਨਾਂ ਨੂੰ ਆਪਣਾ ਜਿਹੜਾ ਖਰਚਾ ਉਹ ਨਾਲ ਲੈ ਕੇ ਆਉਣਾ ਪਊਗਾ। ਠੀਕ ਹੈ, ਸਟੱਡੀ ਕੰਪਲੀਟ ਕਰਨ ਤੋਂ ਬਾਅਦ ਜਦੋਂ ਪ੍ਰਾਇਮਰੀ ਐਪਲੀਕੈਂਟ ਦਾ ਵਰਕ ਵੀਜ਼ਾ ਪਏਗਾ ਉਸ ਟਾਈਮ ਤੇ ਸਪਾਊਸ ਨੂੰ ਵੀ ਵਰਕ ਵੀਜ਼ਾ ਨਾਲ ਮਿਲ ਜਾਏਗਾ। ਅਗਰ ਕੋਈ ਮਾਸਟਰਸ ਡਿਗਰੀ ਕਰਨ ਲਈ ਆਉਂਦਾ ਨਿਊਜ਼ੀਲੈਂਡ ਦੇ ਵਿੱਚ ਤੇ ਸਪਾਊਸ ਨੂੰ ਪਹਿਲੇ ਦਿਨ ਤੋਂ ਹੀ ਵਰਕ ਵੀਜ਼ਾ ਮਿਲ ਸਕਦਾ ਹੈ, ਅਗਰ ਉਹ ਸਾਰੀਆਂ ਰਿਕੁਆਇਰਮੈਂਟਸ ਮੀਟ ਕਰਦੇ ਨੇ, ਤੇ ਗਾਂ ਚੱਲ ਕੇ ਵੀ ਉਹਨਾਂ ਨੂੰ ਵਰਕ ਵੀਜ਼ਾ ਮਿਲ ਸਕਦਾ। ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਪੰਜਾਬ 'ਚ ਹੈਗੀ ਹੈ ਕਿ ਲੋਕੀ ਪਾਰਟਨਰਸ਼ਿਪ ਵੀਜ਼ਾ ਅਗਰ ਤੁਹਾਡੇ ਕਿਸੇ ਦਾ ਹਸਬੈਂਡ ਜਾਂ ਕਿਸੇ ਦੀ ਵਾਈਫ ਅਗਰ ਸਟੂਡੈਂਟ ਅਪਲਾਈ ਕੀਤਾ ਹੈ ਤੇ ਉਹਨਾਂ ਦਾ ਜਿਹੜਾ ਵਿਆਹ ਹੈ ਉਹ ਜ਼ਿਆਦਾ ਟਾਈਮ ਨਹੀਂ ਹੋਇਆ ਹੁੰਦਾ ਉਹਨੂੰ, ਜਾਂ ਫਿਰ ਫੇਕ ਮੈਰਿਜ ਹੁੰਦੀਆਂ ਜਿਹਦੇ ਕਰਕੇ ਪਾਰਟਨਰਸ਼ਿਪ ਵੀਜ਼ਾ ਡਿਕਲਾਈਨ ਹੋ ਜਾਂਦੇ ਆ। ਤੇ ਮੇਰੀ ਖਾਸ ਤੌਰ ਤੇ ਇਹ ਰეკਮੈਂਡੇਸ਼ਨ ਜਾਂ ਫਿਰ ਮੈਂ ਐਡਵਾਈਸ ਕਰੂੰਗਾ ਕਿ ਅਗਰ ਕਿਸੇ ਨੇ ਵੀ ਅਗਰ ਪਾਰਟਨਰਸ਼ਿਪ ਵੀਜ਼ਾ ਅਪਲਾਈ ਕਰਨਾ ਹੈ ਤੇ ਤੁਸੀਂ ਮੇਕ ਸ਼ੋਰ ਕਰੋ ਕਿ ਤੁਹਾਡਾ ਜਿਹੜਾ ਵਿਆਹ ਹੈ ਉਹਨੂੰ ਘੱਟ ਤੋਂ ਘੱਟ 6 ਮਹੀਨੇ ਹੋ ਚੁੱਕੇ ਆ, ਔਰ 6 ਮਹੀਨੇ ਇਕੱਠੇ ਰਹਿਣ ਤੋਂ ਬਾਅਦ ਤੁਹਾਡੇ ਕੋਲ ਇਨਫ ਐਵੀਡੈਂਸਿਸ ਇਨਫ ਪ੍ਰੂਫ ਹੋਣੇ ਚਾਹੀਦੇ ਆ ਟੂ ਸਪੋਰਟ ਯੋਰ ਪਾਰਟਨਰਸ਼ਿਪ ਐਪਲੀਕੇਸ਼ਨ ਕਿ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਜੈਨੂਇਨ ਹੈਗਾ, ਸਟੇਬਲ ਹੈਗਾ, ਔਰ ਤੁਸੀਂ ਅੱਗੇ ਚੱਲ ਕੇ ਇਹਨੂੰ ਨਿਭਾਉਣਾ ਚਾਹੁੰਦੇ ਹੋ। ਤੇ ਇਹ ਸਾਰੀਆਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ, ਖਾਸ ਕਰਕੇ ਜਿਹੜੀਆਂ ਪੰਜਾਬ ਦੀ ਐਪਲੀਕੇਸ਼ਨਸ ਹੈ ਅਗਰ ਉਹਨਾਂ ਦੀ ਮੈਂ ਗੱਲ ਕਰਾਂ ਤੇ, ਔਰ ਅਗਰ ਤੁਹਾਡਾ ਰਿਲੇਸ਼ਨਸ਼ਿਪ ਜੈਨੂਇਨ ਸਟੇਬਲ ਹੈਗਾ ਉਹਦੇ ਬੇਸਿਸ ਤੇ ਡੈਫੀਨੇਟਲੀ ਤੁਹਾਨੂੰ ਵੀਜ਼ਾ ਜਿਹੜਾ ਗ੍ਰਾਂਟ ਹੋ ਸਕਦਾ। ਜੀ ਤੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਕਿ ਜਿਹੜੇ ਇੱਥੋਂ ਦੇ ਸਪਾਊਸ ਜਾਂਦੇ ਨੇ ਤੇ ਉਹਨਾਂ ਦੇ ਬੱਚੇ ਉੱਥੇ ਹੁੰਦੇ ਨੇ, ਜਨਮ ਉੱਥੇ ਲੈ ਲੈਂਦੇ, ਕੀ ਉੱਥੋਂ ਦੇ ਉਹ ਸਿਟੀਜ਼ਨ ਬਣ ਜਾਂਦੇ ਨੇ ਤੇ ਉਹਨਾਂ ਨੂੰ ਕੀ ਸਹੂਲਤਾਂ ਮਿਲਦੀਆਂ ਨੇ ਫਿਰ? ਨਹੀਂ, ਸਿਟੀਜ਼ਨ ਨਹੀਂ ਬਣਦੇ। ਅਗਰ ਇੱਥੇ ਕੋਈ ਵੀ ਵਰਕ ਵੀਜ਼ਾ ਤੇ ਆਇਆ ਜਾਂ ਫਿਰ ਉਹਨਾਂ ਦੇ ਅਗਰ ਕੋਈ ਇੱਥੇ ਬੱਚਾ ਪੈਦਾ ਹੁੰਦਾ ਤੇ ਉਹਨਾਂ ਨੂੰ ਸਿਟੀਜ਼ਨ ਜਾਂ PR ਨਹੀਂ ਹੁੰਦੇ, ਉਹ ਉਹਨਾਂ ਨੂੰ ਵਿਜ਼ਟਰ ਵੀਜ਼ਾ ਮਿਲਦਾ ਹੈ 5 ਸਾਲ ਦੀ ਉਮਰ ਤੱਕ। 5 ਸਾਲ ਤੋਂ ਬਾਅਦ ਉਹ ਡੋਮੈਸਟਿਕ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਆ, ਜਿਹਦੇ ਵਿੱਚ ਜਿਹੜੀ ਉਹਨਾਂ ਦੀ ਪੜ੍ਹਾਈ ਹੈ ਉਹ ਇੰਟਰਨੈਸ਼ਨਲ ਫੀਸ ਨਹੀਂ ਲੱਗਦੀ। ਉਹ ਜਿਹੜੇ ਇੱਥੇ ਰੈਜ਼ੀਡੈਂਟ ਜਾਂ ਸਿਟੀਜ਼ਨ ਦੀ ਜਿਹੜੀ ਫੀਸ ਲੱਗਦੀ ਹੈ ਜਿਹੜੀ ਕਿ ਬਹੁਤ ਨੋਮੀਨਲ ਹੁੰਦੀ ਹੈ $700 ਜਾਂ $1000 ਪੂਰੇ ਸਾਲ ਦੀ, ਉਹੀ ਉਹਨਾਂ ਨੂੰ ਦੇਣੀ ਪਊਗੀ। ਨਹੀਂ ਮਤਲਬ ਜਿਹੜੇ ਬੱਚਿਆਂ ਨੇ ਉੱਥੇ ਜਨਮ ਲਿਆ ਉਹਨਾਂ ਨੂੰ ਉੱਥੋਂ ਦਾ ਸਿਟੀਜ਼ਨ ਨਹੀਂ ਮੰਨਿਆ ਜਾਂਦਾ? ਨਹੀਂ। ਤੇ ਉਹਦੇ ਲਈ ਕੀ ਪ੍ਰੋਸੈਸ ਨਹੀਂਗਾ ਕਿ ਉਹ ਸਿਟੀਜ਼ਨ ਕਦੋਂ ਬਣ ਸਕਦਾ ਹੈ? ਉਹਦੇ ਲਈ ਕੀ ਕੁਝ ਕਰਨਾ ਪਏਗਾ ਉਸ ਨੂੰ? ਜਦ ਤੱਕ ਮਾਪੇ PR ਜਾਂ ਸਿਟੀਜ਼ਨ ਨਹੀਂ ਹੋਣਗੇ ਬੱਚਾ PR ਜਾਂ ਸਿਟੀਜ਼ਨ ਨਹੀਂ ਹੋ ਸਕਦਾ। ਉਨੀ ਦੇਰ ਤੱਕ ਉਸ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਉੱਥੋਂ ਦੀ ਸਰਕਾਰ ਦਾ? ਬੈਨੀਫਿਟ ਸਰ ਬਸ ਇਹੀ ਹੈ ਕਿ ਅਗਰ ਉਹਨਾਂ ਦੀ 5 ਸਾਲ ਤੋਂ ਉੱਪਰ ਦਾ ਹੈਗਾ ਤੇ ਬੱਚਾ ਤੁਹਾਨੂੰ ਡੋਮੈਸਟਿਕ ਸਟੂਡੈਂਟ ਵੀਜ਼ਾ ਮਿਲੇਗਾ ਤੇ ਮਤਲਬ ਕਿ ਡੋਮੈਸਟਿਕ ਫੀਸ ਲੱਗੇਗੀ, ਇੰਟਰਨੈਸ਼ਨਲ ਫੀਸ ਨਹੀਂ ਪੇ ਕਰਨੀ ਪਏਗੀ। ਡੋਮੈਸਟਿਕ ਫੀਸ ਦਾ ਬੈਨੀਫਿਟ ਲੈ ਸਕਦੇ ਨੇ। ਠੀਕ ਹੈ ਜੀ। ਸੋ ਆਪਾਂ ਕਰੋਨਾ ਦੀ ਗੱਲ ਕਰ ਰਹੇ ਸੀਗੇ, ਕਰੋਨਾ ਦੇ ਉੱਤੇ ਮਾਤ ਪਾ ਲਿੱਤੀ ਹੈ ਲੋਕਡਾਊਨ, ਤੇ ਹੁਣ ਨਿਊਜ਼ੀਲੈਂਡ ਦੀ ਆਪਾਂ ਗੱਲ ਕਰੀਏ ਕਿ ਨਿਊਜ਼ੀਲੈਂਡ ਦੁਆਰਾ ਖੁੱਲ ਗਿਆ ਹੁਣ ਤੇ ਕਿਹੜੇ ਅਦਾਰੇ ਬੰਦ ਹੈਗੇ ਨੇ? ਲਗਭਗ ਸਭ ਕੁਝ ਖੁੱਲ ਚੁੱਕਿਆ ਹੈ ਜੀ, ਬਿਕੋਜ਼ ਲੈਵਲ 2 ਹੋ ਚੁੱਕਿਆ ਇੱਧਰ, ਤੇ ਕਾਫੀ ਹੱਦ ਤੱਕ ਜਿਹੜੀਆਂ ਚੀਜ਼ਾਂ ਉਹ ਨੋਰਮਲਾਈਜ਼ ਹੋ ਚੁੱਕੀਆਂ, ਸਟੇਬਲ ਹੋ ਚੁੱਕਿਆ। ਮਾਲਸ ਦੇ ਵਿੱਚ ਜਾਂ ਰੋਡ ਤੇ ਪੂਰਾ ਟ੍ਰੈਫਿਕ ਜਾਂ ਫਿਰ ਤੁਹਾਨੂੰ ਪੂਰਾ ਗਾਹ ਪਿਆ ਮਿਲੂਗਾ। ਸਭ ਕੁਝ ਨੋਰਮਲਾਈਜ਼ ਹੋ ਚੁੱਕਿਆ ਕਾਈਂਡ ਆਫ ਯੂ ਕੈਨ ਸੇ। ਤੇ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ? ਜਿੱਦਾਂ ਕਿ ਭਾਰਤ ਦੇ ਵਿੱਚ ਵੀ ਕਾਫੀ ਹੱਦ ਤੱਕ ਛੋਟਾਂ ਦਿੱਤੀਆਂ ਗਈਆਂ ਨੇ ਤੇ ਹਾਲੇ ਲੋਕਡਾਊਨ ਤਾਂ ਜਾਰੀ ਹੈ, ਪਰ ਫਿਰ ਦੁਕਾਨਾਂ ਕਾਫੀ ਹੱਦ ਤੱਕ ਖੁੱਲ ਗਈਆਂ, ਅਦਾਰੇ ਖੁੱਲ ਗਏ ਨੇ, ਮਾਲਸ ਹਾਲੇ ਬੰਦ ਪਏ ਨੇ, ਜਿਮ ਬੰਦ ਪਏ ਨੇ ਕਈ, ਤੇ ਉੱਥੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਭਾਰਤ ਦੇ ਵਿੱਚ। ਤੇ ਨਿਊਜ਼ੀਲੈਂਡ ਦੇ ਵਿੱਚ ਕਿਸ ਤਰ੍ਹਾਂ ਦੀ ਹਦਾਇਤਾਂ ਦਿੱਤੀਆਂ ਗਈਆਂ ਨੇ? ਇੱਥੇ ਜਿਹੜਾ ਐਂਟਰਟੇਨਮੈਂਟ ਇੰਡਸਟਰੀ ਹੈਗੀ ਹੈ, ਯਾਨੀ ਕਿ ਜਿਹੜੇ ਸਿਨੇਮਾ ਹਾਲਸ ਹੈਗੇ ਉਹ ਹਲੇ ਬੰਦ ਹੈਗੇ ਆ,
ਮॉल्स ਵਗੈਰਾ ਖੁੱਲ ਚੁੱਕੇ ਹੈ। ਮਾਸਕ ਜਿਹੜਾ ਉਹ ਐਸ ਸੱਚ ਕੋਈ ਕੰਪਲਸਰੀ ਨਹੀਂ ਕੀਤਾ ਗਿਆ, ਬਟ ਅਗਰ ਕੋਈ ਪਾਉਣਾ ਚਾਹੁੰਦਾ ਹੈ ਤੇ ਡੈਫੀਨਿਟਲੀ ਉਹ ਪਾ ਸਕਦੇ ਹੈ। ਸੋਸ਼ਲ ਡਿਸਟੈਂਸਿੰਗ ਲਈ ਕੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ? ਸੋਸ਼ਲ ਡਿਸਟੈਂਸਿੰਗ ਲਈ ਰੈਸਟੋਰੈਂਟਸ ਵਗੈਰਾ ਵਿੱਚ ਉਹਨਾਂ ਨੇ ਬੋਲਿਆ ਕਿ ਕੋਈ ਵੀ 10 ਤੋਂ ਉੱਪਰ ਦਾ ਜਿਹੜਾ ਗਰੁੱਪ ਹੈ ਉਹ ਨਹੀਂ ਬੈਠ ਸਕਦਾ, ਤੇ ਪ੍ਰੋਪਰ ਜਿਹੜੇ ਜਿੰਨੇ ਵੀ ਰੈਸਟੋਰੈਂਟਸ ਹੈਗੇ ਉਹ ਆਪਣੇ ਕਰੈਕਟਿਵ ਮੇਜਰਸ ਲੈ ਰਹੇ ਤਾਂ ਕਿ ਸੋਸ਼ਲ ਡਿਸਟੈਂਸਿੰਗ ਦੀ ਜਿਹੜੀ ਉਲੰਘਣਾ ਨਾ ਹੋ ਸਕੇ। ਜੀ ਜੀ ਜੀ, ਸੋ ਬਹੁਤ ਵਧੀਆ ਗੱਲ ਹੈ ਕਿ ਨਿਊਜ਼ੀਲੈਂਡ ਨੇ ਬੜੀ ਛੇਤੀ ਇੱਥੇ ਜਿੱਤ ਹਾਸਲ ਕੀਤੀ ਹੈਗੀ ਹੈ, ਕਰੋਨਾ ਨੂੰ ਹਰਾਇਆ ਹੈਗਾ ਨਿਊਜ਼ੀਲੈਂਡ ਨੇ, ਤੇ ਇੱਥੇ ਲਗਭਗ 97% ਦੀ ਕੰਟਰੋਲ ਕਰ ਦਿੱਤਾ ਗਿਆ। ਇੱਕਾ ਦੁੱਕਾ ਮਾਮਲੇ ਹੁਣ ਸਾਹਮਣੇ ਆ ਰਹੇ ਨੇ। ਤੇ ਇਸ ਵਿਚਾਲੇ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਕੌਮਾਂਤਰੀ ਵਿਦਿਆਰਥੀ ਸੀ, ਇੰਟਰਨੈਸ਼ਨਲ ਸਟੂਡੈਂਟ, ਤੇ ਉਹ ਵੀ ਉੱਥੇ ਫਸੇ ਹੋਏ ਸਨ, ਕਿਉਂਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਤਾਂ ਹੁਣ ਆਨਲਾਈਨ ਸਟੱਡੀ ਚੱਲ ਰਹੀ ਸੀਗੀ ਤੇ ਕਈਆਂ ਦੀ ਨੌਕਰੀਆਂ ਵੀ ਚਲੀਆਂ ਗਈਆਂ ਸੀ, ਪਰ ਉਹਨਾਂ ਦੇ ਉੱਤੇ ਜਿਹੜਾ ਕਰਜ਼ਾ ਸੀਗਾ, ਭਾਵੇਂ ਸਟੱਡੀ ਉਹਨਾਂ ਨੇ ਲਿਆ ਹੋਇਆ ਸੀਗਾ ਲੋਨ, ਜਾਂ ਉਸ ਤੋਂ ਬਾਅਦ ਉਹਨਾਂ ਨੇ ਰੈਂਟ ਦੇਣਾ ਸੀ ਆਪਣੇ ਅਕੋਮੋਡੇਸ਼ਨ ਦਾ, ਉੱਥੇ ਘਰ ਦੇ ਰੈਂਟ ਬਹੁਤ ਹੈਗੇ ਨੇ, ਤੇ ਇਸ ਵਿਚਾਲੇ ਜਿਹੜੇ ਖਰਚਾ ਪਾਣੀ ਸੀ ਉਹਨਾਂ ਦਾ, ਉਹਦੇ ਲਈ $1 ਮਿਲੀਅਨ ਨਿਊਜ਼ੀਲੈਂਡ ਸਰਕਾਰ ਨੇ ਐਲਾਨਿਆ, ਜੋ ਮੇਰੇ ਧਿਆਨ ਵਿੱਚ ਹੈਗਾ। ਤੇ ਇਹ ਜਿਹੜਾ $1 ਮਿਲੀਅਨ ਸੀਗਾ, ਇਸ ਦਾ ਕਿੰਨੇ ਕੁ ਵਿਦਿਆਰਥੀਆਂ ਨੂੰ ਫਾਇਦਾ ਹੋ ਸਕਦਾ, ਕਿਹੜੇ ਵਿਦਿਆਰਥੀਆਂ ਨੂੰ ਫਾਇਦਾ ਹੋ ਸਕਦਾ ਜੀ? ਅਮਨ ਜੀ, ਇਹ ਪਰਸੋਂ ਹੀ ਨਿਊਜ਼ ਜਿਹੜੀ ਹੈ ਉਹ ਰਿਲੀਜ਼ ਕੀਤੀ ਗਈ ਹੈ ਕਿ $1 ਮਿਲੀਅਨ ਦੀ ਜਿਹੜੀ ਸਬਸਿਡੀ, ਜਿਹੜੀ ਗ੍ਰਾਂਟ ਹੈਗੀ ਹੈ ਉਹ ਨਿਊਜ਼ੀਲੈਂਡ ਗਵਰਨਮੈਂਟ ਨੇ ਐਲਾਨੀ ਹੈ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ। ਤੇ ਬੇਸਿਕਲੀ ਜਿਹੜੀ ਇਹ ਗ੍ਰਾਂਟ ਹੈਗੀ ਹੈ ਪਰ ਐਜੂਕੇਸ਼ਨ ਪ੍ਰੋਵਾਈਡਰ ਜਾਂ ਪਰ ਕਾਲਜ ਜਾਂ ਪਰ ਯੂਨੀਵਰਸਿਟੀ ਦੇ ਅਕੋਰਡਿੰਗਲੀ ਹੈਗੀ ਹੈ, ਤੇ ਇਹ ਸਿਰਫ ਉਹਨਾਂ ਨੂੰ ਮਿਲੇਗੀ ਜਿਹੜੇ ਸਟੂਡੈਂਟ ਇੱਥੇ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਥਰੂ ਜਾ ਰਹੇ, ਜਿਨ੍ਹਾਂ ਨੂੰ ਦਿੱਕਤਾਂ ਆ ਰਹੀਆਂ ਜਾਂ ਫਿਰ ਆਪਣਾ ਸਸਟੇਨ ਨਹੀਂ ਕਰ ਪਾ ਰਹੇ, ਜਾਂ ਜਿਨ੍ਹਾਂ ਦੀਆਂ ਜੌਬਸ ਚਲੀ ਗਈਆਂ, ਉਹਨਾਂ ਦੇ ਵਿੱਚ ਜਿਹੜਾ ਪੈਸਾ ਡਿਸਟਰੀਬਿਊਟ ਹੋਏਗਾ। ਜਿਹੜੀ ਇਹਦੀ ਸਟ੍ਰੈਟਜੀ ਕਿੱਦਾਂ ਹੋਏਗਾ ਉਹ ਹਲੇ ਰਿਲੀਜ਼ ਨਹੀਂ ਕੀਤਾ ਗਿਆ, ਬਟ ਹਾਂ $1 ਮਿਲੀਅਨ ਦੀ ਜਿਹੜੀ ਗ੍ਰਾਂਟ ਹੈ ਉਹ ਡੈਫੀਨੇਟਲੀ ਜਿਹੜੀ ਹੈ ਉਹ ਐਲਾਨੀ ਗਈ ਹੈ। ਉਸ ਤੋਂ ਇਲਾਵਾ ਮੈਂ ਇੱਕ ਹੋਰ ਚੀਜ਼ ਹਾਈਲਾਈਟ ਕਰਨਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਨਿਊਜ਼ੀਲੈਂਡ ਗਵਰਨਮੈਂਟ ਨੇ ਸਬਸਿਡੀ ਐਲਾਨੀ ਸੀਗੀ, ਜਿਹਦੇ ਵਿੱਚ ਕੋਈ ਵੀ ਅਗਰ ਕੋਈ ਵੀ ਵਰਕ ਵੀਜ਼ਾ ਹੋਲਡਰ ਜਾਂ ਫਿਰ ਰੈਜ਼ੀਡੈਂਟ ਜਾਂ ਸਿਟੀਜ਼ਨ ਕੋਈ ਵੀ ਜਿਹੜਾ ਕਿ ਇੱਥੇ ਕੰਮ ਕਰ ਰਿਹਾ ਸੀਗਾ, ਚਾਹੇ ਉਹ ਪਾਰਟ ਟਾਈਮ ਹੈ ਫੁੱਲ ਟਾਈਮ ਹੈ, ਤੇ ਉਹਨਾਂ ਨੂੰ $585 ਪਰ ਹਫਤਾ ਜਿਹੜਾ 12 ਹਫ਼ਤਿਆਂ ਲਈ ਸਬਸਿਡੀ ਦਿੱਤੀ ਗਈ ਹੈ ਇੰਪਲੋਇਰਸ ਨੂੰ, ਤਾਂ ਕਿ ਉਹ ਅੱਗੇ ਆਪਣੇ ਇੰਪਲੋਈਜ਼ ਨੂੰ ਸਸਟੇਨ ਕਰਨ ਲਈ ਅੱਗੇ ਵੰਡ ਸਕਣ। ਔਰ ਸਟੂਡੈਂਟ ਜਿਹੜੇ ਕਿ ਪਾਰਟ ਟਾਈਮ ਕੰਮ ਕਰਦੇ ਆ ਉਹਨਾਂ ਨੂੰ $385 ਪਰ ਵੀਕ ਦੇ ਹਿਸਾਬ ਨਾਲ 12 ਹਫ਼ਤੇ ਵਾਸਤੇ, ਤੇ ਇਹ ਸਿਰਫ ਉਹਨਾਂ ਬਿਜ਼ਨਸਿਸ ਵਾਸਤੇ ਲਾਗੂ ਹੁੰਦੀ ਜਿਨ੍ਹਾਂ ਨੂੰ ਡਿਊਰਿੰਗ ਦਿਸ ਲੋਕਡਾਊਨ ਪੀਰੀਅਡ ਲਾਸ ਹੋਇਆ ਅਪ ਟੂ 30% ਹੈ ਉਸ ਤੋਂ ਉੱਪਰ ਦਾ। ਜੀ ਜੀ, ਸੋ ਜਿਹੜੇ ਸਟੂਡੈਂਟ ਹੈਗੇ ਨੇ ਉਹ ਇਸ ਨਾਲ ਸੈਟਿਸਫਾਈ ਨੇ, ਜਾਂ ਉਹਨਾਂ ਦੇ ਦਿਲ ਦੇ ਵਿੱਚ ਰੋਸ ਆ ਕੋਈ ਹਾਲੇ ਵੀ ਇਸ ਸਬਸਿਡੀ ਨੂੰ ਲੈ ਕੇ? ਹਲੇ ਐਸ ਸੱਚ ਕੋਈ ਵੀ ਨੈਗੇਟਿਵ ਨਿਊਜ਼ ਨਹੀਂ ਆਈ ਹੈ, ਤੇ ਇਹਦਾ ਮਤਲਬ ਇਹ ਹੈ ਕਿ ਸੈਟਿਸਫਾਈਡ ਹੈਗੇ ਆ। ਤੇ ਹੁਣ ਜਿਹੜੀ ਇਹਨਾਂ ਨੇ $1 ਮਿਲੀਅਨ ਦੀ ਜਿਹੜੀ ਗ੍ਰਾਂਟ ਜਿਹੜੀ ਹੈ ਉਹ ਐਲਾਨੀ ਹੈ, ਉਹ ਡੈਫੀਨੇਟਲੀ ਜਿਹੜੇ ਫਾਈਨੈਂਸ਼ੀਅਲ ਹਾਰਡਸ਼ਿਪਸ ਦੇ ਥਰੂ ਜਾ ਰਹੇ ਹੈ ਉਹ ਉਹਨਾਂ ਨੂੰ ਹੈਲਪ ਕਰੂਗੀ ਫੋਰ ਸ਼ੋਰ। ਜੀ ਜੀ, ਸੋ ਅੱਗੇ ਵਧੀਏ ਤਾਂ ਆਪਾਂ ਕਾਫੀ ਵਿਦਿਆਰਥੀ ਹੈਗੇ ਨੇ, ਕਾਫੀ ਭਾਰਤੀ ਜਿਹੜੇ ਨਿਊਜ਼ੀਲੈਂਡ ਤੋਂ ਇੱਥੇ ਆਏ ਸੀਗੇ ਉਹ ਇੱਥੇ ਸਟਕ ਹੋ ਗਏ ਨੇ, ਉਹਨਾਂ ਦੇ ਵਿੱਚ ਆਰਜ਼ੀ ਵੀਜ਼ਾ ਧਾਰਕ ਵੀ ਹੈਗੇ ਨੇ ਤੇ ਸਟੂਡੈਂਟ ਵੀ ਹੈਗੇ ਨੇ। ਲੋਕਡਾਊਨ ਹੋ ਗਿਆ ਤੇ ਉਸ ਤੋਂ ਬਾਅਦ ਕੌਮਾਂਤਰੀ ਸਰਹੱਦਾਂ ਦੇ ਉੱਤੇ ਪਾਬੰਦੀਆਂ ਲੱਗ ਗਈਆਂ, ਤੇ ਇਸ ਨਾਲ ਜਿਹੜੇ ਇੱਥੇ ਹੁਣ ਉਹਨਾਂ ਦੀ ਚਿੰਤਾ ਲਗਾਤਾਰ ਵੱਧਦੀ ਜਾ ਰਹੀ ਹੈ, ਕਿਉਂਕਿ ਉਹਨਾਂ ਨੇ ਤਾਂ ਪੈਸਾ ਵੀ ਭਰਿਆ ਹੋਇਆ ਹੈ, ਪਰ ਆਰਜ਼ੀ ਜਿਹੜੇ ਵੀਜ਼ਾ ਧਾਰਕ ਨੇ, ਹੁਣ ਨਿਊਜ਼ੀਲੈਂਡ ਸਰਕਾਰ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਪਾਲਿਸੀ ਬਣਾ ਰਹੀ ਹੈ ਕਿ ਜਿਹੜੇ ਵਿਦਿਆਰਥੀ ਹੈਗੇ ਨੇ ਉਹ ਵਾਪਸ ਜਾ ਸਕਣਗੇ, ਆਰਜ਼ੀ ਵੀਜ਼ਾ ਧਾਰਕ ਵਾਪਸ ਇੱਥੋਂ ਜਾ ਸਕਣਗੇ? ਹੁਣ ਇਹਨੂੰ ਮੈਂ ਤਿੰਨ ਸੈਕਸ਼ਨਸ ਵੰਡਾਂਗਾ ਇਸ ਆਨਸਰ ਨੂੰ। ਪਹਿਲੀ ਕੈਟੇਗਰੀ ਉਹ ਹੈਗੀ ਹੈ ਜਿਹੜੇ ਆਲਰੇਡੀ ਇੱਥੇ ਸਟੂਡੈਂਟ ਵੀਜ਼ਾ ਤੇ ਸੀਗੇ ਔਰ ਸੀਜ਼ਨ ਕਰਕੇ ਛੁੱਟੀਆਂ ਮਨਾਉਣ ਦੇ ਲਈ ਇੰਡੀਆ ਗਏ ਹੋਏ ਸੀਗੇ, ਔਰ ਉਹਨਾਂ ਦੀ ਜਿਹੜੀ ਸਟੱਡੀ ਹੈ ਉਹ ਅੱਧ ਵਿਚਕਾਰ ਹੈਗੀ ਹੈ ਹਲੇ। ਤੇ ਨਿਊਜ਼ੀਲੈਂਡ ਗਵਰਨਮੈਂਟ ਨੇ ਕੀ ਕੀਤਾ ਕਿ ਆਨਲਾਈਨ ਸਟੱਡੀ ਜਿਹੜੀ ਉਹ ਸਟਾਰਟ ਕਰਵਾਤੀ ਹੈ ਕਾਲਜਸ ਨੇ, ਜਿਹੜੇ ਆਲਰੇਡੀ ਜਿਨ੍ਹਾਂ ਕੋਲ ਸਟੂਡੈਂਟ ਵੀਜ਼ਾ ਹੈਗਾ ਉਹਨਾਂ ਦੀਆਂ ਕਲਾਸਿਸ ਜਿਹੜੀਆਂ ਆਨਲਾਈਨ ਚੱਲਦੀਆਂ ਪਈਆਂ, ਔਰ ਹੋ ਸਕਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਵਾਸਤੇ ਜਿਹੜੇ ਉਹ ਬਾਰਡਰ ਉਹ ਛੇਤੀ ਖੁੱਲ ਜਾਣ ਔਰ ਕੁਆਰੰਟਾਈਨ ਦਾ ਜਿਹੜਾ ਪੂਰਾ ਪ੍ਰੋਸੈਸ ਉਹ ਫੋਲੋ ਕੀਤਾ ਜਾਏਗਾ। ਦੂਸਰੀ ਕੈਟੇਗਰੀ ਹੈਗੀ ਹੈ ਓਪਨ ਵਰਕ ਵੀਜ਼ਾ ਵਾਲੇ, ਜਿਹੜੇ ਕਿ ਪੋਸਟ ਸਟੱਡੀ ਵਰਕ ਵੀਜ਼ਾ, ਜਿਹੜੇ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਵਰਕ ਵੀਜ਼ਾ ਲੱਗਦਾ ਆ। ਜੀ ਜੀ, ਪਵਨਦੀਪ ਜੀ ਬਿਲਕੁਲ ਸਾਡੇ ਨਾਲ ਫੋਨ ਕਾਲਰ ਜੁੜ ਚੁੱਕੇ ਨੇ ਤੇ ਆਪਣੀ ਗੱਲਬਾਤ ਜਾਰੀ ਰਹੇਗੀ। ਹਾਂਜੀ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ? ਗਗਨ ਬੋਲ ਰਿਹਾ ਜੀ ਮੈਂ, ਔਰ ਜਲੰਧਰ ਤੋਂ। ਹਾਂਜੀ ਗਗਨ ਜੀ, ਆਪਣਾ ਸਵਾਲ ਰੱਖੋ ਜੀ। ਮੈਂ ਨਿਊਜ਼ੀਲੈਂਡ ਜਾਣਾ ਜੀ, ਤੇ ਕਦੋਂ ਖੁੱਲਣਾ ਰਾਹ, ਤੇ ਮੇਰੇ ਬੈਂਡ ਵਗੈਰਾ ਸਭ ਕੁਝ ਆ ਚੁੱਕੇ ਨੇਗੇ, ਤੇ ਮੈਂ ਓਪਨ ਦੀ ਵੇਟ ਕਰ ਰਿਹਾ ਕਦੋਂ ਤੱਕ ਹੋ ਸਕਦਾ ਹੈ। ਤੁਸੀਂ ਕਿਸ ਬੇਸ ਤੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਜੀ? ਮੇਰਾ ਸਟੱਡੀ ਬੇਸ ਆਈਲੈਟਸ ਤੋਂ 6th ਬੈਂਡ ਆ ਚੁੱਕੇ ਨੇਗੇ ਜੀ ਜੀ ਜੀ, ਤੇ ਮੈਂ ਮੇਰਾ ਪ੍ਰੋਸੈਸ ਸਟਾਰਟ ਕਰਨਾ ਆਪਣਾ ਅੱਗੇ। ਠੀਕ ਹੈ ਜੀ। ਮੇਰੇ ਉਸ ਤੋਂ ਪਹਿਲਾਂ ਰਿਜ਼ਲਟ ਆ ਗਿਆ ਸੀਗਾ ਆਪਣਾ ਲੋਕਡਾਊਨ ਤੋਂ ਪਹਿਲਾਂ। ਕਿਸ ਫੀਲਡ ਦੇ ਵਿੱਚ, ਕਿਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਰਿਜ਼ਲਟ ਆਇਆ ਸੀਗਾ ਜੀ? ਸਟੱਡੀ ਵੀਜ਼ਾ ਮੇਰਾ ਲੱਗਿਆ। ਹਾਂ, ਸਟੱਡੀ ਬੇਸ ਤੇ ਜਾਣਾ। ਕਿਸ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹੋ ਉੱਥੇ ਤੁਸੀਂ? ਮੇਰਾ ਪ੍ਰੋਗਰਾਮਿੰਗ ਹੈ ਜੀ, ਆਪਣਾ ਪ੍ਰੋਗਰਾਮਿੰਗ ਹੈ। ਪ੍ਰੋਗਰਾਮਿੰਗ ਦਾ ਹੈਗਾ, ਹਾਂਜੀ, ਆਪਣਾ
ਕੰਪਿਊਟਰ ਪ੍ਰੋਗਰਾਮਿੰਗ ਦਾ ਅੱਗੇ ਮੈਨੇ ਲਿੱਤਾ ਹੋਏਗਾ। ਅੱਛਾ, ਕੰਪਿਊਟਰ ਪ੍ਰੋਗਰਾਮਿੰਗ ਦਾ। ਸੋ ਪਵਨਦੀਪ ਜੀ, ਤੁਸੀਂ ਕੋਈ ਸਵਾਲ ਹਾਂਜੀ। ਪੁੱਛਣਾ ਚਾਹੁੰਦੇ ਇਹਨਾਂ ਨੂੰ? ਆਪਣੇ ਨਾਲ ਜਲੰਧਰ ਤੋਂ ਗਗਨ ਜੀ ਜੁੜੇ ਨੇ। ਹਾਂਜੀ ਗਗਨ ਜੀ, ਅਗਰ ਜਿਹੜਾ ਤੁਹਾਡਾ ਕੁਐਸਚਨ ਹੈਗਾ ਕਿ ਸਟੂਡੈਂਟ ਵੀਜ਼ਾ ਕਦੋਂ ਮੈਂ ਇਹਨਾਂ ਖੁੱਲੇਗਾ। ਨੂੰ ਪੁੱਛਣਾ, ਮੈਂ ਜਾਣਾ ਬਾਹਰ ਜਾਣਾ ਗਾ ਜੀ, ਕਦੋਂ ਤੱਕ ਆਪਣਾ ਓਪਨ ਹੋ ਜਾਏਗਾ, ਕਿਉਂਕਿ ਮੈਂ ਨਾ ਗਗਨ ਜੀ ਵੇਟ ਕਰ ਤੁਹਾਡੇ ਰਿਹਾ ਨਾਲ ਸੀ। ਗਗਨ ਜੀ ਤੁਹਾਡੇ ਨਾਲ ਪਵਨ ਜੀ ਗੱਲ ਕਰ ਰਹੇ ਨੇ ਨਿਊਜ਼ੀਲੈਂਡ ਤੋਂ, ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦੇ ਨੇ ਜੀ। ਹਾਂਜੀ ਸਰ। ਹਾਂਜੀ ਗਗਨ, ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਕਦੋਂ ਸਟੂਡੈਂਟ ਵੀਜ਼ਾ ਖੁੱਲੇਗਾ ਜਾਂ Hello? ਬਾਰਡਰ ਖੁੱਲਣਗੇ, ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ ਗਗਨ? ਇੱਕ ਮਿੰਟ ਹੋਲਡ ਰੱਖਿਓ ਜੀ ਆਪਣਾ। Sir, ਗਗਨ ਜੀ ਆਵਾਜ਼ ਨਹੀਂ ਆ ਰਹੀ। ਗਗਨ ਜੀ ਤੁਸੀਂ ਇੱਕ ਮਿੰਟ ਹੋਲਡ ਹੀ ਰੱਖੋ। ਮੈਂ ਆਪਣਾ ਉਹਨਾਂ ਜੀ ਤੋਂ ਪਵਨ ਜੀ ਤੋਂ ਸਵਾਲ ਪੁੱਛ ਲੈਣਾ ਕੀ ਪੁੱਛਣਾ ਚਾਹੁੰਦੇ ਨੇ, ਫਿਰ ਮੈਂ ਤੁਹਾਨੂੰ ਬੋਲ ਕੇ ਦੱਸਣਾ, ਕਿਉਂਕਿ ਕਈ ਵਾਰੀ ਆਵਾਜ਼ ਦੀ ਨਿਊਜ਼ੀਲੈਂਡ ਬੈਠੇ ਨੇ ਪ੍ਰੋਬਲਮ ਆ ਜਾਂਦੀ ਹੈ ਜੀ। ਪਵਨ ਜੀ ਕੀ ਪੁੱਛਣਾ ਚਾਹੁੰਦੇ ਤੁਸੀਂ ਇਹਨਾਂ ਤੋਂ? ਮੈਂ ਬੇਸਿਕਲੀ ਆਨਸਰ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹਨਾਂ ਦੇ ਕੁਐਸਚਨ ਦੀ, ਜਿਹੜਾ ਉਹਨਾਂ ਨੇ ਕੁਐਸਚਨ ਪੁੱਛਿਆ ਕਿ ਬਾਰਡਰ ਕਦੋਂ ਖੁੱਲਣਗੇ ਜਾਂ ਸਟੂਡੈਂਟ ਵੀਜ਼ਾ ਕਦੋਂ ਅਪਲਾਈ ਹੋ ਪਾਏਗਾ। ਤੇ ਇਮੀਗ੍ਰੇਸ਼ਨ ਨੇ ਹਾਲੇ ਕੋਈ ਵੀ ਇਹਦੇ ਉੱਪਰ ਆਪਣਾ ਅਨਾਉਂਸਮੈਂਟ ਨਹੀਂ ਕੀਤੀ ਹੈ, ਬਟ ਸੁਣਨ ਚ ਆ ਰਿਹਾ ਕਿ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਵਾਸਤੇ ਜਿਹੜਾ ਬਾਰਡਰ ਹੈ ਉਹ ਜਲਦੀ ਖੁੱਲ ਸਕਦਾ ਹੈ, ਬਟ ਹਾਲੇ ਕੋਈ ਵੀ ਡੈਫੀਨਿਟ ਟਾਈਮਲਾਈਨ ਹੈ ਉਹ ਨਹੀਂ ਅਨਾਉਂਸ ਕੀਤੀ ਗਈ। ਬਟ ਤੁਸੀਂ ਲੈ ਕੇ ਚੱਲੋ ਕਿ 3 ਤੋਂ 4 ਮਹੀਨੇ ਇਸ ਚੀਜ਼ ਨੂੰ ਲੱਗ ਸਕਦੇ ਆ। ਠੀਕ ਹੈ। ਸੋ ਗਗਨ ਜੀ ਉਹ ਤੁਹਾਨੂੰ ਦੱਸ ਰਹੇ ਨੇ ਕਿ 3 ਤੋਂ 4 ਮਹੀਨੇ ਹਾਲੇ ਲੱਗ ਸਕਦੇ ਨੇ ਇੰਟਰਨੈਸ਼ਨਲ ਸਟੂਡੈਂਟ ਦੇ ਵਾਸਤੇ। ਹਾਲੇ ਇਹਨਾਂ ਨੇ ਕੋਈ ਡਿਸੀਜਨ ਨਹੀਂ ਲਿਆ ਨਿਊਜ਼ੀਲੈਂਡ ਸਰਕਾਰ ਨੇ, ਕਿਉਂਕਿ ਹੁਣੇ ਕਰੋਨਾ ਦੇ ਉੱਤੇ ਕੰਟਰੋਲ ਕੀਤਾ ਹੈਗਾ। ਜਿੱਦਾਂ ਹੀ ਕੋਈ ਅਪਡੇਸ਼ਨ ਆਉਂਦੀ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਦਾਂਗੇ। ਤੁਹਾਡਾ ਹੋਰ ਕੋਈ ਸਵਾਲ ਗਗਨ ਜੀ? ਸਰ ਮਤਲਬ ਕਿ ਅਗਰ ਮੈਂ ਪ੍ਰੋਸੈਸ ਅੰਬੈਸੀ ਵੀ ਨਹੀਂ ਓਪਨ ਹੋਏਗੀ ਤੇ ਪਹਿਲਾਂ ਮਤਲਬ ਕਿ ਜਾਣਾ ਨਹੀਂ ਹੋਏਗਾ ਹਾਲੇ ਨਹੀਂ, ਅੰਬੈਸੀ ਤਾਂ ਓਪਨ ਹੈਗੀ ਹੈ, ਇਹਦੇ ਚ ਉਹ ਨਹੀਂਗਾ ਕੋਈ, ਪਰ ਇਹ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ ਕਰੋਨਾ ਦੇ ਕਰਕੇ ਹਾਲੇ ਕੌਮਾਂਤਰੀ ਜਿਹੜੀ ਉਡਾਨਾਂ ਹੈਗੀਆਂ ਨੇ ਉਹ ਵੀ ਬੰਦ ਹੈਗੀਆਂ ਨੇ। ਸੋ ਜਿਹੜਾ ਪੂਰਾ ਪ੍ਰੋਸੈਸ ਹੈਗਾ ਪੂਰੇ ਮੁਲਕਾਂ ਦੇ ਵਿੱਚ ਹਾਲੇ ਇਸ ਪਾਬੰਦੀ ਲੱਗੀ ਹੋਈ। 3 ਤੋਂ 4 ਮਹੀਨੇ ਲੱਗ ਸਕਦੇ ਨੇ ਇਸ ਚੀਜ਼ ਦੇ ਵਿੱਚ। ਜੇ ਹੋ ਸਕਦਾ ਹੈ ਕਿ ਇਸ ਤੋਂ ਛੇਤੀ ਵੀ ਬਣ ਜੇ, ਪਰ ਇਹ ਖਬਰ ਜ਼ਰੂਰ ਹੈਗੀ ਕਿ ਇੰਟਰਨੈਸ਼ਨਲ ਸਟੂਡੈਂਟ ਦੇ ਬਾਰੇ ਨਿਊਜ਼ੀਲੈਂਡ ਸਰਕਾਰ ਸੋਚ ਰਹੀ ਹੈ ਕਿ ਕਿਉਂਕਿ ਉਹਨਾਂ ਨੂੰ ਵੀ ਫਾਇਦਾ ਹੈਗਾ, ਜਿੰਨੀ ਦੇਰ ਇੰਟਰਨੈਸ਼ਨਲ ਸਟੂਡੈਂਟ ਨਹੀਂ ਜਾਣਗੇ ਉਹਨਾਂ ਦੀ ਇਕਨੋਮੀ ਉਨੀ ਦੇਰ ਨਹੀਂ ਵੱਧ ਸਕਦੀ। ਸ਼ੁਕਰੀਆ ਜੀ ਗੱਲ ਕਰਨੀ ਤੁਹਾਡਾ। ਸੋ ਪਵਨਦੀਪ ਜੀ ਇਹ ਤਾਂ ਹੈ ਕਿ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਹੈਗੇ ਨੇ ਇੱਥੋਂ ਪੰਜਾਬ ਤੋਂ ਭਾਰਤ ਤੋਂ ਜਾਣਾ ਚਾਹੁੰਦੇ ਨੇ ਉੱਥੇ, ਤੇ ਉਹਨਾਂ ਦੀ ਇਕਨੋਮੀ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਨਿਊਜ਼ੀਲੈਂਡ ਦੀ ਇਕਨੋਮੀ ਵੀ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਕਾਫੀ ਡਿਪੈਂਡ ਕਰਦੀ ਹੈਗੀ ਹੈ। ਤੇ ਤੁਹਾਨੂੰ ਲੱਗਦਾ ਹੈ ਕਿ ਪੋਸੀਬਿਲਿਟੀ ਹੈਗੀ 3-4 ਮਹੀਨੇ ਦੇ ਵਿੱਚ ਹੁਣ ਓਪਨ ਕਰ ਦੇਣਗੇ? ਸਰ ਲੱਗ ਰਿਹਾ ਡੈਫੀਨਿਟਲੀ ਹੋਪ ਹੈਗੀ ਹੈ, ਬਿਕੋਜ਼ ਜਿਹੜੀ ਇੰਟਰਨੈਸ਼ਨਲ ਐਜੂਕੇਸ਼ਨ ਇੰਡਸਟਰੀ ਉਹ $5 ਬਿਲੀਅਨ ਦੀ ਇੰਡਸਟਰੀ ਹੈ। ਤੇ ਅਗਰ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਨਹੀਂ ਖੁੱਲਦਾ ਤੇ ਬਹੁਤ ਵੱਡਾ ਜਿਹੜਾ ਧੱਕਾ ਹੈ ਉਹ ਨਿਊਜ਼ੀਲੈਂਡ ਇਕਨੋਮੀ ਨੂੰ ਲੱਗ ਸਕਦਾ ਹੈ। ਤੇ ਸੁਣਨ ਚ ਆ ਰਿਹਾ ਕਿ ਕੋਈ ਕੁਆਰੰਟਾਈਨ ਦਾ ਜਿਹੜਾ ਪ੍ਰੋਸੈਸ ਹੈ ਉਹ ਡਿਵੈਲਪ ਕੀਤਾ ਜਾਏਗਾ ਤਾਂ ਕਿ ਸਟੂਡੈਂਟਸ ਨੂੰ ਪਹਿਲੇ ਇੱਥੇ ਆ ਕੇ 14 ਦਿਨ ਵਾਸਤੇ ਕੁਆਰੰਟਾਈਨ ਹੋ ਪਾਉਣ, ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਜਿਹੜੀ ਸਟੱਡੀ ਹੈ ਉਹ ਸਟਾਰਟ ਹੋ ਸਕੇ। ਜੀ ਆਪਾਂ ਪਵਨਦੀਪ ਜੀ ਗੱਲ ਕਰ ਰਹੇ ਸੀ ਆਰਜੀ ਵੀਜ਼ਾ ਵਾਲਿਆਂ ਦੀ, ਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਨਿਊਜ਼ੀਲੈਂਡ ਦੇ ਜਿਹੜੇ ਬੰਦੇ ਹੈਗੇ ਨੇ, ਜਿਹੜੇ ਇੱਥੋਂ ਦੇ ਵਸਨੀਕ ਹੈਗੇ ਨੇ ਨਿਊਜ਼ੀਲੈਂਡ ਦੇ, ਉਹ ਜਿਹੜੇ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਗਏ ਸੀਗੇ, ਲਗਭਗ ਉਹਨਾਂ ਦੀ ਵੀ 80,000 ਗਿਣਤੀ ਦੱਸੀ ਜਾ ਰਹੀ ਹੈ ਜਿਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਨੇ, ਤੇ ਉਹਨਾਂ ਨੇ ਵੀ ਨਿਊਜ਼ੀਲੈਂਡ ਹੁਣ ਵਾਪਸ ਪਰਤਣਾ ਹੈਗਾ। ਤੇ ਨਿਊਜ਼ੀਲੈਂਡ ਦੀ ਸਰਕਾਰ ਇਸ ਕਰਕੇ ਵੀ ਟੈਨਸ਼ਨ ਦੇ ਵਿੱਚ ਹੈਗੀ ਹੈ ਕਿ ਹੁਣ ਪਹਿਲਾਂ ਆਪਣਿਆਂ ਨੂੰ ਨੌਕਰੀਆਂ ਦੀਏ ਜਾਂ ਜਿਹੜੇ ਬਾਹਰਲੇ ਮੁਲਕਾਂ ਤੋਂ ਆ ਰਹੇ ਨੇ ਉਹਨਾਂ ਨੂੰ ਨੌਕਰੀਆਂ ਦੀਏ। ਸੋ ਇਹ ਕੀ ਖਬਰ ਹੈਗੀ ਹੈ? ਤੁਹਾਨੂੰ ਲੱਗਦਾ ਹੈ ਕਿ ਇਸ ਸਥਿਤੀ ਦੇ ਵਿੱਚੋਂ ਨਿਊਜ਼ੀਲੈਂਡ ਦੀ ਸਰਕਾਰ ਨਿਕਲ ਸਕੇਗੀ? ਦੇਖੋ ਇਹਦੇ ਉੱਪਰ ਜਿਹੜੀਆਂ ਸਟ੍ਰੈਟੇਜੀਜ਼ ਆ ਉਹ ਜਿਹੜਾ ਕੰਮ ਹੈ ਆਲਰੇਡੀ ਚਾਲੂ ਆਪਣਾ ਸ਼ੁਰੂ ਕੀਤਾ ਹੋਇਆ ਹੈ ਨਿਊਜ਼ੀਲੈਂਡ ਸਰਕਾਰ ਨੇ, ਤੇ ਡੈਫੀਨਿਟਲੀ ਉਹ ਵਰਕਆਊਟ ਕਰਦੇ ਪਏ ਕਿ ਕਿੱਦਾਂ ਜਿਹੜਾ ਬੂਸਟ ਕੀਤਾ ਜਾ ਸਕਦਾ। ਬਿਕੋਜ਼ ਜਿਹੜਾ ਸਭ ਤੋਂ ਵੱਡਾ ਜਿਹੜਾ ਧੱਕਾ ਲੱਗਿਆ ਉਹ ਲੱਗਿਆ ਟੂਰਿਜ਼ਮ ਐਂਡ ਹੌਸਪਿਟੈਲਿਟੀ ਇੰਡਸਟਰੀ ਨੂੰ, ਬਿਕੋਜ਼ ਪੂਰੇ ਅਰਾਊਂਡ ਆਈ ਥਿੰਕ 1 ਮਿਲੀਅਨ ਤੋਂ ਉੱਪਰ ਜਿਹੜਾ ਟੂਰਿਸਟ ਹੈ ਉਹ ਹਰ ਸਾਲ ਨਿਊਜ਼ੀਲੈਂਡ ਆਉਂਦਾ ਡਿਫਰੈਂਟ ਆਪਣਾ ਜਗ੍ਹਾ ਤੋਂ, ਪੂਰੇ ਵਰਲਡ ਚੋਂ, ਯੂਰਪ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ ਔਰ ਬਾਕੀ ਜਗ੍ਹਾ ਤੋਂ ਵੀ। ਤੇ ਉਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਹੈ, ਤੇ ਡੈਫੀਨਿਟਲੀ ਡੋਮੈਸਟਿਕ ਆਪਣਾ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਪਿੱਛੇ ਇਹ ਵੀ ਖਬਰ ਆਈ ਹੈ ਕਿ ਜਸਿੰਡਾ ਆਰਡਰਨ ਨੇ ਇਹ ਵੀ ਐਲਾਨ ਕੀਤਾ ਕਿ ਪਬਲਿਕ ਹੌਲੀਡੇਜ਼ ਥੋੜ੍ਹੀਆਂ ਹੋਰ ਵਧਾ ਦਿੱਤੀਆਂ ਜਾਣਗੀਆਂ ਤਾਂ ਕਿ ਜਿਹੜਾ ਡੋਮੈਸਟਿਕ ਟੂਰਿਜ਼ਮ ਹੈ ਉਹਨੂੰ ਪ੍ਰਮੋਟ ਕੀਤਾ ਜਾ ਸਕੇ। ਤੇ ਉਸ ਤੋਂ ਇਲਾਵਾ ਕੀ ਕਹਿੰਦੇ ਬਾਕੀ ਇਸ ਤੋਂ ਇਲਾਵਾ ਹੋਰ ਕੋਈ ਵੀ ਜਿਹੜੀ ਸਟ੍ਰੈਟਜੀ ਹੈਗੀ ਹੈ ਇਨ ਰਿਗਾਰਡਸ ਟੂ ਕਿ ਕਿਵੇਂ ਰਿਕਵਰੀ ਹੋਏਗੀ ਐਂਡ ਆਲ, ਰੋਡ ਮੈਪ ਜਿਹੜਾ ਆਲਰੇਡੀ ਵਰਕਆਊਟ ਕਰਦੀ ਪਈ ਹੈ ਲੇਬਰ ਗਵਰਨਮੈਂਟ, ਤੇ ਆਉਣ ਵਾਲੇ ਟਾਈਮ 'ਚ ਜਿਹੜਾ ਉਹ ਹੋਰ ਜਿਹੜਾ ਇਹਦੇ ਉੱਪਰ ਸਾਨੂੰ ਕਲੈਰਿਟੀ ਮਿਲੂਗੀ। ਨਰਸਿੰਗ ਦਾ ਕੀ ਸਕੋਪ ਹੈਗਾ ਉੱਥੇ? ਨਰਸਿੰਗ ਦੇ ਕੋਈ ਵੀਜ਼ਾ ਲੱਗ ਸਕਦਾ ਉਹਨਾਂ ਦਾ ਵੀ? ਨਰਸਿੰਗ ਦਾ ਡੈਫੀਨਿਟਲੀ ਸਕੋਪ ਹੈਗਾ। ਇਹਦੇ ਵਿੱਚ 2 ਤਰ੍ਹਾਂ ਦੇ ਕੀ ਕਹਿੰਦੇ ਸਟਰੀਮਸ ਹੈਗੀਆਂ। ਇੱਕ ਤੇ ਉਹ ਲੋਕ ਜਿਹੜੇ ਕਿ 12ਵੀਂ ਤੋਂ ਬਾਅਦ ਨਰਸਿੰਗ ਕਰਨਾ ਜਾਣਾ ਚਾਹੁੰਦੇ ਆ, ਉਹ ਬੈਚਲਰ ਡਿਗਰੀ ਕਰਨ ਵਾਸਤੇ ਜਾ ਸਕਦੇ ਆ। ਨਰਸਿੰਗ ਦਾ ਬਹੁਤ ਹੀ ਜ਼ਿਆਦਾ ਸਕੋਪ ਹੈ, ਮੈਂ ਪਹਿਲੇ ਵੀ ਹਾਈਲਾਈਟ ਕੀਤਾ ਇਸ ਚੀਜ਼ ਨੂੰ, ਕਿਉਂਕਿ ਜਿਹੜਾ ਨਰਸਿੰਗ ਦਾ ਲੌਂਗ ਟਰਮ ਸਕਿੱਲ ਸ਼ਾਰਟੇਜ ਵਿੱਚ ਆਉਂਦਾ ਔਰ PR ਲੈਣੀ ਬਹੁਤ ਈਜ਼ੀ ਹੈ, ਪੇ ਰੇਟ ਵਧੀਆ ਮਿਲ ਜਾਂਦਾ। ਦੂਸਰੇ ਲੋਕੀ ਉਹ ਹੈਗੇ ਜਿਹਨਾਂ ਕੋਲ ਆਲਰੇਡੀ ਨਰਸਿੰਗ ਦੀ ਡਿਗਰੀ ਹੈਗੀ ਹੈ ਇੰਡੀਆ 'ਚ ਔਰ ਪਿਛਲੇ 5 ਸਾਲ ਦੇ ਵਿੱਚ 2 ਸਾਲ ਤੋਂ ਉੱਪਰ ਦਾ ਜੈਨੂਇਨ ਵਰਕ ਐਕਸਪੀਰੀਅੰਸ ਹੈ। ਉਹ ਨਰਸਿੰਗ ਕਾਉਂਸਲ ਦੇ ਵਿੱਚ ਆਪਣੀ ਸਟੱਡੀ ਅਸੈਸ ਕਰਾ ਕੇ ਇੱਕ ਕੈਪ ਪ੍ਰੋਗਰਾਮ ਆਉਂਦਾ 3 ਮਹੀਨੇ ਦਾ, ਇੰਟੈਂਸਿਵ ਅਸੈਸਮੈਂਟ ਪ੍ਰੋਗਰਾਮ ਅਸੀਂ ਉਹਨੂੰ ਬੋਲਦੇ ਹਾਂ। ਉਹ ਕਲੈਰੀਫਾਈ ਕਰਕੇ ਤੇ ਆਪਣਾ ਕੀ ਕਹਿੰਦੇ ਨਿਊਜ਼ੀਲੈਂਡ ਵਿੱਚ
ਕੈਪ ਪ੍ਰੋਗਰਾਮ ਲਈ ਜਾ ਸਕਦੇ ਹੈ ਔਰ ਗਾਂ ਚੱਲ ਕੇ ਉਹ ਸਿੱਧਾ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੈ ਐਜ਼ ਅ ਰਜਿਸਟਰਡ ਨਰਸ। ਜੀ ਜੀ ਜੀ। ਸੋ ਆਪਣੀ ਗੱਲਬਾਤ ਚੱਲ ਰਹੀ ਸੀ ਕਿ ਜਿਹੜੇ ਵਿਦਿਆਰਥੀ ਇੱਥੇ ਫਸੇ ਹੋਏ ਨੇ, ਜਿਹੜੇ ਆਰਜ਼ੀ ਵੀਜ਼ਾ ਧਾਰਕ ਨੇ, ਉਹਨਾਂ ਦੀ ਵੀ ਚਿੰਤਾਵਾਂ ਵਧੀਆਂ ਜਾ ਰਹੀਆਂ ਨੇ। ਉਹਨਾਂ ਬਾਰੇ ਨਿਊਜ਼ੀਲੈਂਡ ਸਰਕਾਰ, ਤੁਸੀਂ ਦੱਸ ਰਹੇ ਕਿ ਤੁਸੀਂ ਇਹਨਾਂ ਨੂੰ 3 ਭਾਗਾਂ ਵਿੱਚ ਵੰਡਿਆ। ਤੁਸੀਂ ਪਹਿਲੇ ਭਾਗ ਦੀ ਗੱਲ ਕੀਤੀ ਸੀ, ਬਾਕੀ ਕਿਹੜੇ ਹੈਗੇ ਨੇ ਜੀ? ਦੂਸਰਾ ਜਿਹੜਾ ਸੈਕਸ਼ਨ ਉਹ ਹੈਗਾ ਜੀ, ਜਿਹੜੇ ਓਪਨ ਵਰਕ ਵੀਜ਼ਾ ਤੇ ਹੈਗੇ ਆ, ਜਿਹੜੇ ਕਿ ਕਿਸੇ ਇੰਪਲੋਇਰ ਨਾਲ ਐਸੋਸੀਏਟ ਨਹੀਂ ਹੈਗੇ ਬਟ ਵਰਕ ਵੀਜ਼ਾ ਹੈਗੇ ਆ। ਹੁਣ ਚਿੰਤਾ ਉਹਨਾਂ ਵਾਸਤੇ ਹੈਗੀ ਹੈ ਜਿਨ੍ਹਾਂ ਦੇ ਵੀਜ਼ੇ ਆਉਣ ਵਾਲੇ 6 ਮਹੀਨੇ 'ਚ ਐਕਸਪਾਇਰ ਹੋਣੇ ਆ, ਬਿਕੋਜ਼ ਗਵਰਨਮੈਂਟ ਨੇ ਹਲੇ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਕਿ ਕਦੋਂ ਬਾਰਡਰਸ ਖੁੱਲਣਗੇ ਜਾਂ ਫਿਰ ਕਦੋਂ ਨੂੰ ਐਂਟਰੀ ਮਿਲੇਗੀ। ਤੇ ਉਹ ਡੈਫੀਨੇਟਲੀ ਦਿੱਕਤ ਹੈਗੀ ਹੈ ਉਹਨਾਂ ਵਾਸਤੇ, ਬਿਕੋਜ਼ ਉਹ ਜਦ ਤੱਕ ਅਗਰ ਲੈਟਸ ਸੇ ਅਗਰ 6 ਮਹੀਨੇ ਦੇ ਵਿੱਚ ਬਾਰਡਰ ਨਹੀਂ ਖੁੱਲਿਆ ਤੇ ਜਿਹੜਾ ਉਹਨਾਂ ਦਾ ਜਿਹੜਾ ਵਰਕ ਵੀਜ਼ਾ ਐਕਸਪਾਇਰ ਹੋ ਜਾਏਗਾ। ਜਿਨ੍ਹਾਂ ਦਾ ਵੀਜ਼ਾ 6 ਮਹੀਨੇ ਤੋਂ ਉੱਪਰ ਦਾ ਰਹਿੰਦਾ ਹੈ ਉਹ ਡੈਫੀਨੇਟਲੀ ਉਹਨਾਂ ਵਾਸਤੇ ਥੋੜੀ ਹੋਪ ਹੈਗੀ ਹੈ, ਕਿਉਂਕਿ ਉਹ ਐਂਟਰੀ ਕਰ ਸਕਣਗੇ ਔਰ ਇੱਥੇ ਆ ਕੇ ਜਿਹੜਾ ਆਪਣਾ ਵਰਕ ਵੀਜ਼ਾ ਜਾਂ ਫਿਰ ਕੋਈ ਅਗਰ ਸਟੱਡੀ ਲੈਣਾ ਚਾਹੁੰਦੇ ਆ ਉਹ ਐਕਸਟੈਂਡ ਕਰਾ ਸਕਦੇ ਆ। ਤੀਸਰਾ ਜਿਹੜਾ ਸਭ ਤੋਂ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਹੈਗਾ ਉਹ ਹੈਗਾ ਉਹਨਾਂ ਵਾਸਤੇ ਜਿਹੜੇ ਕਿ ਇੱਥੇ ਅਸੈਂਸ਼ੀਅਲ ਸਕਿੱਲਸ ਵਰਕ ਵੀਜ਼ਾ ਹੋਲਡਰ ਸੀਗੇ ਔਰ ਇੰਡੀਆ ਹੈਗੇ ਇਸ ਟਾਈਮ। ਤੇ ਅਸੈਂਸ਼ੀਅਲ ਸਕਿੱਲਸ ਵਰਕ ਵੀਜ਼ਾ ਹੋਲਡਰ ਉਹ ਬੇਸਿਕਲੀ ਕੈਟੇਗਰੀ ਹੈ ਜਿਹਦੇ ਵਿੱਚ ਕਿ ਜਿਹੜਾ ਉਹਨਾਂ ਦਾ ਵੀਜ਼ਾ ਹੈ ਉਹ ਇੰਪਲੋਇਰ ਦੇ ਬੇਸ ਤੇ ਲੱਗਿਆ ਹੋਇਆ ਹੈ ਕਿ ਇੰਪਲੋਇਰ ਨੂੰ ਉਹਨਾਂ ਦੀ ਲੋੜ ਸੀ, ਠੀਕ ਹੈ। ਔਰ ਉਹ ਵੀਜ਼ਾ ਤਾਂ ਦਿੱਤਾ ਜਾਂਦਾ ਹੈ ਕਿ ਜਦੋਂ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਇੱਥੇ ਦੇ PR ਜਾਂ ਸਿਟੀਜ਼ਨ ਹੈਗੇ ਆ ਉਹ ਨਹੀਂ ਮਿਲਦੇ ਉਸ ਜੌਬ ਦੇ ਲਈ। ਔਰ ਬਹੁਤ ਵੱਡਾ ਜਿਹੜਾ ਇੱਕ ਕੀ ਕਹਿੰਦੇ ਆਪਣਾ ਬਹੁਤ ਸਾਰੇ ਲੋਕ ਹੈਗੇ ਜਿਹੜੇ ਕਿ ਅਸੈਂਸ਼ੀਅਲ ਸਕਿੱਲਸ ਵਰਕ ਵੀਜ਼ਾ ਹੋਲਡਰ ਹੈਗੇ ਔਰ ਇਸ ਟਾਈਮ ਆਪਣਾ ਇੰਡੀਆ 'ਚ ਹੈਗੇ, ਉਹਨਾਂ ਲਈ ਇਹ ਡੈਫੀਨੇਟਲੀ ਚਿੰਤਾ ਦਾ ਵਿਸ਼ਾ, ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਾਂ ਫਿਰ ਗਵਰਨਮੈਂਟ ਨੇ ਹਲੇ ਕੋਈ ਵੀ ਸਟ੍ਰੈਟਜੀ ਜਾਂ ਫਿਰ ਕੋਈ ਵੀ ਜਿਹੜੀ ਅਨਾਉਂਸਮੈਂਟ ਹੈ ਉਹਨਾਂ ਦੇ ਪ੍ਰਤੀ ਨਹੀਂ ਕੀਤੀ ਕਿ ਉਹਨਾਂ ਨੂੰ ਕਿਵੇਂ ਸੌਰਟ ਆਊਟ ਕੀਤਾ ਜਾਏਗਾ। ਬਟ ਇੱਦਾਂ ਲੱਗ ਰਿਹਾ ਕਿ ਦਿੱਕਤ ਜਿਹੜੀ ਉਹ ਬਣ ਸਕਦੀ ਹੈ ਉਹਨਾਂ ਵਾਸਤੇ ਆਉਣ ਵਾਲੇ ਟਾਈਮ ਦੇ ਵਿੱਚ। ਕਿ ਉੱਥੇ ਜਿਹੜਾ ਭਾਈਚਾਰਾ ਰਹਿੰਦਾ ਆਪਣਾ ਪੰਜਾਬੀ ਭਾਈਚਾਰਾ, ਕਿ ਉਹ ਸਰਕਾਰ ਦੇ ਉੱਤੇ ਇਸ ਨੂੰ ਲੈ ਕੇ ਦਬਾਅ ਪਾ ਰਿਹਾ ਕਿ ਕਿਸੇ ਨਾਲ ਇੱਦਾਂ ਦਾ ਧੱਕਾ ਨਾ ਹੋਵੇ, ਕਿਉਂਕਿ ਜਿਹੜੇ ਬੰਦਿਆਂ ਦਾ ਆਲਰੇਡੀ ਉਹ ਛੁੱਟੀਆਂ ਬਿਤਾਉਣ ਆਏ ਸੀ ਭਾਰਤ ਦੇ ਵਿੱਚ ਤੇ ਉਹਨਾਂ ਦਾ ਵਰਕ ਵੀਜ਼ਾ ਰਹਿੰਦਾ ਸੀਗਾ, ਕਈਆਂ ਦਾ 4 ਮਹੀਨੇ ਦਾ, ਕਈਆਂ ਦਾ 3, 4 ਜਾਂ 6 ਮਹੀਨੇ ਦਾ, ਤੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਵੱਡਾ। ਕਿ ਇਸ ਸੰਬੰਧੀ ਭਾਰਤੀ ਭਾਈਚਾਰੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਉੱਥੇ? ਡੈਫੀਨੇਟਲੀ, ਬਿਕੋਜ਼ ਇੱਥੇ ਜਿਹੜੇ ਕਈ ਪੋਲੀਟੀਸ਼ੀਅਨਸ ਵੀ ਹੈਗੇ ਜਿਹੜੇ ਕਿ ਆਪਣਾ ਇੰਡੀਅਨ ਨੈਸ਼ਨੈਲਿਟੀ ਤੋਂ ਬਿਲੋਂਗ ਕਰਦੇ ਆ, ਤੇ ਡੈਫੀਨੇਟਲੀ ਆਵਾਜ਼ ਚੁੱਕੀ ਜਾ ਰਹੀ ਹੈ। ਬਟ ਹਲੇ ਕੋਈ ਵੀ ਜਿਹੜਾ ਹੈ ਸਟ੍ਰੈਟਜੀ ਜਾਂ ਫਿਰ ਜਿਹੜੀ ਅਨਾਉਂਸਮੈਂਟ ਹੈਗੀ ਹੈ ਨਿਊਜ਼ੀਲੈਂਡ ਸਰਕਾਰ ਵੱਲੋਂ ਨਹੀਂ ਕੀਤੀ ਗਈ। ਬਟ ਹੋ ਸਕਦਾ, ਕਿਉਂਕਿ ਇਹਨਾਂ ਨੇ ਇੱਕ ਚੀਜ਼ ਮੈਂ ਹੋਰ ਹਾਈਲਾਈਟ ਕਰਨਾ ਚਾਹੁੰਦਾ ਜਿਹੜੀ ਕਿ ਮੈਂ ਭੁੱਲ ਗਿਆ ਤੁਹਾਨੂੰ ਇੱਥੇ ਕਰਨੀ, ਕਿਉਂਕਿ ਇਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਐਕਟ ਹੈ 2009 ਉਹਦੇ ਵਿੱਚ ਵੀ ਕੁਝ ਚੇਂਜਸ ਕੀਤੇ ਹੈ ਕਿ ਜਿਹੜੀ ਹੁਣ ਦੀ ਜਿਹੜੀ ਸਰਕਾਰ ਹੈ ਔਰ ਜਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਉਹਨਾਂ ਕੋਲ 12 ਮਹੀਨੇ ਵਾਸਤੇ ਪਾਵਰ ਆ ਜਾਏਗੀ ਕਿ ਉਹ ਵੀਜ਼ਾ ਦੇ ਮਤਲਬ ਕਿ ਡਿਫਰੈਂਟ ਵੀਜ਼ਾ ਕੈਟੇਗਰੀਜ਼ ਦੇ ਅਕੋਰਡਿੰਗਲੀ ਉਹ ਜਿਹੜੇ ਆਪਣੇ ਚੇਂਜਸ ਅਨਾਉਂਸ ਕਰਨਗੇ। ਔਰ ਆਉਣ ਵਾਲੇ ਜਿਹੜਾ ਬਿੱਲ ਆਲਰੇਡੀ ਪਾਸ ਹੋ ਚੁੱਕਿਆ 15 ਮਈ ਨੂੰ, ਔਰ ਇਸ ਟਾਈਮ ਆਲਰੇਡੀ ਜਿਹੜੀਆਂ ਡਿਸਕਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਇਸ ਟੌਪਿਕ ਤੇ। ਹੋ ਸਕਦਾ ਕਿ ਆਉਣ ਵਾਲੇ 2 ਤੋਂ 3 ਹਫ਼ਤੇ ਦੇ ਵਿੱਚ ਅਨਾਉਂਸਮੈਂਟ ਜਿਹੜੀਆਂ ਉਹ ਕੀਤੀਆਂ ਜਾਣ ਡਿਫਰੈਂਟ ਕੈਟੇਗਰੀ ਆਫ ਵੀਜ਼ਾਸ ਦੇ ਲਈ। ਜੀ ਜੀ। ਤੋਂ ਇਸ ਤੋਂ ਇਲਾਵਾ ਵੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਜੀ ਤੁਸੀਂ? ਬਸ ਮੈਂ ਇੱਕ ਹੀ ਸਲਾਹ ਦੇਣਾ ਚਾਹੂੰਗਾ ਕਿ ਅਗਰ ਤੁਸੀਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਤੇ ਆਉਣਾ ਚਾਹੁੰਦੇ ਹੋ ਜਾਂ ਫਿਰ ਮਾਈਗ੍ਰੇਟ ਹੋਣ ਦਾ ਸੋਚ ਰਹੇ ਹੋ, ਮੇਰੀ ਇੱਕੋ ਇੱਕ ਸਲਾਹ ਹੈਗੀ ਕਿ ਤੁਸੀਂ ਰਾਈਟ ਪ੍ਰੋਗਰਾਮ ਦੇ ਲਈ ਆਓ, ਜਿਹੜਾ ਸਕਿੱਲਡ ਪ੍ਰੋਗਰਾਮ ਹੋਏ, ਚਾਹੇ ਉਹ ਨਰਸਿੰਗ ਹੈ, ਟੀਚਿੰਗ ਹੈ ਜਾਂ ਫਿਰ ਇੰਜੀਨੀਅਰਿੰਗ ਬੈਕਗਰਾਊਂਡ ਹੈ, ਤਾਂ ਕਿ ਤੁਹਾਡਾ ਜਿਹੜਾ ਭਵਿੱਖ ਹੈ ਜਾਂ ਫਿਰ ਤੁਹਾਨੂੰ ਜਿਹੜੀ ਅਸ਼ੋਰਿਟੀ ਹੈ ਪਰਮਾਨੈਂਟ ਰੈਜ਼ੀਡੈਂਸ ਲੈਣ ਦੀ ਉਹ ਤੁਹਾਨੂੰ ਮਿਲ ਸਕੇ। ਅਗਰ ਤੁਸੀਂ ਕੋਈ ਵੀ ਲੋ ਸਕਿੱਲਡ ਪ੍ਰੋਗਰਾਮ ਜਾਂ ਕਿਸੇ ਛੋਟੇ-ਮੋਟੇ ਕਾਲਜ ਦੇ ਵਿੱਚ ਆਉਂਦੇ ਹੋ ਤੇ ਡੈਫੀਨੇਟਲੀ ਜਿਹੜਾ ਤੁਹਾਡਾ ਭਵਿੱਖ ਹੈ ਉਹ ਖਤਰੇ ਵਿੱਚ ਹੈਗਾ। ਜੀ ਜੀ। ਸੋ ਪਵਨ ਜੀ, ਤੁਹਾਡੇ ਨਾਲ ਬੜਾ ਵਧੀਆ ਲੱਗਿਆ ਗੱਲਬਾਤ ਕਰਕੇ, ਤੇ ਨਾਲ ਹੀ ਪਰ ਖਬਰ ਇਹ ਆ ਰਹੀ ਹੈ ਸਾਡੇ ਕੋਲੇ, ਭਾਵੇਂ ਅਸੀਂ ਪੰਜਾਬ ਦੇ ਵਿੱਚ ਬੈਠੇ ਹੋਏ ਆ ਇੱਥੇ, ਤੁਹਾਡੇ ਨਿਊਜ਼ੀਲੈਂਡ ਦੇ ਵਿੱਚ ਮੌਸਮ ਖਰਾਬ ਹੋਣ ਵਾਲਾ ਆਉਣ ਵਾਲੇ 2-3 ਦਿਨਾਂ ਦੇ ਵਿੱਚ, ਵਾਕਈ ਸਹੀ ਗੱਲ ਹੈ ਜੀ? ਠੰਡ ਵੱਧ ਰਹੀ ਹੈ ਬਿਕੋਜ਼ ਮਈ, ਜੂਨ, ਜੁਲਾਈ, ਅਗਸਤ ਜਿਹੜਾ ਉਹ 3-4 ਮਹੀਨੇ ਬਹੁਤ ਠੰਡ ਪੈਂਦੀ ਹੈ। ਪਵਨ ਦੀ ਵੀ ਆਪਣੀ ਗੱਲਬਾਤ ਜਾਰੀ ਹੈ ਕਿ ਸਾਡੇ ਨਾਲ ਦਰਸ਼ਕ ਜੁੜ ਚੁੱਕੇ ਨੇ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ? ਮੋਗੇ ਤੋਂ ਬੋਲ ਰਹੇ ਜੀ। ਮੋਗੇ ਤੋਂ ਬੋਲਦੇ ਹੋ? ਹਾਂਜੀ, ਆਪਣਾ ਸਵਾਲ ਰੱਖੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਆਪਣੇ 2 ਬੱਚਿਆਂ ਦੀ ਆਈਲੈਸ ਹੋਈ ਜੀ। ਹਾਂਜੀ, 2 ਬੱਚਿਆਂ ਦੀ ਆਈਲੈਸ ਹੋਈ ਜੀ। ਤੁਹਾਡੀ ਆਵਾਜ਼ ਸਾਫ਼ ਨਹੀਂ ਆ ਰਹੀ ਜੀ, ਕਲੀਅਰ ਬੋਲੋ, ਕੀ ਸਵਾਲ ਹੈ ਤੁਹਾਡਾ ਜੀ? ਸਾਡਾ ਸਵਾਲ ਹੈ ਜੀ ਨਿਊਜ਼ੀਲੈਂਡ ਬਾਰੇ ਪੁੱਛਣਾ ਸੀ ਕਿ ਕਿੰਨੇ ਬੈਂਡ ਚੋਰ ਚਾਹੀਏ ਜੀ? 3 ਬੈਂਡ ਆਏ ਨੇ ਜੀ। ਟੈਕਸ ਓਵਰ ਆਏ ਜੀ। ਸਰ ਤੁਸੀਂ ਨਾ ਮੈਨੂੰ ਸਵਾਲ ਲਿਖ ਕੇ ਭੇਜ ਦਿਓ, ਤੁਹਾਡੀ ਆਵਾਜ਼ ਮੈਨੂੰ ਸਮਝ ਨਹੀਂ ਪੈ ਰਹੀ ਕੀ ਕਹਿ ਰਹੇ ਤੁਸੀਂ, ਕਲੀਅਰ ਨਹੀਂ ਆ ਰਹੀ ਤੁਹਾਡੀ ਆਵਾਜ਼ ਜੀ। ਜੀ ਜੀ ਜੀ। ਸੋ ਪਵਨ ਜੀ, ਉਹਨਾਂ ਦਾ ਵੀ ਕੁਝ ਐਸਾ ਸਵਾਲ ਸੀਗਾ ਤੇ ਉਹ ਕਹਿ ਰਹੇ ਸੀਗੇ ਕਿ ਕੁਝ ਪੁੱਛਣਾ ਚਾਹੁੰਦੇ ਨੇ, ਮੈਸੇਜ ਕਰ ਦਿੰਦੇ ਨੇ ਆਪਾਂ ਨੂੰ, ਆਪਾਂ ਉਹਨਾਂ ਦਾ ਸਵਾਲ ਤੁਹਾਨੂੰ ਦੱਸਦੇ ਹਾਂ ਜ਼ਰੂਰ। ਤੇ ਮੈਂ ਇਹ ਪੁੱਛਣਾ ਸੀਗਾ ਕਿ ਇੱਥੇ ਸਾਡੇ ਕੋਲ ਪੰਜਾਬ ਦੇ ਵਿੱਚ ਬੈਠਿਆਂ ਖਬਰਾਂ ਆ ਰਹੀਆਂ ਕਿ ਨਿਊਜ਼ੀਲੈਂਡ ਦੇ ਵਿੱਚ ਮੌਸਮ ਦੇ ਵਿੱਚ ਖਰਾਬੀ ਆਉਣ ਵਾਲੀ ਆ, ਭਾਰੀ ਮੀਂਹ ਪੈ ਸਕਦਾ ਹੈ ਤੇ ਮੌਸਮ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਵਾਕਈ ਉੱਥੇ ਮੌਸਮ ਖਰਾਬ ਹੋ ਰਿਹਾ ਜੀ?
ਹਾਂਜੀ ਹਲੇ ਅੱਜ ਤੱਕ ਇਹ ਠੀਕ ਸੀਗਾ ਬਿਕੋਜ਼ ਠੰਡ ਕਾਫੀ ਜਿਹੜੀ ਵੱਧ ਰਹੀ ਹੈ ਦਿਨ ਬ ਦਿਨ, ਕਿਉਂਕਿ ਮਈ ਜੂਨ ਜੁਲਾਈ ਜਿਹੜੇ 3 ਮਹੀਨੇ ਉਹ ਬਹੁਤ ਹੀ ਜ਼ਿਆਦਾ ਠੰਡ ਪੈਂਦੀ ਹੈ ਤੇ ਹੋ ਸਕਦਾ ਕਿ ਮੀਂਹ ਦੀ ਸੰਭਾਵਨਾ ਬਣ ਰਹੀ ਹੋਏ ਆਉਣ ਵਾਲੇ ਟਾਈਮ ਦੇ ਵਿੱਚ। ਮੈਂ ਬਿਲਕੁਲ, ਕਿਉਂਕਿ ਨਿਊਜ਼ੀਲੈਂਡ ਵਿੱਚ ਵੀ ਸਾਡੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਨੂੰ ਵੀ ਇਹ ਇਨਫੋਰਮੇਸ਼ਨ ਦੇ ਦੇਣਾ, ਕਾਫੀ ਉਹਨਾਂ ਲਈ ਅਹਿਮ ਹੈਗੀ ਇਨਫੋਰਮੇਸ਼ਨ। ਤੇ ਕਿਉਂ ਨਾਰਥਲੈਂਡ ਦੇ ਪੱਛਮੀ ਇਲਾਕਿਆਂ ਤੋਂ ਆਕਲੈਂਡ ਤੇ ਵਲਿੰਗਟਨ ਤੱਕ ਦੇ ਇਲਾਕੇ ਇਸ ਮੌਸਮ ਦੀ ਮਾਰ ਹੇਠ ਰਹਿਣਗੇ ਤੇ ਅਪਰ ਸਾਊਥ ਆਈਲੈਂਡ ਲਈ ਮੌਸਮ ਕੱਲ੍ਹ ਸ਼ਾਮ ਤੋਂ ਖਰਾਬ ਹੋਵੇਗਾ ਤੇ ਸਾਰੀ ਰਾਤ ਭਾਰੀ ਬਾਰਿਸ਼ ਹੋਵੇਗੀ। ਇਹਨਾਂ ਇਲਾਕਿਆਂ ਦੇ ਵਿੱਚ 90 ਤੋਂ 130 mm ਬਾਰਿਸ਼ ਪੈਣ ਦੀ ਸੰਭਾਵਨਾ ਹੈਗੀ ਹੈ। ਸੋ ਇਹ ਮੌਸਮ ਦੀ ਜਾਣਕਾਰੀ ਹੈ ਨਿਊਜ਼ੀਲੈਂਡ ਦੀ। ਸੋ ਸਾਡੇ ਨਾਲ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਭਈਆ, ਜਗਰਾਉਂ ਤੋਂ ਬੋਲ ਰਹੇ ਹਾਂ। ਜਗਰਾਉਂ ਤੋਂ, ਹਾਂਜੀ। ਆਪਣਾ ਸਵਾਲ ਰੱਖੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਅਸੀਂ ਪੁੱਛਣਾ ਕਿ ਨਿਊਜ਼ੀਲੈਂਡ ਵਿੱਚ ਪੀਆਰ ਮਿਲ ਜਾਂਦੀ ਹੈ? ਨਿਊਜ਼ੀਲੈਂਡ ਦੇ ਵਿੱਚ ਪੀਆਰ ਮਿਲ ਜਾਂਦੀ ਹੈ, ਠੀਕ ਹੈ, ਤੁਹਾਡਾ ਸਵਾਲ ਹੈਗਾ। ਤੇ ਮੈਂ ਹੋਲਡ ਹੀ ਰੱਖਿਓ ਤੁਸੀਂ, ਮੈਂ ਪਵਨ ਜੀ ਨਾਲ ਗੱਲ ਕਰਦਾ। ਪਵਨ ਜੀ, ਇਹਨਾਂ ਦਾ ਸਵਾਲ ਹੈ, ਜਗਰਾਉਂ ਤੋਂ ਫੋਨ ਆਇਆ, ਪੁੱਛਦੇ ਨੇ ਨਿਊਜ਼ੀਲੈਂਡ ਦੀ ਪੀਆਰ ਮਿਲ ਜਾਂਦੀ ਹੈ? ਸਰ ਬਿਲਕੁਲ ਮਿਲ ਜਾਂਦੀ ਹੈ, ਅਗਰ ਤੁਸੀਂ ਰਾਈਟ ਪ੍ਰੋਗਰਾਮ ਜਾਂ ਰਾਈਟ ਕਿਤੇ ਜਾ ਕੇ ਹੋ। ਮੈਡਮ, ਉਹਨਾਂ ਦਾ ਕਹਿਣਾ ਹੈ ਕਿ ਪੀਆਰ ਜ਼ਰੂਰ ਮਿਲ ਜਾਂਦੀ ਹੈ। ਪਵਨਦੀਪ ਜੀ ਦਾ ਕਹਿਣਾ ਹੈ ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜੇ ਨੇ, ਪਰ ਉਹਦੇ ਲਈ ਰਾਈਟ ਪ੍ਰੋਗਰਾਮ ਤੁਹਾਡਾ ਹੋਣਾ ਜ਼ਰੂਰੀ ਹੈ ਤੇ ਉਹਦੀ ਸਿਲੈਕਸ਼ਨ ਬਹੁਤ ਜ਼ਰੂਰੀ ਹੈਗੀ ਹੈ। ਤੁਸੀਂ ਕਿਸ ਪ੍ਰੋਗਰਾਮ ਦੇ ਵਿੱਚ ਜਾਣ ਬਾਰੇ ਸੋਚ ਰਹੇ ਹੋ ਉੱਥੇ? ਨਹੀਂ, ਐਕਚੁਅਲੀ ਸਾਡਾ ਬੇਟਾ ਉੱਥੇ ਹੈ। ਅੱਛਾ ਜੀ, ਬੇਟਾ ਉੱਥੇ ਹੈ ਤੁਹਾਡਾ ਨਿਊਜ਼ੀਲੈਂਡ ਦੇ ਵਿੱਚ? ਹਾਂਜੀ ਹਾਂਜੀ, ਤੇ ਉਹਨੂੰ ਮਤਲਬ 4 ਸਾਲ ਹੋ ਗਏ ਹੈ। 4 ਸਾਲ, ਠੀਕ ਹੈ ਜੀ। ਹਾਂਜੀ, ਤੇ ਵਰਕ ਪਰਮਿਟ ਤੇ ਹੀ ਹੈ। ਉਹ ਕੁਕਰੀ ਦੇ ਕੋਰਸ ਤੇ ਗਿਆ ਸੀਗਾ। ਕੁਕਰੀ ਦੇ ਕੋਰਸ ਤੇ ਗਿਆ ਸੀਗਾ, ਵਰਕ ਪਰਮਿਟ ਤੇ, ਠੀਕ ਹੈ ਜੀ। ਹਾਂ, ਨਹੀਂ ਵਰਕ ਗਿਆ, ਸਟੱਡੀ ਵੀਜ਼ੇ ਤੇ ਸੀ, ਹੁਣ ਵਰਕ ਪਰਮਿਟ ਤੇ ਹੈ। ਅੱਛਾ ਜੀ, ਹੁਣ ਵਰਕ ਪਰਮਿਟ ਤੇ ਹੈਗਾ, ਸਟੱਡੀ ਵੀਜ਼ਾ ਤੇ ਗਿਆ ਸੀ, ਠੀਕ ਹੈ ਜੀ। ਹਾਂਜੀ, ਤੇ ਉਹ ਕਹਿ ਰਿਹਾ ਸੀ ਕਿ ਮਮਾ ਉਧਰ ਪੀਆਰ ਹੁਣ ਬੰਦ ਹੋ ਗਈ ਹੈ, ਇਹ ਲੋਕਡਾਊਨ ਕਰਕੇ ਉਹਨਾਂ ਨੇ ਕਹਿਤਾ ਕਿ ਸਾਲ ਪੀਆਰ ਨਹੀਂ ਲੱਗਣੀ। ਜੀ ਜੀ, ਸੋ ਹੋਲਡ ਹੀ ਰੱਖਿਓ। ਪਵਨ ਜੀ ਕੀ ਕਹਿਣਾ ਚਾਹੋਗੇ ਇਸ ਸਵਾਲ ਤੇ? ਇਹ ਗਲਤ ਨਿਊਜ਼ ਹੈ। ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਮਤਲਬ ਕਿ ਮੈਨੂੰ ਵੀ ਐਵੇਂ ਦੇ ਕੁਐਸਚਨ ਜਾਂ ਕਾਲਸ ਆਈਆਂ ਕਾਫੀ ਪਿਛਲੇ ਦਿਨਾਂ ਦੇ ਵਿੱਚ। ਹਾਲੇ ਐਵੇਂ ਦਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਕਿ ਪੀਆਰ ਬੰਦ ਕਰ ਦਿੱਤੀ ਗਈ ਹੈ, ਆਲ ਦੋਸ ਥਿੰਗ। ਉਹਨਾਂ ਨੇ ਬੇਸਿਕਲੀ ਜਿਹੜਾ ਮੈਂ ਇਮੀਗ੍ਰੇਸ਼ਨ ਐਕਟ ਦੀ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਇਸ ਤੋਂ ਪਹਿਲੇ, ਕਿ ਉਹਨਾਂ ਨੇ 1 ਸਾਲ ਵਾਸਤੇ ਜਿਹੜੀਆਂ ਪਾਵਰਸ ਆ ਆਪਣੇ ਹੱਥ 'ਚ ਲੈ ਲਈਆਂ ਇਮੀਗ੍ਰੇਸ਼ਨ ਨੇ, ਕਿ ਉਹ ਕਿ ਕਿਵੇਂ ਜਿਹੜੇ ਇੱਥੇ ਜਿਹੜੇ ਵੀਜ਼ਾ ਹੋਲਡਰਸ ਹੈਗੇ ਜਿਹੜੇ ਕੋਵਿਡ-19 ਕਰਕੇ ਜਿਹੜੇ ਇਫੈਕਟ ਹੋਏ ਆ, ਉਹਨਾਂ ਨੂੰ ਕਿਵੇਂ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਬਟ ਕੋਈ ਵੀ ਹਲੇ ਪੀਆਰ ਜਾਂ ਫਿਰ ਬੰਦ ਨਹੀਂ ਕੀਤੀ ਗਈ ਹੈ, ਐਵਰੀਥਿੰਗ ਇਜ਼ ਓਪਨ ਤੇ ਸਭ ਐਜ਼ ਯੂਜੂਅਲ ਹੈਗਾ ਜੀ। ਮੈਂ ਆਪਣੇ ਨਾਲ ਦਰਸ਼ਕ ਜਿਹੜੇ ਜੁੜੇ ਨੂੰ ਦੱਸਦਾ। ਮੈਡਮ, ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ ਜੀ? ਹਾਂਜੀ। ਹਾਲੇ ਇਹ ਜਿਹੜੀ ਅਫਵਾਹਾਂ ਹੈਗੀਆਂ ਤੁਹਾਡੇ ਕੋਲੇ, ਇਦਾਂ ਦੀ ਕੋਈ ਖਬਰ ਨਹੀਂ ਹੈਗੀ ਕਿ ਉਹਨਾਂ ਨੇ ਉੱਥੇ ਬੰਦ ਕਰ ਦਿੱਤਾ ਹੈ ਪੀਆਰ ਵਾਸਤੇ, ਤੇ ਇਸ ਕਰਕੇ ਲੋਕਡਾਊਨ ਕਰਕੇ ਥੋੜੀ ਸਮੱਸਿਆ ਜ਼ਰੂਰ ਆਈ ਹੋਈ ਹੈ। ਤੇ ਪਵਨਦੀਪ ਜੀ ਦਾ ਨਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ, ਤੇ ਇਹ ਨਿਊਜ਼ੀਲੈਂਡ ਦੇ ਵਿੱਚ ਹੀ ਹੈਗੇ ਨੇ, ਤੇ ਤੁਸੀਂ ਆਪਣੇ ਬੇਟੇ ਨੂੰ ਕਿਹਾ ਕਿ ਇਹਨਾਂ ਨਾਲ ਸੰਪਰਕ ਕਰ ਲੈਣਗੇ ਤੇ ਹੋਰ ਜ਼ਿਆਦਾ ਇਹਨਾਂ ਨੂੰ ਇਨਫੋਰਮੇਸ਼ਨ ਉੱਥੋਂ ਵਧੀਆ ਮਿਲ ਜਾਊਗੀ ਇਹਨਾਂ ਨਾਲ, ਕਿਉਂਕਿ ਇੱਕ ਤਾਂ ਨੇੜੇ ਹੋਣਗੇ ਇਹਨਾਂ ਦੇ। ਹਾਂਜੀ ਹਾਂਜੀ, ਤੇ ਮਤਲਬ ਤੁਸੀਂ ਨਿਊਜ਼ੀਲੈਂਡ ਕਿੱਥੇ ਤੁਹਾਡਾ ਆਫਿਸ ਹੈ? ਪਵਨ ਜੀ ਤੁਹਾਡੇ ਕੋਲ ਪੁੱਛ ਰਹੇ ਹਾਂ, ਨਿਊਜ਼ੀਲੈਂਡ ਦੇ ਵਿੱਚ ਕਿੱਥੇ ਆਫਿਸ ਹੈ ਤੁਹਾਡਾ ਜੀ? ਸਰ ਸਾਡਾ ਆਫਿਸ ਆਕਲੈਂਡ ਦੇ ਵਿੱਚ ਹੈਗਾ, ਆਕਲੈਂਡ ਸਿਟੀ ਦੇ ਕੋਲ। ਆਕਲੈਂਡ ਸਿਟੀ ਦੇ ਕੋਲ ਹੈਗਾ ਜੀ ਇਹਨਾਂ ਦਾ ਆਫਿਸ। ਮੋਬਾਈਲ ਨੰਬਰ ਥੱਲੇ ਦਿੱਤਾ ਹੋਇਆ ਤੇ ਤੁਸੀਂ ਇਹਨਾਂ ਦੇ ਸੰਪਰਕ ਕਰ ਸਕਦੇ ਹੋ। ਤੇ ਖਾਸ ਤੌਰ ਤੇ ਤੁਹਾਨੂੰ ਦੱਸਦਾ ਕਿ ਕਿਵਿਆਨਾ ਇਮੀਗ੍ਰੇਸ਼ਨ ਨਾਮ ਦੇ ਇਹਨਾਂ ਦਾ ਆਫਿਸ ਹੈਗਾ। ਇਹ ਡਾਇਰੈਕਟਰ ਹੈਗੇ ਨੇ ਤੇ ਮਾਲਕ ਹੈਗੇ ਨੇ ਕਿਵਿਆਨਾ ਇਮੀਗ੍ਰੇਸ਼ਨ ਦੇ ਨਾਮ ਤੇ। ਸੋ ਤੁਸੀਂ ਇਹਨਾਂ ਦੇ ਨਾਲ ਜਿਹੜਾ ਥੱਲੇ ਨੰਬਰ ਚੱਲ ਰਿਹਾ ਉਸ ਉੱਤੇ ਸੰਪਰਕ ਕਰ ਲਿਓ ਜਰੂਰ ਜੀ। ਥੈਂਕ ਯੂ ਜੀ। ਜੀ ਸੋ ਪਵਨ ਜੀ, ਕਾਫੀ ਲੋਕ ਦਰਸ਼ਕ ਜੁੜੇ ਹੋਏ ਨੇ ਆਪਣੇ ਨਾਲ, ਉਹ ਕਾਫੀ ਸਵਾਲ ਹੈਗੇ ਨੇ ਉਹਨਾਂ ਦੇ, ਪਰ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਕੋਈ ਪੁੱਛ ਰਿਹਾ ਕਿ ਨਿਊਜ਼ੀਲੈਂਡ ਦਾ ਪੀਆਰ ਮਿਲ ਸਕਦੀ ਹੈ ਜਾਂ ਨਹੀਂ ਮਿਲ ਸਕਦੀ। ਇਹਨਾਂ ਦਾ ਖੈਰ ਆਪਾਂ ਜਵਾਬ ਦੇ ਹੀ ਦਿੱਤਾ ਹੈ ਤੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਜੀ। ਫਿਰ ਵੀ ਮੈਂ ਆਪਣੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਅਪੀਲ ਜ਼ਰੂਰ ਕਰ ਦੇਣਾ ਚਾਹੁੰਦਾ ਕਿ ਪਵਨਦੀਪ ਸਿੰਘ ਜੀ ਦਾ ਨੰਬਰ ਚੱਲ ਰਿਹਾ ਉਹਨਾਂ ਦੇ ਫੋਟੋ ਦੇ ਸਕਰੀਨ ਦੇ ਥੱਲੇ ਹੀ, ਤੇ ਜਿਹੜੇ ਵੀ ਤੁਹਾਡੇ ਬਾਕੀ ਸਵਾਲ ਰਹਿ ਗਏ ਹੁਣ, ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਕਾਲ ਕਰ ਲਿਓ, ਸਿੱਧੀ ਗੱਲਬਾਤ, ਤੇ ਨਾਲੇ ਤੁਹਾਡੇ ਹਰੇਕ ਸਵਾਲ ਦਾ ਜਵਾਬ ਦੇ ਦੇਣਗੇ। ਸੋ ਪਵਨਦੀਪ ਜੀ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਜੀ। ਥੈਂਕ ਯੂ ਅਮਨ ਜੀ, ਥੈਂਕ ਯੂ ਸੋ ਮਚ ਫॉर द अपॉर्चुनिटी। ਜੀ ਜੀ, ਥੈਂਕ ਯੂ ਸੋ ਮਚ। ਸੋ ਦਰਸ਼ਕੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਸਾਡਾ ਪਸੰਦ ਆਇਆ ਹੋਵੇਗਾ। ਸੋ ਇਹ ਪ੍ਰੋਗਰਾਮ ਜਿਹੜਾ ਕੈਨੇਡਾ ਦਾ ਸਮਾਂ ਹੈਗਾ ਉਸ ਦੇ ਮੁਤਾਬਕ ਸਵੇਰੇ 9 ਵਜੇ ਅਸੀਂ ਦੁਬਾਰਾ ਰਿਪੀਟ ਕਰਾਂਗੇ, ਤੁਸੀਂ ਉੱਥੇ ਵੀ ਦੇਖ ਸਕਦੇ ਹੋ। ਤੇ ਇਹ ਨਿਊਜ਼ੀਲੈਂਡ ਦੇ ਨਾਲ ਸੰਬੰਧਿਤ ਪ੍ਰੋਗਰਾਮ ਸੀਗਾ, ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਪ੍ਰੋਗਰਾਮ ਸੀਗਾ। ਜੇ ਤੁਸੀਂ ਹੋਰ ਵੀ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਸਿੱਧੇ ਤੁਸੀਂ ਡਾਇਰੈਕਟ ਪਵਨਦੀਪ ਜੀ ਨੂੰ ਫੋਨ ਕਰ ਲਿਓ। ਤੇ ਇਸ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ, ਜੇ ਤੁਸੀਂ ਕੇਬਲ ਨੈਟਵਰਕ ਦੇ ਨਾਲ ਸੋਸ਼ਲ ਮੀਡੀਆ ਉੱਤੇ ਦੇਖ ਰਹੇ ਹੋ, ਤੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਾਣਕਾਰੀ ਜਾਵੇ। ਹੁਣ ਸਾਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ੍ਰੀ ਅਕਾਲ।